ਮੂਸੇਵਾਲਾ ਕਤਲकांड ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਦੇ ਵਿੱਚ ਕੀਤਾ ਗਿਆ ਡਿਟੇਨ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ, ਭਾਰਤੀ ਖੁਫੀਆ ਏਜੰਸੀਆਂ ਨੂੰ ਮਿਲਿਆ ਵੱਡਾ ਇਨਪੁਟ। ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਗ, ਕਿਹਾ ਗੋਲਡੀ ਨੂੰ ਲਾਰੈਂਸ ਅਤੇ ਜੱਗੂ ਦੇ ਸਾਹਮਣੇ ਬਿਠਾ ਕੇ ਹੋਵੇ ਪੁੱਛਗਿੱਛ। ਪਰਦਾ ਉੱਠੇ ਕਤਲ ਪਿੱਛੇ ਸੰਗੀਤ ਜਗਤ ਦੇ ਕਿਹੜੇ ਲੋਕ। ਮੂਸੇਵਾਲਾ ਕਤਲकांड ਦੇ ਵਿੱਚ ਜਾਂਚ ਦਾ ਦਾਇਰਾ ਵਧਿਆ, ਕੁਝ ਹੋਰ ਲੋਕਾਂ ਨੂੰ ਜਾਂਚ ਦੇ ਵਿੱਚ ਸ਼ਾਮਿਲ ਕਰ ਰਹੀ ਪੁਲਿਸ। ਮੂਸੇਵਾਲਾ ਦੇ ਮਾਪੇ ਲਗਾਤਾਰ ਇਸ਼ਾਰਿਆਂ ਦੇ ਵਿੱਚ ਹੋਰ ਲੋਕਾਂ ਦੇ ਵੱਲ ਕਰਦੇ ਨੇ ਇਸ਼ਾਰਾ। ਐਨਆਈਏ ਨੇ ਮੋਸਟ ਵਾਂਟਡ ਅਤਵਾਦੀ ਹੈਪੀ ਮਲੇਸ਼ੀਆ ਨੂੰ ਕੀਤਾ ਗ੍ਰਿਫਤਾਰ। ਦਿੱਲੀ 에ਅਰਪੋਰਟ ਤੇ ਕੀਤਾ ਗਿਆ ਕਾਬੂ। ਲੁਧਿਆਣਾ ਬੰਬ ਬਲਾਸਟ ਕੇਸ ਦੇ ਵਿੱਚ ਮੁੱਖ ਸਾਜ਼ਿਸ਼ ਘੜਾ ਹੈ ਹੈਪੀ ਮਲੇਸ਼ੀਆ। ਬਾਗੀ ਜਗਮੀਤ ਬਰਾੜ ਦੀ ਯੂਨਿਟੀ ਕਮੇਟੀ ਵਾਲੇ ਦਾਅਵੇ ਦੀ ਨਿਕਲੀ ਫੂਕ। ਰਵੀਕਰਨ ਕਾਲੋਂ ਤੇ ਅਲਵਿੰਦਰਪਾਲ ਪਕੋਖੇ ਨੇ ਕੀਤਾ ਕਿਨਾਰਾ। ਬੋਲੇ ਅਸੀਂ ਯੂਨਿਟੀ ਕਮੇਟੀ ਦੇ ਵਿੱਚ ਨਹੀਂ, ਬਿਨਾਂ ਪੁੱਛੇ ਪਾਇਆ ਸਾਡਾ ਨਾਂ। ਕਥਿਤ ਸਿੰਜਾਈ ਘੁਟਾਲੇ ਦੇ ਵਿੱਚ ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਤੋਂ ਵਿਜੀਲੈਂਸ ਦੀ ਪੁੱਛਗਿੱਛ ਜਾਰੀ। ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਦੇ ਵਿੱਚ ਹੋ ਰਹੇ ਨੇ ਸਵਾਲ ਜਵਾਬ। ਟੈਂਡਰ ਦੇਣ ਦੇ ਲਈ ਰਿਸ਼ਵਤ ਲੈਣ ਦਾ ਇਲਜ਼ਾਮ। ਤਰਨਤਾਰਨ ਵਿੱਚ ਭਾਰਤ ਪਾਕਿਸਤਾਨ ਬਾਰਡਰ ਤੋਂ 5 ਕਿਲੋ ਹੈਰੋਇਨ ਬਰਾਮਦ। ਸਰਹੱਦ ਦੇ ਪਾਰੋਂ ਡਰੋਨ ਦੇ ਰਾਹੀਂ ਸਪਲਾਈ ਕੀਤੀ ਜਾ ਰਹੀ ਸੀ ਹੈਰੋਇਨ ਦੀ ਖੇਪ। ਹੈਲੀਕਾਪਟਰ ਡਰੋਨ ਵੀ ਕੀਤਾ ਬਰਾਮਦ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤੇ ਮੇਰੇ ਸਹਿਯੋਗੀ ਗਗਨਦੀਪ। ਤਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੀ ਸਭ ਤੋਂ ਵੱਡੀ ਖਬਰ ਤੋਂ। ਸਿੱਧੂ ਮੂਸੇਵਾਲਾ ਦੇ ਕਤਲकांड ਦੇ ਨਾਲ ਜੁੜੀ ਵੱਡੀ ਖਬਰ ਹੈ। ਗੈਂਗਸਟਰਵਾਦ ਦੀ ਦੁਨੀਆ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਹੈ ਤੇ ਅਤਵਾਦੀਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਕਨੈਕਸ਼ਨ ਜੁੜਦਾ ਨਜ਼ਰ ਆ ਰਿਹਾ ਗੈਂਗਸਟਰਾਂ ਦਾ, ਉਸ ਦੇ ਨਾਲ ਜੁੜੀ ਵੱਡੀ ਖਬਰ ਹੈ। ਤਾਂ ਵੱਡੀ ਖਬਰ ਗੋਲਡੀ ਬਰਾੜ ਨੂੰ ਲੈ ਕੇ ਔਰ ਸ਼ੁਰੂਆਤ ਕਰਾਂਗੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਗ ਤੋਂ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਗੋਲਡੀ ਤੇ ਲਾਰੈਂਸ ਨੂੰ ਨਾਲ ਬਿਠਾ ਕੇ ਪੁੱਛਗਿੱਛ ਹੋਵੇ। ਬਿਲਕੁਲ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੰਗ ਕੀਤੀ ਹੈ ਗੋਲਡੀ ਨੂੰ ਲਾਰੈਂਸ ਦੇ ਨਾਲ ਬਿਠਾ ਕੇ ਪੁੱਛਗਿੱਛ ਹੋਵੇ, ਜੱਗੂ ਦੇ ਨਾਲ ਬਿਠਾ ਕੇ ਵੀ ਸਵਾਲ ਜਵਾਬ ਹੋਣ, ਕਤਲ ਦੇ ਪਿੱਛੇ ਦੀ ਵਜ੍ਹਾ ਸਾਹਮਣੇ ਆਵੇ, ਪਰਦਾ ਉੱਠੇ ਕਤਲ ਪਿੱਛੇ ਸੰਗੀਤ ਜਗਤ ਦੇ ਕਿਹੜੇ ਲੋਕ ਨੇ। ਬਿਲਕੁਲ ਇਹ ਸਵਾਲ ਉਹਨਾਂ ਨੇ ਚੁੱਕਿਆ ਹੈ ਔਰ ਲਗਾਤਾਰ ਇਹੀ ਕਹਿ ਰਹੇ ਨੇ ਕਿ ਆਖਰਕਾਰ ਇਸ ਦੇ ਪਿੱਛੇ ਪਰਦਾ ਉੱਠਣਾ ਚਾਹੀਦਾ ਹੈ ਕਿ ਕਤਲ ਹੋਇਆ ਤਾਂ ਹੋਇਆ ਕਿਉਂ, ਕਿਉਂਕਿ ਜੋ ਵਜ੍ਹਾ ਹੁਣ ਤੱਕ ਗੈਂਗਸਟਰ ਦੱਸ ਰਹੇ ਨੇ ਅਜਿਹੀ ਕੋਈ ਵਜ੍ਹਾ ਨਹੀਂ ਹੈ। ਨਾ ਹੀ ਉਹਨਾਂ ਦਾ ਪੁੱਤ ਕਿਸੇ ਅਜਿਹੀ ਦੁਨੀਆ ਦੇ ਨਾਲ ਜੁੜਿਆ ਸੀ, ਨਾ ਹੀ ਕਿਸੇ ਦੀ ਕਤਲ ਦੀ ਵਜ੍ਹਾ ਬਣਿਆ ਹੈ, ਕਿਉਂਕਿ ਵਿੱਕੀ ਮਿੱਡੂ ਖੇੜਾ ਦਾ ਜੋ ਕਤਲ ਹੋਇਆ ਉਸ ਦੇ ਇਲਜ਼ਾਮਾਤ ਲਗਾਏ ਗਏ ਨੇ ਗੈਂਗ ਦੇ ਵੱਲੋਂ, ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ। ਔਰ ਲਗਾਤਾਰ ਜਿੰਨੀਆਂ ਵੀ ਪੋਸਟਾਂ ਪਾਈਆਂ ਗਈਆਂ ਜਾਂ ਜਿੱਥੇ ਵੀ ਉਹਨਾਂ ਨੇ ਦਾਅਵਾ ਕੀਤਾ, ਜਿੱਥੇ ਵੀ ਉਹਨਾਂ ਨੇ ਜ਼ਿੰਮੇਵਾਰੀ ਲਈ ਕਤਲ ਦੀ, ਤਾਂ ਉਸ ਦੇ ਵਿੱਚ ਇੱਕੋ ਹੀ ਜ਼ਿਕਰ ਹੁੰਦਾ ਸੀ ਕਿ ਅਸੀਂ ਕਤਲ ਤਾਂ ਕਰਾਇਆ ਕਿਉਂਕਿ ਵਿੱਕੀ ਮਿੱਡੂ ਖੇੜਾ ਕਤਲकांड ਦੇ ਵਿੱਚ ਉਹ ਇਨਵੋਲਵ ਸੀ। ਬਿਲਕੁਲ, ਤੇ ਜਿਸ ਤਰੀਕੇ ਪੂਰੇ ਦਾ ਪੂਰਾ ਮਾਮਲਾ ਸਾਹਮਣੇ ਆਇਆ ਔਰ ਜਿਸ ਤਰੀਕੇ ਇਹ ਤਾਂ ਬਿਲਕੁਲ ਅਹਿਮ ਮਸਲਾ ਹੈ। ਤਾਂ ਇਸ ਵੇਲੇ ਦੀ ਵੱਡੀ ਖਬਰ ਦੇ ਵੱਲ ਰੁਖ ਕਰ ਰਹੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ। ਬਿਲਕੁਲ, ਮੁੱਖ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ ਡਿਟੇਨ ਕੀਤਾ ਗਿਆ ਹੈ। ਸੀਐਮ ਨੇ ਵੱਡਾ ਬਿਆਨ ਦਿੱਤਾ ਹੈ, ਗੋਲਡੀ ਨੂੰ ਜਲਦ ਭਾਰਤ ਲੈ ਕੇ ਆਵਾਂਗੇ। ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਹੇ ਨੇ। ਬਿਲਕੁਲ ਇਹ ਵੱਡਾ ਬਿਆਨ ਦਿੱਤਾ ਗਿਆ। ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ ਡਿਟੇਨ ਕੀਤਾ ਗਿਆ। ਸੀਐਮ ਭਗਵੰਤ ਮਾਨ ਨੇ ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਵੇਲੇ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਸਾਫ਼ ਕਰ ਦਿੱਤਾ ਗਿਆ ਕਿ ਹੁਣ ਤੱਕ ਖਬਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਸੋਰਸਿਸ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਸੀ ਔਰ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਸੀ ਕਿ ਹੋ ਚੁੱਕੀ ਹੈ ਕਾਰਵਾਈ। ਹਾਲਾਂਕਿ ਨਿਊਜ਼ 18 ਪੰਜਾਬ ਲਗਾਤਾਰ ਇੱਕ ਪੁਆਇੰਟ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਡਿਟੇਨ ਕੀਤਾ ਗਿਆ ਗੋਲਡੀ ਬਰਾੜ ਨੂੰ ਔਰ ਕੀ ਇੱਥੇ ਪ੍ਰੋਸੀਜਰ ਰਿਹਾ ਹੈ ਸਾਰਾ। ਪਰ ਸਿੱਧੇ ਤੌਰ ਤੇ ਇਹ ਵੱਡਾ ਬਿਆਨ ਭਗਵੰਤ ਮਾਨ, ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਵੱਡਾ ਬਿਆਨ ਦੇ ਦਿੱਤਾ ਹੈ। ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਹੈ, ਕਲੀਅਰ ਕਰ ਦਿੱਤਾ ਹੈ ਕਿ ਗੋਲਡੀ ਬਰਾੜ ਨੂੰ ਜਲਦ ਭਾਰਤ ਲਿਆਂਦਾ ਜਾਵੇਗਾ ਕਿਉਂਕਿ ਅਮਰੀਕਾ 'ਚ ਡਿਟੇਨ ਹੋ ਚੁੱਕਿਆ ਹੈ। ਪ੍ਰੋਸੀਜਰ ਜਿਹੜਾ ਹੈਗਾ, ਪ੍ਰੋਸੀਜਰ ਹਾਲਾਂਕਿ ਕਿੰਨਾ ਵਕਤ ਲੈਂਦਾ ਹੈ ਪਰ ਕਾਰਵਾਈ ਜਿਹੜੀ ਹੈਗੀ ਉਹ ਸ਼ੁਰੂ ਹੋ ਗਈ ਹੈ। ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ। ਲਗਾਤਾਰ ਨਿਊਜ਼ 18 ਪੰਜਾਬ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਕਿਸ ਤਰੀਕੇ ਇਹ ਕਾਰਵਾਈ ਸ਼ੁਰੂ ਹੋਈ ਹੈ। ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ ਹੈ। ਗੋਲਡੀ ਬਰਾੜ ਨੂੰ ਫੜਿਆ ਗਿਆ, ਅਮਰੀਕਾ ਦੇ ਵਿੱਚ ਡਿਟੇਨ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਵੱਡਾ ਬਿਆਨ ਕਿ ਗੋਲਡੀ ਬਰਾੜ ਨੂੰ ਅਸੀਂ ਲੈ ਕੇ ਆ ਰਹੇ ਹਾਂ, ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਜਾਵੇਗਾ ਔਰ ਛੇਤੀ ਲਿਆਂਦਾ ਜਾਵੇਗਾ। ਬਿਲकुल और बयान एक बार सुन दिया। आज सुबह की
कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयाँ करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। अभी ਦੇ ਮੁਖੀ ਹੋਣ ਦੇ ਨਾਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਦੱਸ ਦਿੱਤਾ ਗਿਆ, ਤਸਦੀਕ ਕਰ ਦਿੱਤਾ ਗਿਆ ਹੈ ਕਿ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਜਾ ਚੁੱਕਾ ਹੈ, ਹਿਰਾਸਤ ਚ ਲਿਆ ਜਾ ਚੁੱਕਾ ਹੈ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਕਿਉਂਕਿ ਹੁਣ ਤੱਕ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸੀ, ਪਰ ਹੁਣ ਇਹ ਤਸਦੀਕ ਹੋ ਚੁੱਕੀ ਹੈ। ਗੋਲਡੀ ਬਰਾੜ डिटेन हो चुके हैं, गोल्डी बराड़ पकड़ च आ चुके हैं, गोल्डी बराड़ नूं काबू किया जा चुका है, निगरानी दे विच रख लिया गया। तो हुण एक कह सकते हैं कि अगे दा प्रोसेस शुरू होएगा, पर यह पहली खबर खास तौर पर सिद्धू मूसेवाला दे मापियां दे लई एक चंगी खबर है। गगन बिल्कुल, और जेकर भगवंत मान दे बयान नूं वर्ड टू वर्ड सी उन्होंने बकायदा यह कहा कि मैं बड़ा एक जिम्मेवारी दे नाल उन्होंने कहा कि मैं स्टेट दा हैड होने दे नाते, यानी उस कैपेसिटी दे विच सिर्फ एक पार्टी लीडर होने दे नाते नहीं, सिर्फ एक लीडर होने दे नाते नहीं, इस वेले जिहड़ा भगवंत मान दा बयान सामने आया उन्होंने कहा कि मैं स्टेट दा हेड होने दे नाते इस गल दी तस्दीक करदा है, कंफर्म कर रहे हैं कि गोल्डी बराड़ नूं डिटेन किया जा चुका है। यानी इसका मतलब क्या है, देखो स्टेट दे सीएम ने बयान दिता है तो स्टेट दे सीएम ने कंफर्म किया है सेंटर गवर्नमेंट तो बिल्कुल कि अजिही एक्टिविटी हुई है, और सेंटर वालों होम मिनिस्ट्री होवे या मिनिस्ट्री ऑफ फॉरेन अफेयर्स होवे उन्होंने इस गल नूं कंफर्म किया है। बाहरों जिहड़ी एम्बेसीज होंदियां ने उन्हां दे नाल कॉन्टैक्ट करके कि ये एक्टिविटी हुई है, उत्थे कार्रवाई हुई है, उत्थों यस हुई, सेंटर गवर्नमेंट ने यस की, स्टेट गवर्नमेंट ने, और स्टेट दे हेड होने दे नाते भगवंत मान भी यस करते नजर आए ने। हुण तक सूत्रां दे हवाले तो असीं कह रहे सीगे, पर हुण एक कंफर्म खबर हैगी है। पंकज दे कोल चलदे हैं। पंकज कपाही मेरे सहयोगी मौजूद ने फोन लाइन ते। पंकज, हुण तक सूत्रां दे हवाले तो एक खबर असीं दर्शकां तक पहुंचा रहे सी, पर भगवंत मान सीएम ने तस्दीक कर दिता है कि डिटेन हो चुके हैं गोल्डी बराड़ अमेरिका दे विच। बिल्कुल बिल्कुल गुरजोत, न्यूज़ 18 ने सब तो पहला ये खबर जिहड़ी है सवेरे ही दर्शकों के नाल साझी कीती सीगी, और सोर्सेस जो साडे अमेरिका दे विच बैठे हुए ने उन्हां दे हवाले तो असीं ये जानकारी दित्ती सीगी। और अज मुख्यमंत्री गुजरात दे विच सीगे, गुजरात दे विच प्रेस कॉन्फ्रेंस कर रहे सीगे, उन्हां ने खुद इस बाबत इस पूरी गलबात नूं लैके उन्होंने जो कहा, जो एक वड्डी स्टेटमेंट जिहड़ी है मुख्यमंत्री दी सामने आई, उन्होंने कहा कि मैं हैड ऑफ स्टेट होने के नाते ये बड़ी जिम्मेदारी नाल गल कह रहा कि जिहड़ा गोल्डी बराड़
डिटेन जी। कर लिता गया। उन्होंने कहा कि जल्द गोल्डी बराड़ ਨੂੰ ਜਿਹੜਾ ਵਾ ਉਹ ਪੰਜਾਬ ਲਿਆਂਦਾ ਜਾਏਗਾ ਔਰ सख्त तो सख्त सजा जी है गोल्डी बराड़ ਨੂੰ ਦਵਾਈ ਜਾਏਗੀ। ਇਹ ਮੁੱਖ ਮੰਤਰੀ ਨੇ ਇਸ ਬਾਬਤ ਕਿਹਾ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਏਜੰਸੀਆਂ ਦੇ ਨਾਲ ਪੰਜਾਬ ਪੁਲਿਸ ਦਾ ਜਿਹੜਾ ਤਾਲਮੇਲ ਲਗਾਤਾਰ ਚੱਲ ਰਿਹਾ ਸੀ। ਰੈੱਡ ਕੋਰਨਰ ਨੋਟਿਸ ਜਿਹੜਾ ਵਾ ਉਹ ਗੋਲਡੀ ਬਰਾੜ ਨੂੰ ਦਿੱਤਾ ਸੀਗਾ। ਜਿਸ ਤਰੀਕੇ ਦੇ ਨਾਲ ਯੂਐਸ ਦੇ ਵਿੱਚ ਜਿਹੜੀ ਅਸੀਂ ਸਵੇਰ ਤੋਂ ਜਿਹੜੀ ਸੋਰਸਿਸ ਤੋਂ ਜਿਹੜੇ ਸਾਡੇ ਅਮਰੀਕਾ 'ਚ ਬੈਠੇ ਸੋਰਸਿਸ ਜਾਣਕਾਰੀ ਦਿੰਦੇ ਸੀਗੇ ਉਸ ਤੋਂ ਉਸ ਗੱਲ ਨੂੰ ਮੋਹਰ ਲਗਾਉਂਦੇ ਹੋਏ ਮੁੱਖ ਮੰਤਰੀ ਨਜ਼ਰ ਆਏ। ਉਸ ਗੱਲ ਤੇ ਪੁਖਤਾ ਮੋਹਰ ਲਗਾਉਂਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ। ਔਰ ਉਹਨਾਂ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਕਿ ਡਿਟੇਨ ਕਰ ਲਿਓ। ਜਲਦ ਜਿਹੜੀ ਇੱਕ ਪ੍ਰਕਿਰਿਆ ਹੁੰਦੀ ਹੈ, ਜਿਹੜਾ ਇੱਕ ਸਿਸਟਮ ਹੁੰਦਾ ਹੈ ਯੂਐਸ ਦੀ ਜਿਹੜੀਆਂ ਤਮਾਮ ਪੁਲਿਸ ਹੈ ਜਾਂ ਏਜੰਸੀਆਂ ਹੈ ਉਹਨਾਂ ਦੇ ਨਾਲ ਤਾਲਮੇਲ ਬਿਠਾ ਕੇ ਜਲਦ ਤੋਂ ਜਲਦ ਪੰਜਾਬ ਲਿਆਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਗੋਲਡੀ ਬਰਾੜ ਨੂੰ ਕੀਤੀ ਜਾਏਗੀ। ਕਿਉਂਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਸ਼ਾਮ 7:15 ਵਜੇ ਦੇ ਕਰੀਬ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਸੀ। ਗੋਲਡੀ ਬਰਾੜ ਉਸ ਵੇਲੇ ਕੈਨੇਡਾ ਦੇ ਵਿੱਚ ਸੀ। ਗੋਲਡੀ ਬਰਾੜ ਨੇ ਕਿਸ ਤਰੀਕੇ ਦੇ ਨਾਲ ਹਥਿਆਰ ਮੁਹੱਈਆ ਕਰਵਾਏ, ਇਸ ਤਰੀਕੇ ਨਾਲ ਪਲੈਨਿੰਗ ਵਿਦੇਸ਼ ਦੇ ਵਿੱਚ ਰਚੀ, ਲੋਰੇ ਦੇ ਨਾਲ ਕਿਵੇਂ ਜੇਲ੍ਹ ਦੀ ਗੱਲਬਾਤ ਕੀਤੀ, ਇੱਕ ਪੂਰਾ ਤਾਣਾ ਬਾਨਾ ਜਾਂ ਇਹ ਕਹੀਏ ਕਿ ਮਾਸਟਰਮਾਈਂਡ ਜਿਹੜਾ ਵਾ ਉਹ ਪੂਰੇ ਕਤਲ ਦੇ ਵਿੱਚ ਸੀਗਾ। ਔਰ ਲਗਾਤਾਰ ਪੰਜਾਬ ਪੁਲਿਸ ਨਜ਼ਰ ਬਣਾ ਕੇ ਰੱਖੀ ਸੀ। ਗੈਂਗਸਟਰ ਐਂਟੀ ਟਾਸਕ ਫੋਰਸ ਜਿਹੜਾ ਪੰਜਾਬ ਪੁਲਿਸ ਦਾ ਉਹ ਲਗਾਤਾਰ ਨਜ਼ਰ ਬਣਾ ਕੇ ਰੱਖਿਆ ਸੀ। ਔਰ ਪੰਜਾਬ ਪੁਲਿਸ ਦੀ ਜਿਹੜੀ ਦਿੱਲੀ ਪੁਲਿਸ ਔਰ ਕੇਂਦਰ ਦੀ ਏਜੰਸੀਆਂ ਦੇ ਨਾਲ ਤਾਲਮੇਲ ਤੋਂ ਬਾਅਦ ਜਿਹੜਾ ਵਾ ਹੁਣ ਅਮਰੀਕਾ ਦੇ ਵਿੱਚ ਡਿਟੇਨ ਗੋਲਡੀ ਬਰਾੜ ਨੂੰ ਕਰ ਲਿੱਤਾ ਹੈ। ਇਸ ਗੱਲ ਦੀ ਪੁਖਤਾ ਜਾਣਕਾਰੀ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗੁਜਰਾਤ ਦੇ ਵਿੱਚ ਦਿੱਤੀ ਗਈ ਹੈ। ਜੀ ਬਿਲकुल ठीक है पंकज, धन्यवाद है तमाम जानकारी ਲਈ। ਤਾਂ ਇਸ ਦੇ ਵਿੱਚ ਤਿੰਨ ਚੀਜ਼ਾਂ ਨੇ। ਪਹਿਲਾ ਤਾਂ ਇਹ ਹੈ ਕਿਉਂਕਿ ਹੁਣ ਤੱਕ ਇਹ ਜਾਣਕਾਰੀ ਜਿਹੜੀ ਹੈ ਸੋਰਸਿਸ ਤੋਂ ਆ ਰਹੀ ਸੀ ਤਾਂ ਹੁਣ ਇਹ ਤਸਦੀਕ ਹੋ ਚੁੱਕਿਆ ਹੈ, ਪੁਸ਼ਟੀ ਕਰ ਦਿੱਤੀ ਹੈ ਸੀਐਮ ਭਗਵੰਤ ਮਾਨ ਨੇ ਕਿ ਗੋਲਡੀ ਬਰਾੜ ਫੜਿਆ ਗਿਆ। ਤਾਂ ਦੂਜਾ ਸਿੱਧੂ ਮੂਸੇਵਾਲਾ ਦੇ ਮਾਪੇ ਜਿਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਉਦੋਂ ਤੱਕ ਵਿਸ਼ਵਾਸ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਪੁਖਤਾ ਤੌਰ ਤੇ ਇਹ ਪਤਾ ਨਹੀਂ ਲੱਗ ਜਾਂਦਾ, ਯਾਨੀ ਕਿ ਹੁਣ ਇਹ ਪੂਰਾ ਸਾਫ਼ ਹੋ ਚੁੱਕਿਆ ਹੈ ਕਿ ਗੋਲਡੀ ਬਰਾੜ डिटेन हो चुका है अमेरिका ਦੇ ਵਿੱਚ। ਔਰ ਸੀਐਮ ਭਗਵੰਤ ਮਾਨ ਨੇ ਇਹ ਬਿਆਨ ਦਿੱਤਾ। बिल्कुल, और सीएम भगवंत मान ने बयान की दिता। एक बार फिर सुनाने संक्षेप विच बयान, और उस बयान के मायने बहुत बड़े ने। की कह रहे हैं मुख्यमंत्री भगवंत मान, ये सुनाने। अभी आज सुबह की न्यूज है जो कि कंफर्म न्यूज है, मैं बीइंग ए हेड ऑफ स्टेट ये बता रहा हूं कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयां करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। तो ये गैंगस्टर कल्चर बड़ी जल्दी, मैं पहले ही बोल चुका हूं पंजाब में बड़ी जल्दी गैंगस्टर कल्चर आपको ख़त्म मिलेगा। वो बाहर बैठे हैं इसलिए हमें थोड़ा थ्रू द चैनल जाना पड़ रहा है। रिसेंटली अभी हमने गोल्डी बराड़ को रेड कॉर्नर नोटिस जारी करवाया था होम मिनिस्ट्री से, तो अभी हमें पता चला है वो डिटेन हो गया है। जल्दी ही उसको यहाँ पे लाया जाएगा। बड़ी बड़ी हत्याओं में उसका हाथ है और कानून के मुताबिक उसको सख्त से सख्त। अभी आज सुबह की न्यूज़ है जो कि कंफर्म न्यूज़ है, मैं बीइंग ए हेड ऑफ स्टेट ये बता रहा हूँ कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयां करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। तो ये गैंगस्टर कल्चर बड़ी जल्दी, मैं पहले ही बोल चुका हूं पंजाब में बड़ी जल्दी गैंगस्टर कल्चर आपको ख़त्म मिलेगा। वो बाहर बैठे हैं इसलिए हमें थोड़ा थ्रू द चैनल जाना पड़ रहा है। रिसेंटली अभी हमने गोल्डी बराड़ को रेड कॉर्नर नोटिस जारी करवाया था होम मिनिस्ट्री से, तो अभी हमें पता चला है वो डिटेन हो गया है। जल्दी ही उसको यहाँ पे लाया जाएगा। बड़ी बड़ी हत्याओं में उसका हाथ है और कानून के मुताबिक उसको सख्त से सख्त सजा मिलेगी और परिवारों को इंसाफ मिलेगा। न्यूज़ 18 ਦੀ ਖਬਰ ਤੇ ਮੋਹਰ ਲੱਗੀ ਹੈ। ਸਭ ਤੋਂ ਪਹਿਲਾਂ न्यूज़ 18 ਪੰਜਾਬ ਦੇ ਵੱਲੋਂ ਇਹ ਖਬਰ ਜਿਹੜੀ ਹੈ ਦਰਸ਼ਕਾਂ ਤੱਕ ਪਹੁੰਚਾਈ ਗਈ ਸੀ ਸਵੇਰ ਦੇ ਵੇਲੇ ਕਿ ਗੋਲਡੀ ਬਰਾੜ ਡਿਟੇਨ ਹੋ ਗਿਆ। ਹਾਲਾਂਕਿ ਉਸ ਵੇਲੇ ਸੋਰਸਿਸ ਦੇ ਹਵਾਲੇ ਤੋਂ ਇਹ ਖਬਰ ਸੀ। ਤਾਂ ਹੁਣ ਗੋਲਡੀ ਬਰਾੜ ਦੀ ਰਫ਼ਤਾਰ ਤੇ
ब्रेक लगी है, कित्थे तक दौड़ जिहड़ी है उसी साफ तौर ते लगातार चर्चा हुंदी रही है। कैनेडा तो कैलिफोर्निया गया क्योंकि सब तक ये जानकारी पहुंच गई सी कि कैनेडा दे विच गोल्डी बराड़ है, पर उसने टिकाणे बदले और किस तरीके दे नाल हुण डिटेन कीता गया है। ये जानकारी लगातार असीं दर्शकां तक पहुंचा रहे हां क्योंकि 20 नवंबर नूं ये जानकारी है गगन कि उसे नेड़े तेड़े ये डिटेन कर लिया गया सी। बिल्कुल 20 नवंबर के नेड़े तेड़े डिटेन किया गया सी गुरजोत। और सब तो वड्डी गल हुण डिटेल्ड जिहड़ा बयान है मुख मंत्री का बयान जेकर असीं ਜਿਹੜਾ ਦਰਸ਼ਕਾਂ ਨੂੰ ਸੁਣਾਇਆ ਡਿਟੇਲਡ ਬਿਆਨ ਜਿਹੜਾ ਹੈਗਾ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਗੈਂਗਸਟਰ ਸੀਗਾ ਵੱਡੇ ਪੱਧਰ ਦਾ, ਅਸੀਂ ਇਸ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਾਇਆ ਸੀਗਾ ਕੇਂਦਰ ਸਰਕਾਰ ਨੂੰ ਅਪੀਲ ਕਰਕੇ, ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਤੇ ਕਨਫਰਮ ਇਹ ਹੋਇਆ ਕਿ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ। ਕੈਲੀਫੋਰਨੀਆ ਨੇ ਸਾਨੂੰ ਦੱਸਿਆ, ਕੈਲੀਫੋਰਨੀਆ ਦੇ ਨਾਲ ਵੀ ਸਾਡਾ ਰਾਬਤਾ ਕਾਇਮ ਹੈ, ਯਾਨੀ ਉੱਥੇ ਜਿਹੜੀ ਇੰਡੀਅਨ ਐਮਬੈਸੀ ਹੈ, ਇੰਡੀਅਨ ਆਫੀਸਰਸ ਜਿਹੜੇ ਉੱਥੇ ਡਿਪੋਰਟ ਹੁੰਦੇ, ਜਿਹੜੇ ਅਪਾਇੰਟ ਹੁੰਦੇ ਨੇ, ਉਹਨਾਂ ਨੇ ਇਹ ਕਨਫਰਮ ਕੀਤਾ ਕਿ ਹਾਂ ਉਸ ਨੂੰ डिटेन किया गया है। ते सब तो वड्डी गल यह है कि इकल्ला रेड कॉर्नर नोटिस कम नहीं करता, इसते बारे एक अहम गल यह है कि 211 इंडियन अजिहे ने जिन्हां दे खिलाफ इंटरपोल ने रेड कॉर्नर नोटिस जारी किया हुआ है। इंटरपोल की वैबसाइट ते टोटल वेरवा हैगा उन्हां दा, इंडियन से जेकर वेरवा तुसीं देखो तो 211 इंडियन निकलदे, वड्डा आंकड़ा हैगा। उस दे विच पहली लाइन दे विच जेकर जदों क्योंकि तस्वीरां दे नाल आंदा वो आंकड़ा, पहली लाइन दे विच दूजी या तीजी फोटो जिहड़ी है कि सतविंदरजीत सिंह उस गोल्डी बराड़ दी है ते गोल्डी बराड़ के खिलाफ भी रेड कॉर्नर नोटिस जारी हुआ से उस तो पहला भी हो चुका है कई लोगों के खिलाफ, पर एक प्रेशर बिल्डअप जिहड़ा हैगा वो किया गया है किते ना किते। ये समझना होएगा सानू कि 211 इंडियंस के खिलाफ रेड कॉर्नर नोटिस जारी है जिहड़ा इंटरपोल दा आंकड़ा है, उन्हां चों गोल्डी बराड़ दा डिटेन होना, इसका मतलब की हैगा एक प्रेशर बिल्डअप होया, एक प्रेशर बिल्डअप एक्सरसाइज हुई है क्योंकि लगातार हो गई रहा सी पंजाब विच। तुहानूं एक बार थोड़ा जिहा असीं जेकर थोड़ा जिहा बैकग्राउंड विच जाइए, पंकज दे कोल भी चलांगे असीं थोड़ा जिहा बैकग्राउंड विच जाइए, तां सिद्धू मूसेवाले दे कतल तो बाद ਜਿਹੜੇ ਕਤਲ ਹੋਰ ਹੋਏ ਨੇ, ਚਾਹੇ ਭਾਵੇਂ ਉਹ ਪ੍ਰਦੀਪ ਸਿੰਘ ਦਾ ਕਤਲ ਹੋਇਆ ਜਾਂ ਇਸ ਤਰੀਕੇ ਦੀਆਂ ਹੋਰ ਵਾਰਦਾਤਾਂ ਹੋਈਆਂ, ਉਸ ਦੇ ਵਿੱਚ ਗੋਲਡੀ ਬਰਾੜ ਬਾਹਰ ਬੈ ਕੇ ਸੋਸ਼ਲ ਮੀਡੀਆ ਤੇ ਜਿਸ ਦਿਨ ਕਤਲ ਹੁੰਦਾ ਜਾਂ ਤਾਂ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ ਯਾਨੀ 24 ਘੰਟੇ ਦੇ ਅੰਦਰ ਅੰਦਰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਬੜੀ ਜ਼ਿੰਮੇਵਾਰੀ ਲੈ ਰਿਹਾ ਸੀ ਕਿ ਮੈਂ ਇਹ ਕੰਮ ਕਰਾ ਰਿਹਾ, ਔਰ ਉਸ ਨੂੰ ਕਿਹੜਾ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਨੂੰ ਉਹ ਰੰਗ ਦੇ ਰਿਹਾ ਸੀਗਾ ਧਾਰਮਿਕ ਪੱਖ ਦਾ। ਤੁਹਾਨੂੰ ਯਾਦ ਹੋਏਗਾ ਨਿਊਜ਼ 18 ਪੰਜਾਬ ਦੇ ਨਿਊਜ਼ 18 ਦੇ ਸਾਡੇ ਸਹਿਯੋਗੀ ਆਨੰਦ ਤਿਵਾਰੀ ਨੂੰ ਜਦੋਂ ਵੀਡੀਓ ਕਾਲ ਕੀਤੀ ਹੈ ਗੋਲਡੀ ਬਰਾੜ ਨੇ, उस वीडियो कॉल दे विच भी गोल्डी बराड़ इन्हां सारे कामां दे पिछे हवाला ये दे रहा सी कि असीं तां पंथ दा काम कीता, असीं धर्म दा काम कीता है। यानी किते ना किते जेड़ा काम टेररिस्ट करदे ने, टेररिस्ट की करदे ने, कतल गारत करदे ने, लोकां नूं मारदे ने और उस नूं फिर साबित करन दी कोशिश करदे ने कि असीं किसी खास मजहब दे लिए काम कर रहे हैं। ਉਹੀ रंग दे रहा सीगा गोल्डी बराड़ विदेशों में बैठ के इस सारे कतलो गारत में बिल्कुल वो कोशिश कर रहा सी। सो इस करके एक प्रेशर बिल्डअप होया, एक्सरसाइज हुई और उस तो बाद सिर्फ रेड कॉर्नर नोटिस नहीं हुण डिटेन कर लिया गया। पंकज दे कोल चलदे हैं, पंकज कन्फर्मेशन हुई है, कन्फर्मेशन सीएम दे वल्लों और डिटेल कन्फर्मेशन की है सीएम ने कि साडी गलबात हुई है, असी रेड कॉर्नर नोटिस जारी कराया और हुण डिटेन कर लिया गया गोल्डी नूं। बिल्कुल बिल्कुल गगन, सब तो पहला न्यूज़ 18 ਇਹ ਖਬਰ ਸਵੇਰ ਤੋਂ ਪ੍ਰਮੁਖਤਾ ਦੇ ਨਾਲ ਬੜੀ ਜ਼ਿੰਮੇਵਾਰੀ ਦੇ ਨਾਲ ਦਿਖਾ ਰਿਹਾ ਸੀਗਾ। ਜਿਹੜੇ ਸਾਡੇ ਅਮਰੀਕਾ ਦੇ ਵਿੱਚ ਸੋਰਸਿਸ ਬੈਠੇ ਨੇ ਉਹਨਾਂ ਦੇ ਹਵਾਲੇ ਤੋਂ ਲਗਾਤਾਰ ਅਸੀਂ ਇਹ ਖਬਰ ਨੂੰ ਦਿਖਾ ਰਹੇ ਸੀਗੇ ਔਰ ਮੁੱਖ ਮੰਤਰੀ ਦਫ਼ਤਰ ਦੇ ਨਾਲ ਲਗਾਤਾਰ ਅਸੀਂ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਹੇ ਸੀ, ਡੀਜੀਪੀ ਦਫ਼ਤਰ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਪਾਸੋਂ ਕੋਈ ਸਟੇਟਮੈਂਟ ਆਵੇ, ਕੋਈ ਗੱਲਬਾਤ ਕੀਤੀ ਜਾਵੇ ਕਿਉਂਕਿ ਸੋਰਸਿਸ ਤੋਂ ਇਹ ਬਹੁਤ ਵੱਡੀ ਖਬਰ ਸੀਗੀ। ਔਰ ਅੱਜ ਮੁੱਖ ਮੰਤਰੀ ਗੁਜਰਾਤ ਦੇ ਵਿੱਚ ਨੇ, ਗੁਜਰਾਤ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਤਾਂ ਉਹਨਾਂ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ। ਉਹਨਾਂ ਨੇ ਇਸ ਬਾਬਤ ਕਿਹਾ ਕਿ ਜਿਹੜੀ ਖਬਰ ਦਿਖਾਈ ਜਾ ਰਹੀ ਸੀਗੀ ਉਸ ਬਾਰੇ ਜਾਣਕਾਰੀ ਮਿਲੀ ਹੈ, ਉਸ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਜ਼ਿੰਮੇਵਾਰੀ ਦੇ ਨਾਲ ਹੈੱਡ ਆਫ ਸਟੇਟ ਹੋਣ ਦੇ ਨਾਤੇ ਇਹ ਦੱਸ ਰਿਹਾ ਕਿ ਗੋਲਡੀ ਬਰਾੜ ਨੂੰ डिटेन कर लिता गया है। उन्होंने कहा कि गोल्डी बराड़ नूं डिटेन कर लिता गया है क्योंकि पंजाब पुलिस लगातार केंद्र सरकार दीयां जिहड़ियां एजेंसियां ने उन्हां दे नाल तालमेल बना के बैठियां हुई सीगियां और क्योंकि इस गल दा क्लीयर सीगा कि गोल्डी बराड़ कैनेडा या अमेरिका दे विच है, कैनेडा तो उसने लोकेशन बदल के अमेरिका चला गया और जिस तरीके दे नाल किसी कतल नूं कर क्योंकि पहला सिद्धू मूसेवाला दा कतल किया ਉਹਨੇ ਫੇਸਬੁੱਕ ਤੇ ਜ਼ਿੰਮੇਵਾਰੀ ਲਈ, ਉਸ ਤੋਂ ਬਾਅਦ ਪ੍ਰਦੀਪ ਦਾ ਕਤਲ ਹੋਇਆ ਫਿਰ ਫੇਸਬੁੱਕ ਤੇ ਜ਼ਿੰਮੇਵਾਰੀ ਲਈ। ਹਾਲਾਂਕਿ ਜਿਹੜੇ ਆਈਪੀ ਦੇ ਜ਼ਰੀਏ ਯਾਨੀ ਕਿ ਇੰਟਰਨੈਟ ਦੇ ਜ਼ਰੀਏ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਸ ਵੇਲੇ ਤੱਕ ਉਹ ਡਿਲੀਟ ਜਿਹੜੀ ਹੈ ਪੋਸਟ ਕਰ ਦਿੱਤੀ ਜਾਂਦੀ ਸੀਗੀ, ਲੇਕਿਨ ਏਜੰਸੀਆਂ ਦੀ ਪੂਰੀ ਨਜ਼ਰ ਸੀ, ਸਾਈਬਰ ਸੈੱਲ ਦੀ ਪੂਰੀ ਨਜ਼ਰ ਸੀਗੀ ਕਿ ਕਿਸ ਲੋਕੇਸ਼ਨ ਤੇ ਗੋਲਡੀ ਬਰਾੜ ਹੋ ਸਕਦਾ ਹੈ ਕਿਉਂਕਿ ਗੋਲਡੀ ਬਰਾੜ ਤੇ ਜਿਹੜੇ ਗੁਰਗੇ ਵੀ ਫੜੇ
ਉਸ ਤੋਂ ਵੀ ਕੁਝ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਲੀ ਸਪੈਸ਼ਲ ਸੈੱਲ ਨੂੰ ਮਿਲੀ। ਲਾਰੈਂਸ ਬਿਸ਼ਨੋਈ ਪਹਿਲਾਂ ਤੋਂ ਗਿਰਫਤ ਦੇ ਵਿੱਚ ਹੈ, ਇਸ ਵੇਲੇ ਦਿੱਲੀ ਦੇ ਵਿੱਚ ਹੈ। ਤਾਂ ਇਹ ਸਾਰੀ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਲਗਭਗ 6 ਮਹੀਨੇ 8 ਮਹੀਨੇ ਲੱਗੇ ਨੇ ਔਰ 6 ਮਹੀਨਿਆਂ ਬਾਅਦ ਹੁਣ ਗੋਲਡੀ ਬਰਾੜ ਨੂੰ ਡਿਟੇਨ ਕਰ ਲਿੱਤਾ ਗਿਆ ਹੈ। ਇਹ ਮੁੱਖ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਨੇ ਇਸ ਬਾਬਤ ਕਿਹਾ ਹੈ ਕਿ ਜਲਦ ਗੋਲਡੀ ਬਰਾੜ ਨੂੰ ਭਾਰਤ ਲਿਆਇਆ ਜਾਏਗਾ, ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਔਰ ਪਰਿਵਾਰ ਨੂੰ, ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ ਲਗਾਤਾਰ ਇਸ ਗੱਲ ਨੂੰ ਕਹਿ ਰਹੇ ਨੇ, ਪੰਜਾਬ ਪੁਲਿਸ ਨੂੰ ਲਗਾਤਾਰ ਕਹਿੰਦੇ ਹੋਏ ਨਜ਼ਰ ਆਉਂਦੇ ਨੇ, ਪੰਜਾਬ ਦੇ ਲੋਕਾਂ ਨੂੰ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਮੇਰਾ ਪੁੱਤਰ ਚਲਾ ਗਿਆ, ਇਨਸਾਫ ਕਦੋਂ ਮਿਲੇਗਾ। ਤਾਂ ਉਸ ਪਰਿਵਾਰ ਨੂੰ, ਸਿੱਧੂ ਦੇ ਪਿਤਾ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਲਦ ਇਨਸਾਫ ਜਿਹੜਾ ਵੈ ਉਹ ਉਸ ਪਰਿਵਾਰ ਨੂੰ ਮਿਲੇਗਾ, ਕਿਉਂਕਿ ਇਹ ਮੁਹਿੰਮ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇੰਟਰਨੈਸ਼ਨਲ ਲੈਵਲ ਤੇ ਵੀ ਚਲਾ ਦਿੱਤੀ ਸੀ। ਤੁਸੀਂ ਦੇਖਿਆ ਹੋਣਾ ਯੂਕੇ ਗਏ, ਯੂਕੇ ਦੇ ਉੱਥੇ ਮੈਂਬਰ ਪਾਰਲੀਮੈਂਟ ਨੂੰ ਗਏ, ਵਿਦੇਸ਼ਾਂ 'ਚ ਜਦੋਂ ਜਾ ਰਹੇ ਸੀਗੇ, ਜਿਹੜੇ ਇੰਟਰਨੈਸ਼ਨਲ ਗਾਇਕ ਨੇ, ਜਿਹੜੇ ਰੈਪਰ ਨੇ, ਜਿਹੜੇ ਸਿੱਧੂ ਮੂਸੇਵਾਲਾ ਨਾਲ ਕੰਮ ਕਰ ਚੁੱਕੇ ਨੇ, ਉਹਨਾਂ ਨੇ ਵੀ ਇੱਕ ਮੁਹਿੰਮ, ਇੱਕ ਮੋਮੈਂਟੋ ਚਲਾਈ ਸੀਗੀ ਔਰ ਅਮਰੀਕਾ ਦੀ ਏਜੰਸੀਆਂ ਨੂੰ ਵੀ ਇਸ ਬਾਬਤ ਜਾਣਕਾਰੀ ਮਿਲੀ ਸੀਗੀ। ਤਾਂ ਇਹ ਇਸ ਗੱਲ ਦੀ ਤਸਦੀਕ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਰ ਦਿੱਤੀ ਗਈ ਹੈ ਕਿ ਗੋਲਡੀ ਬਰਾੜ ਹੁਣ ਡਿਟੇਨ ਕਰ ਲਿੱਤਾ ਗਿਆ ਹੈ। ਲੇਕਿਨ ਜਿਹੜਾ ਇੱਕ ਪੂਰਾ ਅਸੀਂ ਵੀ ਗੱਲਬਾਤ ਕੀਤੀ ਹੈ ਨਿਊਜ਼ 18 ਪੰਜਾਬ ਨੇ, ਜਿਸ ਵੇਲੇ ਅਸੀਂ ਖਬਰ ਦਿਖਾਈ ਹੈ ਦਰਸ਼ਕਾਂ ਨੂੰ ਕਿ ਡਿਟੇਨ ਹੋ ਗਿਆ ਹੈ ਗੋਲਡੀ ਬਰਾੜ, ਤਾਂ ਉਹਨਾਂ ਦਾ ਕਹਿਣਾ ਸੀ ਬਲਕੌਰ ਸਿੰਘ ਹੋਰਾਂ ਦਾ ਕਿ ਮੈਂ ਵਿਸ਼ਵਾਸ ਉਦੋਂ ਤੱਕ ਨਹੀਂ ਕਰਾਂਗਾ ਜਦੋਂ ਤੱਕ ਮੈਨੂੰ ਪੂਰੀ ਪੁਖਤਾ ਜਾਣਕਾਰੀ ਨਹੀਂ ਹੁੰਦੀ। ਯਾਨੀ ਕਿ ਪਹਿਲੀ ਵਾਰ 'ਚ ਤਾਂ ਇਹ ਵਿਸ਼ਵਾਸ ਕਰਨਾ ਵੀ ਔਖਾ ਲੱਗ ਰਿਹਾ ਸੀ, ਅਚੰਭਾ ਲੱਗ ਰਿਹਾ ਸੀ ਕਿ ਗੋਲਡੀ ਬਰਾੜ ਨੂੰ ਵਾਕਈ ਡਿਟੇਨ ਕੀਤਾ ਜਾ ਸਕਦਾ ਹੈ, ਜੋ ਬਿਲਕੁਲ ਅਲੋਪ ਸੀਗਾ ਇਸ ਸਮੇਂ ਔਰ ਲਗਾਤਾਰ ਚਰਚਾਵਾਂ ਭਾਰਤ 'ਚ ਪੰਜਾਬ 'ਚ ਹੁੰਦੀਆਂ ਸੀ, ਵੱਡਾ ਕਤਲ ਕਰਵਾਉਂਦਾ ਹੈ ਪਰ ਉਹ ਲੁਕਿਆ ਬੈਠਾ ਸੀ। ਔਰ ਤਾਂ ਵੀ ਅਹਿਮ ਹੈ, ਜ਼ਿਕਰ ਇਹ ਵੀ ਕਰਾਂਗੇ ਜਦੋਂ ਪਿਛਲੇ ਦਿਨਾਂ 'ਚ ਡੀਜੀਪੀ ਗੌਰਵ ਯਾਦਵ ਬਿਆਨ ਦਿੰਦੇ ਨੇ ਕਿ ਜਲਦੀ ਗੋਲਡੀ ਬਰਾੜ ਨੂੰ ਪੰਜਾਬ ਲਿਆਂਦਾ ਜਾਏਗਾ ਕਾਬੂ ਕਰਕੇ। ਪੰਕਜ, ਦੇਖੋ ਪੰਜਾਬ ਦੇ ਡੀਜੀਪੀ ਪਿਛਲੇ 4 ਮਹੀਨਿਆਂ ਤੋਂ ਇਸ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਸੀ। ਲਗਾਤਾਰ ਕੇਂਦਰ ਸਰਕਾਰ ਦੀ ਏਜੰਸੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ। ਜਿਹੜੇ ਗੁਰਗੇ ਵੀ ਫੜੇ ਗਏ, ਉਹਨਾਂ ਤੋਂ ਜਿਹੜੇ ਇਨਪੁਟ ਮਿਲੇ, ਉਸ ਦੇ ਆਧਾਰ ਤੇ ਕਿ ਕਿਵੇਂ ਗੋਲਡੀ ਬਰਾੜ ਨੂੰ ਇੰਡੀਆ ਲਿਆਂਦਾ ਜਾਵੇ, ਕਿਵੇਂ ਉਸ ਨੂੰ ਉੱਥੇ ਡਿਟੇਨ ਕੀਤਾ ਜਾਵੇ, ਕਿਵੇਂ ਉਸ ਦੇ ਉੱਤੇ ਸ਼ਿਕੰਜਾ ਕੱਸਿਆ ਜਾਵੇ। ਪੰਜਾਬ ਦੇ ਡੀਜੀਪੀ ਮੁੱਖ ਮੰਤਰੀ ਲਗਾਤਾਰ ਇਸ ਬਾਬਤ ਜਿਹੜਾ ਵੈ ਉਹ ਗੱਲਬਾਤ ਕਰ ਰਹੇ ਸੀਗੇ। ਲੇਕਿਨ ਇਹ ਇੰਨਾ ਆਸਾਨ ਨਹੀਂ ਹੁੰਦਾ ਕਿ ਵਿਦੇਸ਼ ਜਾ ਕੇ ਪੰਜਾਬ ਪੁਲਿਸ ਜਾਵੇ ਜਾਂ ਕੇਂਦਰ ਦੀ ਏਜੰਸੀ ਜਾਵੇ ਔਰ ਗ੍ਰਿਫਤਾਰ ਕਰਕੇ ਲੈ ਕੇ ਆਇਆ ਜਾਵੇ। ਤਾਂ ਅਜਿਹੇ 'ਚ ਸਮਾਂ ਲੱਗਾ, ਸਮਾਂ ਇਸ ਕਰਕੇ ਵੀ ਲੱਗਾ ਕਿਉਂਕਿ ਇਹ ਇੰਟਰਨੈਸ਼ਨਲ ਇਹ ਪੂਰੀ ਜਿਹੜਾ ਇਸ ਕਤਲੋ ਗਾਰਤ ਨੂੰ ਕੀਤਾ ਗਿਆ। ਤਾਂ ਅਜਿਹੇ ਚ ਹੁਣ ਅਹਿਮ ਹੈ ਕਿਉਂਕਿ ਮੁੱਖ ਮੰਤਰੀ ਨੇ ਇੱਕ ਗੱਲ ਹੋਰ ਬੜੀ ਸਪਸ਼ਟਤਾ ਦੇ ਨਾਲ ਕਹੀ ਹੈ ਕਿ ਸਮਾਂ ਲੱਗਦਾ ਹੈ ਜਦੋਂ ਇਸ ਤਰੀਕੇ ਨਾਲ ਵਿਦੇਸ਼ ਤੋਂ ਕਿਸੇ ਨੂੰ ਲਿਆਣਾ ਜਾਂਦਾ ਹੋਵੇ, ਯਾਨੀ ਕਿ 2-4 ਦਿਨ ਨਹੀਂ, ਕਿੰਨਾ ਸਮਾਂ ਲੱਗੇਗਾ। ਇਸ ਦੇ ਵਿੱਚ ਇਹ ਵੀ ਵੇਖਣਾ ਹੋਏਗਾ ਕਿ ਗੋਲਡੀ ਬਰਾੜ ਜਿਹੜਾ ਅਮਰੀਕਾ 'ਚ ਗਿਆ ਸੀ, ਕੀ ਉੱਥੋਂ ਦੀ ਨਾਗਰਿਕਤਾ ਲਈ ਸੀ ਜਾਂ ਨਾਗਰਿਕਤਾ ਨਹੀਂ ਲਈ ਸੀ, ਤਾਂ ਕੀ ਉੱਥੋਂ ਦੇ ਕਿਸ ਤਰੀਕੇ ਨਾਲ ਵੀਜ਼ੇ ਦੇ ਉੱਤੇ ਰਹਿ ਰਿਹਾ ਸੀਗਾ। ਉਸੇ ਦੇ ਆਧਾਰ ਤੇ ਉਹ ਪੂਰਾ ਇੱਕ ਪ੍ਰੋਟੋਕੋਲ ਚੱਲੇਗਾ, ਪੂਰਾ ਇੱਕ ਪ੍ਰੋਸੈਸ ਚੱਲੇਗਾ ਔਰ ਉਸ ਤੋਂ ਬਾਅਦ ਹੀ ਜਿਹੜਾ ਉਸ ਨੂੰ ਲਿਆਂਦਾ ਜਾਏਗਾ। ਮੁੱਖ ਮੰਤਰੀ ਨੇ ਇੱਕ ਗੱਲ ਨੂੰ ਮੰਨਿਆ ਹੈ ਕਿ ਜਦੋਂ ਵਿਦੇਸ਼ 'ਚ ਇਸ ਤਰੀਕੇ ਨਾਲ ਕੋਈ ਕਾਤਲ ਬੈਠਾ ਹੋਵੇ ਜਾਂ ਸਾਜ਼ਿਸ਼ ਕਰਤਾ ਜਾਂ ਮਾਸਟਰਮਾਈਂਡ ਬੈਠਾ ਹੋਵੇ ਤਾਂ ਉਸ ਨੂੰ ਲਿਆਉਣ 'ਚ ਸਮਾਂ ਲੱਗਦਾ ਹੈ ਔਰ ਇਸੇ ਵਜ੍ਹਾ ਕਰਕੇ ਦੇਰੀ ਲੱਗੀ। ਇੱਕ ਮੁੱਖ ਮੰਤਰੀ ਨੇ ਇਹ ਵੀ ਜਿਹੜਾ ਵੈ ਜਦੋਂ ਬਿਆਨ ਦਿੱਤਾ ਤਾਂ ਉਹਨਾਂ ਨੇ ਕਿਹਾ ਹੁਣ ਕਿੰਨਾ ਸਮਾਂ ਲੱਗੇਗਾ, ਕਿਵੇਂ ਇਹ ਪ੍ਰੋਸੈਸ ਚੱਲੇਗਾ, ਇਸ ਦਾ ਇੰਤਜ਼ਾਰ ਰਹੇਗਾ। ਡੀਜੀਪੀ ਦਫ਼ਤਰ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ, ਡੀਜੀਪੀ ਦਫ਼ਤਰ ਵੱਲੋਂ ਹੋਰ ਥੋੜੀ ਕਲੀਅਰੈਂਸ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਪੰਕਜ, ਪਰ ਇਸ ਦੇ ਵਿੱਚ ਇੰਪੋਰਟੈਂਟ ਕੀ ਹੈ? ਇੰਪੋਰਟੈਂਟ ਜਿਹੜਾ ਹੈਗਾ ਉਹ ਇਹ ਹੈ ਕਿ ਗੋਲਡੀ ਬਰਾੜ ਦਾ ਡਿਟੇਨ ਹੋਣਾ, ਕਿਉਂਕਿ ਅਬਰੋਡ ਕੋਈ ਗਿਆ, ਯੂਐਸ ਗਿਆ ਜਾਂ ਯੂਕੇ ਗਿਆ, ਉਸ ਨੂੰ ਡਿਟੇਨ ਵੀ ਕਰ ਲਿਆ ਜਾਵੇ ਤਾਂ ਉਸ ਦੇ ਪਿੱਛੇ ਵੀ ਇੱਕ ਪੂਰੀ ਐਕਸਰਸਾਈਜ਼ ਹੁੰਦੀ ਹੈ, ਐਕਸਰਸਾਈਜ਼ ਡਾਕੂਮੈਂਟੇਸ਼ਨ ਦੀ, ਐਕਸਰਸਾਈਜ਼ ਉਸ ਦੇ ਖਿਲਾਫ ਸਾਰੇ ਸਬੂਤ ਇਕੱਠੇ ਕਰਕੇ ਜਿਹੜਾ ਡੋਜ਼ੀਅਰ ਬਣਾ ਕੇ ਦੇਣਾ ਕਿ ਇਸ ਨੂੰ ਡਿਟੇਨ ਕੀਤਾ ਜਾਣਾ ਜ਼ਰੂਰੀ ਹੈ। ਇਹ ਸੋਸਾਇਟੀ ਲਈ ਖਤਰਾ ਹੈ ਔਰ ਸੋਸਾਇਟੀ ਸਿਰਫ ਇੰਡੀਅਨ ਸੋਸਾਇਟੀ ਨਹੀਂ, ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਸ਼ਖਸ ਹੈ, ਇਸ ਨੂੰ ਜਿੱਥੇ ਵੀ ਇਹ ਰਹੇਗਾ ਉੱਥੇ ਕ੍ਰਾਈਮ ਕਰ ਸਕਦਾ ਹੈ। ਇਹ ਐਸ਼ੋਰੈਂਸ ਉਹਨਾਂ ਏਜੰਸੀਜ਼ ਨੂੰ ਦਿਵਾਣਾ, ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਕੇਸਿਸ ਨੇ, ਮੈਂ ਗੁਰਜੋਤ ਦੇ ਨਾਲ ਵੀ ਇਹ ਗੱਲ ਕਰ ਰਿਹਾ ਸੀ ਕਿ 211 ਇੰਡੀਅਨਸ ਨੇ ਜਿਨ੍ਹਾਂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੈ ਇੰਟਰਪੋਲ ਦਾ, ਇੰਟਰਪੋਲ ਦੀ ਸਾਈਟ ਤੇ ਉਹਨਾਂ ਦੀ ਡਿਟੇਲਸ ਹੈਗੀਆਂ ਨੇ। ਗੋਲਡੀ ਬਰਾੜ ਦੇ ਖਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਹੁੰਦਾ ਹੈ, ਪਰ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਜਾਂਦਾ ਉਸ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਦੇ ਤਕਰੀਬਨ 1 ਤੋਂ 2 ਮਹੀਨੇ ਦੇ ਬਾਅਦ ਜਿਸ ਤਰੀਕੇ ਡਿਟੇਨ ਕਰ ਲਿਆ ਗਿਆ। ਇਹ ਆਪਣੇ ਆਪ ਵਿੱਚ ਇੱਕ ਵੱਡੀ ਐਕਸਰਸਾਈਜ਼ ਤਾਂ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਕੀਤੀ ਹੈ, ਜਿਸ ਦੇ ਵਿੱਚ ਸਕਸੈਸ ਮਿਲੀ ਹੈ ਕਿ ਉਹ ਪੂਰਾ ਪ੍ਰੂਫ ਜਿਹੜਾ ਹੈਗਾ ਹੈ ਔਰ ਅਮਰੀਕਨ ਏਜੰਸੀਜ਼ ਨੂੰ, ਅਮਰੀਕਨ ਸਿਕਿਉਰਿਟੀ ਏਜੰਸੀਜ਼ ਨੂੰ ਇਹ ਯਕੀਨ ਦਿਵਾਉਣ ਦੇ ਵਿੱਚ ਕਾਮਯਾਬ ਹੋਈ ਕਿ ਹਾਂ ਇਹ ਜਿਹੜਾ ਐਲੀਮੈਂਟ ਹੈਗਾ ਇਹ ਸੋਸਾਇਟੀ ਲਈ ਖਤਰਨਾਕ ਹੈ, ਇਸ ਕਰਕੇ ਇਸ ਨੂੰ ਡਿਟੇਨ ਕੀਤਾ ਜਾਵੇ। ਪੰਕਜ,
ਬਿਲਕੁਲ ਬਿਲਕੁਲ ਗਗਨ, ਇਸੇ ਕਰਕੇ ਮੁੱਖ ਮੰਤਰੀ ਨੇ ਜਦੋਂ ਕਿਹਾ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ, ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਥੋੜਾ ਸਮਾਂ ਲੱਗਦਾ ਵਾ, ਕਿਉਂਕਿ ਜਿਹੜਾ ਇਹ ਇੰਟਰਨੈਸ਼ਨਲ ਪ੍ਰੋਸੈਸ ਹੈ, ਸਾਰੇ ਡਾਕੂਮੈਂਟ ਦਾ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ, ਪੂਰਾ ਇੱਕ ਬਿਊਰਾ ਦਿੱਤਾ ਜਾਏਗਾ, ਡੋਜ਼ੀਅਰ ਇੱਕ ਪੂਰਾ ਤਿਆਰ ਹੁੰਦਾ ਹੈ ਕਿ ਕਿਹੜੇ ਕਿਹੜੇ ਕਤਲ ਕੀਤੇ, ਕਿਵੇਂ ਕਤਲ ਕੀਤੇ ਔਰ ਕਿਵੇਂ ਅਮਰੀਕਾ ਦੇ ਲਈ ਵੀ ਖਤਰਨਾਕ ਹੋ ਸਕਦਾ ਔਰ ਕਿਵੇਂ ਭਾਰਤ ਦੇ ਲਈ ਇਹ ਬੇहद ਜ਼ਰੂਰੀ ਹੈ। ਇਹ ਸਾਰੀ ਡਾਕੂਮੈਂਟ ਜਿਹੜੇ ਆ, ਕਿਉਂਕਿ ਗੋਲਡੀ ਬਰਾੜ ਨੂੰ ਜਿਹੜਾ ਡਿਟੇਨ ਕੀਤਾ ਗਿਆ ਇਹ ਅੱਜ ਜਾਂ ਕੱਲ ਨਹੀਂ ਕੀਤਾ ਗਿਆ। ਜਿਹੜੇ ਮੇਰੇ ਸੋਰਸਿਸ ਜਾਣਕਾਰੀ ਦੇ ਰਹੇ ਨੇ ਉਹ 20 ਨਵੰਬਰ ਦੇ ਆਸ-ਪਾਸ, ਯਾਨੀ ਕਿ 10 ਦਿਨ ਲੱਗ ਗਏ ਔਰ 10 ਦਿਨਾਂ 'ਚ ਖਬਰ ਲੀਕ ਤੱਕ ਨਹੀਂ ਹੋਈ। ਯਾਨੀ ਕਿ ਜਿਹੜੀ ਪੰਜਾਬ ਪੁਲਿਸ ਹੈ ਜਾਂ ਸੈਂਟਰ ਦੀਆਂ ਏਜੰਸੀਆਂ ਨੇ ਉਹ ਕੋਈ ਵੀ ਅਜਿਹੀ ਕੋਤਾਹੀ, ਕੋਈ ਵੀ ਅਜਿਹੀ ਗਲਤੀ ਨਹੀਂ ਕਰਨਾ ਚਾਹੁੰਦੀ ਸੀ ਕਿ ਜਿਸ ਦੇ ਨਾਲ ਗੋਲਡੀ ਬਰਾੜ ਫਰਾਰ ਹੋ ਜਾਏ, ਗੋਲਡੀ ਬਰਾੜ ਨੂੰ ਕੋਈ ਮੌਕਾ ਮਿਲ ਜੇ ਕਿ ਕਾਨੂੰਨੀ ਕੋਈ ਜਿਹੜਾ ਪ੍ਰਕਿਰਿਆ ਦੇ ਤਹਿਤ ਫਿਰ ਉੱਥੇ ਸਮਾਂ ਹੋਰ ਲਗਾ ਲੇ। ਇਸੇ ਵਜ੍ਹਾ ਕਰਕੇ 10 ਦਿਨ ਬਾਅਦ ਇਹ ਖਬਰ 10-12 ਦਿਨਾਂ ਬਾਅਦ ਜਿਹੜੀ ਉਹ ਸਾਹਮਣੇ ਆ ਰਹੀ ਹੈ। ਦੂਸਰਾ ਗਗਨ ਇਹ ਵੀ ਹੈ ਕਿ ਇੰਟਰਨੈਸ਼ਨਲ ਪ੍ਰੋਸੈਸ ਦੇ ਹਿਸਾਬ ਨਾਲ ਜਿਹੜੇ ਬਾਕੀ ਤੁਸੀਂ ਰੈੱਡ ਕਾਰਨਰ ਨੋਟਿਸ ਦਾ ਜ਼ਿਕਰ ਕਰ ਰਹੇ ਹੋ ਔਰ ਗੋਲਡੀ ਬਰਾੜ 'ਚ ਕੀ ਫਰਕ ਹੈ। ਗੋਲਡੀ ਬਰਾੜ ਉਹ ਸ਼ਖਸ ਹੈ ਜਿਸਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ। ਸਿੱਧੂ ਮੂਸੇਵਾਲਾ ਸਿਰਫ ਪੰਜਾਬ 'ਚ ਨਹੀਂ, ਸਿਰਫ ਇੰਡੀਆ 'ਚ ਨਹੀਂ ਮਸ਼ਹੂਰ ਸੀਗਾ, ਉਸਦੇ ਗੀਤ ਜਿਹੜੇ ਨੇ ਉਹ US 'ਚ ਵੀ ਚੱਲਦੇ ਸੀ, UK 'ਚ ਵੀ ਚੱਲਦੇ ਸੀ, ਇੱਕ ਇੰਟਰਨੈਸ਼ਨਲ ਪਰਸਨੈਲਿਟੀ ਸੀ ਔਰ ਜਿਹੜਾ ਜਿਸ ਤਰੀਕੇ ਨਾਲ ਉਸਦੀ ਗਾਇਕੀ ਦੇ ਜ਼ਰੀਏ ਜਿਹੜੇ ਵਿਦੇਸ਼ੀ ਕਲਾਕਾਰ ਜੁੜੇ, ਵਿਦੇਸ਼ੀ ਮੈਂਬਰ ਪਾਰਲੀਮੈਂਟ, तमाम ਲੋਕ ਜਿਹੜੇ ਪੰਜਾਬੀ ਨੂੰ ਸਮਝਦੇ ਵੀ ਨਹੀਂ ਸੀ ਉਹ ਵੀ ਸਿੱਧੂ ਮੂਸੇਵਾਲਾ ਨੂੰ ਜਾਣਦੇ ਸੀ ਔਰ ਜਿਸ ਤਰੀਕੇ ਨਾਲ ਕਤਲ ਹੋਇਆ, ਜਿਹੜੀਆਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਿਹੜੀ ਜ਼ਿੰਮੇਵਾਰੀ ਗੋਲਡੀ ਬਰਾੜ ਵੱਲੋਂ ਲਿੱਤੀ ਗਈ, ਇਹ तमाम ਸਬੂਤ, ਇਹ तमाम ਇੱਕ ਲੰਬੀ ਡੋਜ਼ੀਅਰ ਜਾਂ ਇੱਕ ਪੂਰੀ ਇੱਕ ਫਾਈਲ ਲੈ ਕੇ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਅਮਰੀਕਾ ਦੀ ਏਜੰਸੀ ਦੇ ਨਾਲ ਗੱਲਬਾਤ ਕਰ ਰਹੀਆਂ ਨੇ ਔਰ ਜਲਦ ਤੋਂ ਜਲਦ ਜਿਹੜਾ ਵੈ ਭਾਰਤ ਲਿਆਂਦਾ ਜਾਵੇ, ਇਸ ਦੀ ਕੋਸ਼ਿਸ਼ ਦੇ ਵਿੱਚ ਹੁਣ ਲੱਗੀਆਂ ਹੋਈਆਂ ਨੇ। ਲੇਕਿਨ ਮੁੱਖ ਮੰਤਰੀ ਨੇ ਕਿਹਾ ਕਿ ਡਿਟੇਨ ਤੋਂ ਬਾਅਦ ਵੀ ਕੁਝ ਸਮਾਂ ਜਿਹੜਾ ਉਹ ਲੱਗ ਸਕਦਾ ਹੈ। ਗਗਨ, ਸਮਾਂ ਲੱਗੇਗਾ ਔਰ ਪੰਕਜ ਸਮਾਂ ਕਿਉਂ ਲੱਗੇਗਾ ਇਹ ਵੀ ਅਸੀਂ ਕਿਤੇ ਨਾ ਕਿਤੇ ਸਮਝੀਏ। ਦਿੱਲੀੋਂ ਲਾਰੈਂਸ ਨੂੰ ਲੈ ਕੇ ਆਣਾ ਸੀ, ਜੱਗੂ ਨੂੰ ਲੈ ਕੇ ਆਣਾ ਸੀ ਪੰਜਾਬ ਤੱਕ, ਪ੍ਰੋਸੀਜਰ ਜਿਹੜਾ ਹੈਗਾ ਪ੍ਰੋਪਰ ਫੋਲੋ ਕਰਨਾ ਪਿਆ, ਲਿਖਤੀ ਦੇਣਾ ਪਿਆ, 24 ਘੰਟੇ ਦੀ ਸੁਰੱਖਿਆ ਦੇਵਾਂਗੇ। ਇੰਡੀਅਨ ਸਟੇਟਸ ਦੀ ਗੱਲ ਹੋ ਰਹੀ ਹੈ, ਇੰਡੀਅਨ ਸਟੇਟ ਦੇ ਵਿੱਚ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਲੈ ਕੇ ਜਾਣਾ, ਪ੍ਰੋਸੀਜਰ ਤਕਰੀਬਨ ਇਹੀ ਪ੍ਰੋਸੀਜਰ ਜਿਹੜਾ ਹੈਗਾ। ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਵੀ ਇਸ ਦੇ ਬਾਰੇ ਹੀ ਦੱਸਦਾ ਹੈ ਕਿ ਜੇਕਰ ਕੋਈ ਵਿਦੇਸ਼ ਵਿੱਚ ਬੈਠਾ ਹੈ ਕੋਈ ਮੁਜਰਮ, ਉਸ ਨੂੰ ਲਿਆਣਾ ਹੋਏਗਾ ਤਾਂ ਤਰੀਕਾ ਉਹੀ ਰਹੇਗਾ। ਇੱਥੇ ਦੀ ਕੋਰਟ ਦੇ ਥਰੂ ਆਰਡਰ ਜਿਹੜੇ ਹੈਗੇ ਉੱਥੇ ਦੀ ਕੋਰਟ ਦੇ ਵਿੱਚ ਜਾਣਗੇ। ਹੁਣ ਇਹ ਡਿਟੇਨ ਕਿੱਥੇ ਕੀਤਾ ਗਿਆ, ਉਹ ਜਿਹੜਾ ਏਰੀਆ ਹੈਗਾ ਕਿਹੜੀ ਕੋਰਟ ਦੇ ਜੁਰਿਸਡਿਕਸ਼ਨ ਦੇ ਅੰਡਰ ਆਂਦਾ ਹੈ, ਉਸ ਕੋਰਟ ਦੇ ਵਿੱਚ ਜਾ ਕੇ ਉਹ ਪੇਪਰ ਸਬਮਿਟ ਹੋਣਗੇ, ਉਸ ਦੇ ਵਿੱਚ ਜਾ ਕੇ ਅਪੀਲ ਹੋਵੇਗੀ ਔਰ ਉਹ ਅਪੀਲ ਜਿਹੜੀ ਹੈਗੀ ਆ ਉਸ ਤੇ ਫਿਰ ਉੱਥੇ ਦੀ ਕੋਰਟ ਡਿਸਾਈਡ ਕਰੇਗੀ ਕਿ ਇਸ ਨੂੰ ਭੇਜਿਆ ਜਾਣਾ ਹੈ, ਨਹੀਂ ਭੇਜਿਆ ਜਾਣਾ। ਔਰ ਸਭ ਦੇ ਵਿਚਾਲੇ ਵੱਡੀ ਖਬਰ, ਇੱਕ ਹੋਰ ਵੱਡੀ ਖਬਰ, ਬਿਲਕੁਲ ਇੱਕ ਹੋਰ ਵੱਡੀ ਖਬਰ ਗੋਲਡੀ ਬਰਾੜ ਦੇ ਨਾਲ ਜੁੜੀ ਹੋਈ। ਪੰਕਜ ਵਾਪਸੀ ਕਰਾਂਗੇ, ਬਣੇ ਰਹੋ। ਅੰਬਾਲਾ ਦੇ ਨੇੜੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਗੋਲਡੀ ਬਰਾੜ ਦੇ ਵੱਲੋਂ ਹਥਿਆਰ ਭੇਜੇ ਗਏ ਸਨ। ਇਸ ਦੇ ਵਿੱਚ ਅਹਿਮ ਜਾਣਕਾਰੀ ਇਹ ਹੈ, AGTF ਤੇ ਮੋਹਾਲੀ ਪੁਲਿਸ ਨੇ ਇਹ ਸਾਂਝਾ ਆਪਰੇਸ਼ਨ ਕੀਤਾ। ਥੋੜੀ ਦੇਰ ਦੇ ਵਿੱਚ DGP ਗੌਰਵ ਯਾਦਵ ਖੁਲਾਸਾ ਕਰਨਗੇ, ਸਾਰੀ ਜਾਣਕਾਰੀ ਤਫਤੀਸ਼ ਦੇ ਵਿੱਚ ਦੇਣਗੇ ਕਿ ਆਖਰਕਾਰ ਕਿੱਥੇ ਔਰ ਕਿਸ ਤਰੀਕੇ ਦੀ ਇਹ ਬਰਾਮਦਗੀ ਹੈ। ਗੋਲਡੀ ਬਰਾੜ ਉਹ ਸ਼ਖਸ ਜਿਸ ਦੇ ਵੱਲੋਂ ਇਹ ਸਾਰਾ ਵੱਡਾ ਜੋ ਹੈ ਕਾਰੋਬਾਰ ਕੀਤਾ ਜਾਂਦਾ ਰਿਹਾ ਹੈ, ਕਿਉਂਕਿ ਬਹੁਤ ਸਾਰੇ ਮਾਮਲੇ ਹਥਿਆਰਾਂ ਦੇ ਨਾਲ ਜੁੜੇ ਹੋਏ ਵੀ ਗੋਲਡੀ ਬਰਾੜ ਤੇ ਦਰਜ ਨੇ। ਤਾਂ ਗੋਲਡੀ ਬਰਾੜ ਦੇ ਨਾਲ जुड़ी एक होर वड्डी खबर दा जिक्र कर रहे हैं। विजयपाल बराड़ मेरे सहयोगी फोन लाइन ते ने। बिल्कुल विजय, वड्डी खबर, वड्डी जानकारी, हथियारों की वड्डी खेप बरामद की गई है और गोल्डी बराड़ दे नाल जाके एक तरह किते जुड़ रहा है पूरे का पूरा मामला। विजय अगर एक आप कह सकते हैं कि एक बड़ा ब्रेक थ्रू है। AGTF ते मोहाली पुलिस वालों लगातार इससे जिहड़ा है ये ऑपरेशन एक खुफिया तरीके दे नाल चलाया जा रहा सी और AGTF ते मोहाली पुलिस का यह साझा ऑपरेशन है कि वड्डी रिकवरी जिहड़ी है, ह्यूज रिकवरी आप इसनूं कह सकते हैं कि अंबाला दा जिहड़ा इलाका है, अंबाला तो आस पास का इलाका है, उत्थों ये रिकवरी हुई है। वड्डी मात्रा दे विच हथियार बरामद होए ने और सोर्सिस तो यह जानकारी मिल रही है कि ये हथियार गोल्डी बराड़ वालों भेजे गए थे, क्योंकि जिस तरीके से थोड़ी देर पहला पंजाब के मुख्य मंत्री भगवंत मान भी जिक्र कर रहे थे कि गोल्डी बराड़ वर्गे गैंगस्टर उस पद्धर ने जिहड़े पंजाब दे विच या देश दे विच ऐसियां जिहड़ियां अपराधिक गतिविधियां ने उन्हां नूं अंजाम दिंदे ने। पिछले दिनों दे विच सिद्धू मूसेवाला दा मर्डर होया और उस तो बाद कोटकपूरा दे विच डेरा प्रेमी दा मर्डर होया। सो बहुत सारियां ऐसियां घटनावां ने जिन्हां दे पिछे गोल्डी बराड़ या लॉरेंस बिश्नोई या जग्गू भगवानपुरिया इन्हां दे हथ रहे ने। सो हथियारों की खेप जिवें पहला CM ने भी थोड़ी देर पहला दस्सिया कि ड्रोन के जरिए हथियार आउंदे ने और वाया पाकिस्तान इन्हां वालों ये सारे नैटवर्क दूजे देशों च बह के चलाए जा रहे हैं।
ਸੋ ਇਹ ਇੱਕ ਵੱਡੀ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਜਾਣਕਾਰੀ ਸੀਐਮ ਨੇ ਪੁਸ਼ਟੀ ਕੀਤੀ ਹੈ ਕਿ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ ਹੈ। ਕੈਲੀਫੋਰਨੀਆ ਪੁਲਿਸ ਨੇ ਪੰਜਾਬ ਸਰਕਾਰ ਦੇ ਨਾਲ, ਪੰਜਾਬ ਪੁਲਿਸ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ, ਦੇਸ਼ ਦੀਆਂ ਸੁਰੱਖਿਆ ਫੋਰਸਿਸ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਤਾਂ ਹੁਣ ਇਹ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ AGTF ਨੇ ਇਸ ਖੇਪ ਨੂੰ ਬਰਾਮਦ ਕੀਤਾ ਹੈ। ਹਥਿਆਰਾਂ ਦੀ ਇਹ ਵੱਡੀ ਖੇਪ ਹੈ। ਹਾਲਾਂਕਿ ਕਿਹੜੇ ਹਥਿਆਰ ਨੇ, ਉਸਦੇ ਵਿੱਚ ਕਿੰਨੇ ਹਥਿਆਰ ਨੇ, ਇਸ ਬਾਰੇ ਥੋੜੀ ਦੇਰ ਦੇ ਵਿੱਚ ਪੰਜਾਬ ਦੇ DGP ਇਸ ਬਾਬਤ ਬਿਆਨ ਜਾਰੀ ਕਰ ਸਕਦੇ ਨੇ, ਇਸ ਬਾਬਤ ਖੁਲਾਸਾ ਕਰ ਸਕਦੇ ਨੇ। ਪਰ ਇਹ ਸਾਡੇ ਸੋਰਸਿਸ ਤੋਂ ਇਹ ਜਾਣਕਾਰੀ ਹੈ ਕਿ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ, AGTF ਨੂੰ ਔਰ ਮੋਹਾਲੀ ਪੁਲਿਸ ਨੂੰ ਸਾਂਝੇ ਆਪਰੇਸ਼ਨ ਦੇ ਦੌਰਾਨ ਹਰਿਆਣਾ ਦੇ ਵਿੱਚੋਂ ਇਹ ਜਿਹੜੀ ਵੱਡੀ ਖੇਪ ਹੈ ਬਰਾਮਦ ਹੋਈ ਹੈ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗਗਨ ਆਪਾਂ ਜਿੰਨੇ ਵੀ ਇਸ ਤਰੀਕੇ ਦੇ ਘਟਨਾਕ੍ਰਮ ਦੇਖੀਏ ਤਾਂ ਹਰਿਆਣਾ ਦੇ ਨਾਲ ਕਨੈਕਸ਼ਨ ਜੋੜਦਾ ਹੈ। ਜਿੰਨੇ ਅਪਰਾਧੀ ਨੇ ਇਹ ਹਰਿਆਣਾ ਦੇ ਵਿੱਚ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਜਾ ਕੇ ਲੁੱਟ ਜਾਂਦੇ ਨੇ, ਜਾਂ ਉੱਥੇ ਬੈਠ ਕੇ ਹਰਿਆਣਾ ਤੇ ਰਾਜਸਥਾਨ ਇਹ ਸਟੇਟਾਂ ਨੇ ਜਿੱਥੇ ਇਹ ਬੈਠ ਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਔਰ ਉੱਥੇ ਹੀ ਤੁਹਾਨੂੰ ਯਾਦ ਹੋਏਗਾ ਜਦੋਂ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਸੀ ਤਾਂ ਉਸ ਵੇਲੇ ਵੀ ਜਿਹੜੀ ਹਥਿਆਰਾਂ ਦੀ ਖੇਪ ਬਰਾਮਦ ਹੋਈ ਸੀ ਉਹ ਹਰਿਆਣਾ ਦੇ ਵਿੱਚ ਇੱਕ ਢਾਣੀ ਸੀ ਜਿੱਥੇ ਜਾ ਕੇ ਇਹ ਸਾਰੇ ਜਿਹੜੇ ਸ਼ੂਟਰ ਸੀ ਉੱਥੇ ਲੁਕੇ ਸੀ। ਔਰ ਪਹਿਲਾਂ ਇਹਨਾਂ ਨੂੰ ਹਥਿਆਰ ਵੀ ਉੱਥੋਂ ਹੀ ਮੁਹੱਈਆ ਕਰਵਾਏ ਗਏ ਸੀ ਔਰ ਬਾਅਦ ਦੇ ਵਿੱਚ ਵੀ ਉਹਨਾਂ ਨੇ ਉੱਥੇ ਹੀ ਹਥਿਆਰ ਇਹ ਛੁਪਾ ਕੇ ਰੱਖੇ ਸੀ। ਉਦੋਂ ਵੀ ਇੱਕ ਵੱਡੀ ਰਿਕਵਰੀ ਹੋਈ ਸੀ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ। ਤੇ ਹੁਣ ਫਿਰ ਇਹ ਪੁਲਿਸ ਨੂੰ ਇੱਕ ਵੱਡੀ ਰਿਕਵਰੀ ਹੋਈ ਹੈ। AGTF ਦਾ ਇਹ ਆਪਰੇਸ਼ਨ ਹੈ, AGTF ਔਰ ਮੋਹਾਲੀ ਪੁਲਿਸ ਦਾ। ਔਰ ਕਿਹੜੇ ਹਥਿਆਰ ਨੇ ਇਸ ਬਾਰੇ ਥੋੜੀ ਦੇਰ ਚ ਪੰਜਾਬ ਦੇ DGP ਖੁਲਾਸਾ ਕਰ ਸਕਦੇ। ਬਿਲਕੁਲ ਵਿਜੇ ਖੁਲਾਸੇ ਹੋਣਗੇ, ਪਰ ਵਿਜੇ ਸਵਾਲ ਫਿਰ ਇੱਥੇ ਫੇਰ ਖੜਾ ਹੁੰਦਾ ਹੈ ਕਿ ਹਥਿਆਰ ਇਕੱਲਾ ਇਹ ਤਾਂ ਨਹੀਂ ਕਿ ਕਿਸੇ ਨੂੰ ਰੱਖਣ ਲਈ ਦਿੱਤੇ ਹੋਣੇ ਆ, ਕਿਉਂਕਿ ਗੋਲਡੀ ਬਰਾੜ ਉਹ ਸ਼ਖਸ ਹੈ ਜਿਹੜਾ ਲਗਾਤਾਰ ਕਤਲਾਂ ਦੀ ਜ਼ਿੰਮੇਵਾਰੀ ਲੈਂਦਾ ਰਿਹਾ ਔਰ ਜਿਸ ਤਰੀਕੇ ਉਹ ਕ੍ਰਾਈਮ ਆਰਗੇਨਾਈਜ਼ ਕਰਦਾ ਹੈ, ਲੋਕਲ ਗੁਰਗੇ ਜਿਹੜਾ ਹੈਗਾ ਉਹਨਾਂ ਨੂੰ ਫੜਦਾ ਹੈ, ਗਰੀਬ ਘਰਾਂ ਦੇ ਮੁੰਡਿਆਂ ਨੂੰ ਫੜਦਾ ਹੈ, ਉਹਨਾਂ ਨੂੰ 10-10 15-15 ਹਜ਼ਾਰ ਦੇ ਕੇ ਪਿਸਟਲ ਦੇ ਕੇ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦਵਾਉਂਦਾ ਹੈ। ਤੇ ਜੇਕਰ ਇਹ ਵੱਡੀ ਤਾਦਾਦ ਦੇ ਵਿੱਚ ਹਥਿਆਰ ਭੇਜੇ ਗਏ ਸੀ, ਕਿਤੇ ਨਾ ਕਿਤੇ ਇੱਕ ਵੱਡੀ ਸਾਜ਼ਿਸ਼ ਵੀ ਕਿਹਾ ਜਾ ਸਕਦਾ ਹੈ ਕਿ ਘੜੀ ਜਾਰੀ ਸੀਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਖਤਰਾ ਵੀ ਟਲਦਾ ਨਜ਼ਰ ਆਇਆ। ਵਿਜੇ, ਔਰ ਕੀ ਕਿਸੇ ਦੀ ਗ੍ਰਿਫਤਾਰੀ ਦੀ ਵੀ ਖਬਰ ਹੈ ਹੁਣ ਤੱਕ? ਜੀ ਹਾਲੇ ਤੱਕ ਸਿਰਫ ਰਿਕਵਰੀ ਦੀ ਗੁਰਜੋਤ ਖਬਰ ਆ ਰਹੀ ਹੈ ਕਿ ਹਿਊਜ ਰਿਕਵਰੀ ਹੋਈ ਹੈ ਹਥਿਆਰਾਂ ਦੀ। ਇਹ ਹੁਣ ਪੁਲਿਸ ਜਾਂ ਪੰਜਾਬ ਦੇ DGP ਥੋੜੀ ਦੇਰ ਦੇ ਵਿੱਚ ਜਾਣਕਾਰੀ ਦੇਣਗੇ ਕਿ ਕੀ ਕਿਸੇ ਦੀ ਗ੍ਰਿਫਤਾਰੀ ਵੀ ਇਸ ਮਾਮਲੇ 'ਚ ਹੋਈ ਹੈ ਕਿ ਨਹੀਂ। ਇਹ ਸਾਡੇ ਸੋਰਸਿਸ ਤੋਂ, ਪੁਖਤਾ ਸੋਰਸਿਸ ਤੋਂ ਜਾਣਕਾਰੀ ਹੈ ਕਿ ਹਥਿਆਰ ਰਿਕਵਰ ਹੋਏ ਨੇ। ਔਰ ਦੂਸਰੀ ਗੱਲ ਜਿਹੜੀ ਗਗਨ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਜਿਸ ਵੇਲੇ ਇਹਨਾਂ ਨੇ ਅਪਰਾਧਿਕ ਦੁਨੀਆ ਦੇ ਵਿੱਚ, ਅਪਰਾਧ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਸੀ, ਉਸ ਵੇਲੇ ਇਹ ਕ੍ਰਾਈਮਸ ਅਨਆਰਗੇਨਾਈਜ਼ਡ ਸੀ। ਉਸ ਵੇਲੇ ਤਾਂ ਇਹ ਇੱਕ ਦੂਜੇ ਨੂੰ ਦੁਸ਼ਮਣੀਆਂ ਦੇ ਵਿੱਚ ਕਿਸੇ ਤੇ ਫਾਇਰਿੰਗ ਕਰਤੀ, ਕਿਸੇ ਨੂੰ ਮਾਰਤਾ ਜਾਂ ਕਿਸੇ ਨੂੰ ਡਰਾ ਧਮਕਾ ਕੇ ਉਸ ਤੋਂ ਵਸੂਲੀ ਕਰ ਲਈ। ਇਸ ਤਰੀਕੇ ਦੇ ਅਨਆਰਗੇਨਾਈਜ਼ਡ ਕ੍ਰਾਈਮ ਨੂੰ ਇਹ ਅੰਜਾਮ ਦਿੰਦੇ ਸੀ। ਪਰ ਹੌਲੀ ਹੌਲੀ ਇਹ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਆ ਗਏ। ਜਦੋਂ ਇਹਨਾਂ ਦੇ ਗੈਂਗ ਬਣ ਗਏ, ਪਹਿਲਾਂ ਇਹ ਇਕੱਲੇ ਤੌਰ ਤੇ ਵਿਚਰਦੇ ਸੀ, ਫਿਰ ਬਾਅਦ ਦੇ ਵਿੱਚ ਇਹਨਾਂ ਨੇ ਇਹ ਇਕੱਠੇ ਹੋ ਗਏ ਔਰ ਗੈਂਗ ਬਣਾ ਕੇ ਇਹ ਫਿਰ ਆਰਗੇਨਾਈਜ਼ਡ ਕ੍ਰਾਈਮ ਨੂੰ, ਜਿਵੇਂ ਤੁਸੀਂ ਕਿਹਾ ਵੀ ਜਿਹੜੇ ਕੋਈ ਨਸ਼ੇੜੀ ਨੇ ਜਾਂ ਜਿਹੜੇ ਕੋਈ ਹੋਰ ਨੌਜਵਾਨ ਨੇ, ਉਹਨਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਜੋੜ ਲਿਆ, ਪੈਸੇ ਦਾ ਲਾਲਚ ਦਿੱਤਾ, ਉਹਨਾਂ ਦੇ ਕੋਲੋਂ ਕ੍ਰਾਈਮ ਕਰਵਾਏ। ਔਰ ਐਸੀਆਂ ਵੀ ਜਾਣਕਾਰੀਆਂ ਪੁਲਿਸ ਸੋਰਸਿਸ ਤੋਂ ਨਿਕਲ ਕੇ ਆਉਂਦੀਆਂ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ 10-10, 15-15 ਹਜ਼ਾਰ, 20-20 ਹਜ਼ਾਰ ਦੇ ਕੇ ਵੀ ਕਤਲ ਕਰਵਾਏ ਨੇ। ਸੋ ਇਸ ਤਰੀਕੇ ਦਾ ਇਹ ਇੱਕ ਆਰਗੇਨਾਈਜ਼ਡ ਕ੍ਰਾਈਮ ਕਰਨ ਲੱਗ ਪਏ ਸੀ। ਔਰ ਹਥਿਆਰਾਂ ਦੀ ਜਿਹੜੀ ਇਹਨਾਂ ਦੇ ਕੋਲ ਸਪਲਾਈ ਹੁੰਦੀ ਸੀ, ਉਹ ਜਿੰਨੇ ਡਰੋਨ ਸਰਹੱਦ ਤੋਂ ਫੜੇ ਜਾਂਦੇ ਨੇ ਪਿਛਲੇ ਦਿਨਾਂ ਦੇ ਵਿੱਚ, ਪਾਕਿਸਤਾਨ ਵਾਲੇ ਪਾਸਿਓਂ ਆਉਂਦੇ ਨੇ, ਚਾਹੇ ਉਧਰ ਹਰਵਿੰਦਰ ਰਿੰਦਾ ਬੈਠਾ ਸੀ ਜਾਂ ਹੋਰ ਐਸੋਸੀਏਟ ਬੈਠੇ ਸੀ ਜਿਹੜੇ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਸੀ, ਤਾਂ ਵਾਇਆ ਪਾਕਿਸਤਾਨ, ਜਿਵੇਂ ਪੰਜਾਬ ਦੇ CM ਹੁਣੇ ਥੋੜੀ ਦੇਰ ਪਹਿਲਾਂ ਕਹਿ ਕੇ ਹਟੇ ਨੇ ਕਿ ਵਾਇਆ ਪਾਕਿਸਤਾਨ ਕਨੈਕਸ਼ਨ ਹੈ, ਉੱਥੋਂ ਇਹ ਡਰੋਨ ਦੇ ਜ਼ਰੀਏ ਹਥਿਆਰ ਮੰਗਵਾਉਂਦੇ ਸੀ ਔਰ ਫਿਰ ਇੱਥੇ ਅਸ਼ਾਂਤੀ ਫੈਲਾਉਣ ਵਾਲੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਸੀ। ਔਰ ਉਹਦੇ ਵਿੱਚ ਸਿੱਧੂ ਮੂਸੇਵਾਲਾ ਦਾ ਮਰਡਰ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਹੈ, ਉਸ ਨੂੰ ਅੰਜਾਮ ਦਿੱਤਾ ਗਿਆ। ਔਰ ਉਸ ਦੇ ਵਿੱਚ ਵੀ ਹਥਿਆਰ ਜਿਹੜੇ ਆਏ ਸੀ ਉਹ ਪਾਕਿਸਤਾਨ ਤੋਂ ਮੰਗਵਾਏ ਗਏ ਸੀ। ਸੋ ਇਹਨਾਂ ਦੀ ਪੈੜ ਨੱਪ ਰਹੀ ਸੀ ਪੁਲਿਸ ਔਰ AGTF ਔਰ ਜਿਹੜੀਆਂ NIA ਹੈ ਜਾਂ ਹੋਰ ਜਿਹੜੀਆਂ ਸੈਂਟਰਲ ਏਜੰਸੀਜ਼ ਨੇ, ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਗੋਲਡੀ ਬਰਾੜ ਦੀ ਲੋਕੇਸ਼ਨ ਟ੍ਰੇਸ ਕਰਨ ਦੇ ਵਿੱਚ। ਔਰ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਉੱਥੋਂ ਦੀ ਪੁਲਿਸ ਦੇ ਨਾਲ ਮਿਲ ਕੇ, ਉਹਨਾਂ ਨੂੰ ਦੱਸਿਆ ਗਿਆ ਉਸਦੇ ਠਿਕਾਣਿਆਂ ਬਾਰੇ। ਤਾਂ ਉੱਥੇ ਫਿਰ ਇਸ ਨੂੰ ਜਦੋਂ ਡਿਟੇਨ ਕਰ ਲਿਆ ਕੈਲੀਫੋਰਨੀਆ ਦੀ ਪੁਲਿਸ ਨੇ, ਉਹਨਾਂ ਨੇ ਫਿਰ ਇਹਨਾਂ ਨੂੰ ਜਾਣਕਾਰੀ ਦਿੱਤੀ ਕਿ ਹਾਂਜੀ ਉਹ ਸਾਡੀ ਨਿਗਰਾਨੀ ਹੇਠ ਹੈ, ਅਸੀਂ ਉਸ ਨੂੰ ਡਿਟੇਨ ਕਰ ਲਿਆ। ਔਰ ਹੁਣ ਜਿਹੜੀ ਅੱਗੇ ਦੀ ਕਾਗਜ਼ੀ ਕਾਰਵਾਈ ਹੁੰਦੀ ਹੈ, ਜਿਹੜੀ ਹਵਾਲਗੀ ਦੀ ਪ੍ਰਕਿਰਿਆ ਹੁੰਦੀ ਹੈ, ਐਕਸਟ੍ਰੈਡੀਸ਼ਨ ਜਿਸ ਨੂੰ ਆਪਾਂ ਕਹਿ ਦਿੰਦੇ ਆ, ਉਹਦੀ ਪ੍ਰਕਿਰਿਆ ਹੈ, ਹੁਣ ਉਹ ਅੱਗੇ ਚੱਲੇਗੀ। ਪਰ ਇਹ ਪ੍ਰਕਿਰਿਆ ਹੁਣ ਕਿੰਨੀ ਕੁ ਲੰਬੀ ਚੱਲੇਗੀ, ਗੋਲਡੀ ਬਰਾੜ ਨੂੰ ਲੈ ਕੇ ਆਂਦਾ ਜਾਏਗਾ, ਇਸ ਦੇ ਵਿੱਚ ਸਮਾਂ ਲੱਗ ਸਕਦਾ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਟੈਕਨੀਕੈਲਿਟੀਜ਼ ਨੂੰ ਹਰ ਕੋਈ ਸਮਝਦਾ ਹੈ, ਇਸ ਦੇ ਤਕਨੀਕੀ ਪੱਖ ਹੁੰਦੇ ਨੇ ਕਿ ਕਿਵੇਂ ਉਸ ਵਿਅਕਤੀ ਨੂੰ ਇੱਥੇ ਲੈ ਕੇ ਆਂਦਾ ਜਾਣਾ ਹੈ।
ਕਿਉਂਕਿ ਅਮਰੀਕਾ ਵਰਗੇ ਦੇਸ਼ ਦੇ ਨਾਲ ਜਿਹੜੀਆਂ ਤੁਹਾਡੀਆਂ ਐਕਸਟ੍ਰੈਡੀਸ਼ਨ ਟ੍ਰੀਟੀਜ਼ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ। ਫਿਰ ਡੋਜ਼ੀਅਰ ਜਿਹੜੇ ਆ ਸੌਂਪੇ ਜਾਣਗੇ, ਉਸਦੇ ਜੁਰਮਾਂ ਦੀ ਜਿਹੜੀ ਲਿਸਟ ਹੈ, ਫਹਿਰਿਸਤ ਹੈ, ਉਸਦੇ ਜੁਰਮਾਂ ਦਾ ਜਿਹੜਾ ਕਾਲਾ ਚਿੱਠਾ ਹੈ ਉਹ ਸਾਰਾ ਉਹਨਾਂ ਦੇ ਸਾਹਮਣੇ ਰੱਖਿਆ ਜਾਏਗਾ ਔਰ ਉੱਥੋਂ ਦੇ ਲਾਅ ਦੇ ਮੁਤਾਬਕ ਉੱਥੇ ਇਹ ਪ੍ਰੂਵ ਕਰਨਾ ਪੈਂਦਾ ਹੈ। ਸੋ ਇਹ ਐਸੀਆਂ ਚੀਜ਼ਾਂ ਨੇ, ਪਰ ਨਾਲ ਦੀ ਨਾਲ ਜਿਹੜੀ ਰਿਕਵਰੀ ਹੋ ਰਹੀ ਹੈ ਔਰ ਇਸ ਦੇ ਵਿੱਚ ਗੋਲਡੀ ਬਰਾੜ ਦਾ ਹੱਥ ਦੱਸਿਆ ਜਾ ਰਿਹਾ, ਤਾਂ ਇਹ ਚੀਜ਼ਾਂ ਕੱਲ ਨੂੰ ਸਾਰੀਆਂ ਉਸ ਡੋਜ਼ੀਅਰ ਦਾ ਹਿੱਸਾ ਬਣਨਗੀਆਂ ਜਿਹੜੇ ਡੋਜ਼ੀਅਰ ਪੰਜਾਬ ਪੁਲਿਸ ਵੱਲੋਂ ਜਾਂ ਹਿੰਦੁਸਤਾਨ ਦੀ ਪੁਲਿਸ ਵੱਲੋਂ ਉਹਨਾਂ ਨੂੰ ਸੌਂਪੇ ਜਾਣੇ ਨੇ। ਵਿਜੇ, ਇਸ ਸਭ ਦੇ ਵਿਚਾਲੇ ਇੱਕ ਹੋਰ ਅਹਿਮ ਸਵਾਲ ਹੈ ਕਿ ਇਹ ਜਿਹੜਾ ਐਜੈਕਸ਼ਨ ਹੋਇਆ ਹੈ, ਅੰਬਾਲਾ ਦੇ ਨੇੜੇ ਰਿਕਵਰੀ ਹੋਈ ਹੈ, ਪਿਛਲੇ ਕੱਲ ਦੀ ਅਸੀਂ ਗੱਲ ਕਰੀਏ ਤਾਂ ਬੀਤੇ ਦਿਨੀ ਇੱਕ ਕਾਰਵਾਈ ਕੀਤੀ ਸੀ ਐਨਆਈਏ ਨੇ ਕਿ ਲਾਰੈਂਸ ਦੇ ਨਾਲ ਜੁੜੇ ਜਿਹੜੇ ਗੈਂਗਸਟਰ ਸੀਗੇ ਜਾਂ ਉਸਦੇ ਸਾਥੀ ਸੀਗੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਸੀਗਾ। ਉਹਨਾਂ ਦੇ ਨਾਲ ਵੀ ਪੁੱਛ ਪੜਤਾਲ ਜਿਹੜੀ ਹੈਗੀ ਉਹ ਬੜੀ ਐਕਸਟੈਂਸਿਵ ਪੁੱਛਗਿੱਛ ਜਿਹੜੀ ਹੈਗੀ ਉਹ ਹੋਈ ਸੀ, ਕਿਉਂਕਿ ਲਾਰੈਂਸ ਦਾ ਲਿੰਕ ਜਿਹੜਾ ਹੈਗਾ ਉਹ ਗੋਲਡੀ ਬਰਾੜ ਦੇ ਨਾਲ ਰਿਹਾ ਹੈ ਔਰ ਲਾਸਟ ਮੂਮੈਂਟ ਤੱਕ ਵੀ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਪਿੱਛੇ ਜਿਹੜਾ ਕਨਸਪੀਰੇਸੀ ਸੀਗੀ ਉਹ ਦੋਵਾਂ ਨੇ ਰਲ ਕੇ ਘੜੀ ਸੀਗੀ। ਸੋ ਅੱਜ ਜਿਹੜੀ ਇਹ ਰਿਕਵਰੀ ਹੋਈ ਹੈ ਕਿ ਇਸ ਨੂੰ ਉਸ ਦੇ ਨਾਲ ਵੀ ਅਸੀਂ ਜੋੜ ਕੇ ਦੇਖੀਏ, ਕੱਲ ਜਿਹੜੀ ਬੀਤੇ ਦਿਨਾਂ ਦੇ ਵਿੱਚ ਜਿਹੜੀ ਪੁੱਛਗਿੱਛ ਹੋਈ ਹੈ, ਬੜੀ ਸਖਤ ਪੁੱਛਗਿੱਛ ਹੋਈ ਹੈ, ਉਸ ਦਾ ਵੀ ਇਹ ਰਿਜ਼ਲਟ ਹੋ ਸਕਦਾ ਹੈ। ਜ਼ਾਹਿਰ ਜੀ ਗੱਲ ਹੈ ਗਗਨ, ਕਿਉਂਕਿ ਇਨਪੁਟਸ ਤੇ ਹੁੰਦੀਆਂ ਨੇ, ਇਨਪੁਟਸ ਦੇ ਆਧਾਰ ਤੇ ਹੀ ਐਸੇ ਆਪਰੇਸ਼ਨ ਜਿਹੜੇ ਆ ਉਹ ਅੱਗੇ ਵਧਾਏ ਜਾਂਦੇ ਆ ਔਰ ਇਹ ਚੀਜ਼ਾਂ ਕਈ ਵਾਰ ਮੀਡੀਆ ਦੇ ਵਿੱਚ ਦੱਸਣ ਵਾਲੀਆਂ ਨਹੀਂ ਹੁੰਦੀਆਂ ਜਦੋਂ ਤੱਕ ਆਪਰੇਸ਼ਨ ਜਿਹੜਾ ਹੈ ਉਸ ਨੂੰ ਸਿਰੇ ਨਾ ਚੜਾ ਲਿਆ ਜਾਵੇ। ਜਿਵੇਂ ਗੋਲਡੀ ਬਰਾੜ ਦੀ ਖਬਰ ਆਈ ਕਿ 20 ਨਵੰਬਰ ਦੇ ਆਸ-ਪਾਸ ਉਸਦੀ ਲੋਕੇਸ਼ਨ ਜਿਹੜੀ ਆ ਉਹ ਟ੍ਰੇਸ ਕਰ ਲਈ ਗਈ ਸੀ ਔਰ ਉਸਨੂੰ ਲੱਭ ਲਿਆ ਗਿਆ ਸੀ ਔਰ ਉਸਨੂੰ ਇੱਕ ਨਿਗਰਾਨੀ ਦੇ ਹੇਠ ਰੱਖ ਲਿਆ ਸੀ, ਜਾਂ ਆਪਾਂ ਉਸਨੂੰ ਕਹਿ ਸਕਦੇ ਹਾਂ ਕਿ ਉਸਨੂੰ ਰਿਟੇਨ ਕਰ ਲਿਆ ਸੀ। ਇਸ ਦੇ ਪਿੱਛੇ ਵੀ ਇਹੀ ਚੀਜ਼ਾਂ ਹੁੰਦੀਆਂ ਕਿ ਇਸ ਨੂੰ ਬੜਾ ਲੁਕੋ ਕੇ ਰੱਖਿਆ ਜਾਂਦਾ, ਕਿਉਂਕਿ ਜਿਵੇਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵਾਰ-ਵਾਰ ਕਿਹਾ ਕਿ ਸਾਡਾ ਦਰਦ ਛਲਕਦਾ ਹੈ ਤੇ ਅਸੀਂ ਆਪਣੀ ਗੱਲ ਕਹਿਣੇ ਆ, ਪਰ ਉਸ ਵੇਲੇ ਜਿਹੜੀਆਂ ਸਿਕਿਉਰਿਟੀ ਫੋਰਸਿਸ ਹੁੰਦੀਆਂ ਨੇ ਉਹ ਹਰ ਗੱਲ ਦੀ ਜਾਣਕਾਰੀ ਉਹਨਾਂ ਨੂੰ ਨਹੀਂ ਦੇ ਸਕਦੀਆਂ ਕਿ ਅੰਦਰ ਖਾਤੇ ਕਿਸ ਤਰੀਕੇ ਦਾ ਆਪਰੇਸ਼ਨ ਚੱਲ ਰਿਹਾ ਜਾਂ ਪੁਲਿਸ ਅੰਦਰ ਖਾਤੇ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਜ਼ਾਹਿਰ ਜੀ ਗੱਲ ਹੈ ਇਨਪੁਟਸ ਦੇ ਆਧਾਰ ਤੇ ਹੀ ਐਸੇ ਆਪਰੇਸ਼ਨ ਜਿਹੜੇ ਨੇ ਉਹ ਕ੍ਰੈਕ ਕੀਤੇ ਜਾਂਦੇ ਨੇ। ਜਿਹੜੇ ਐਸੇ ਹਥਿਆਰ ਕੀ ਪਤਾ ਹੋਰ ਕਿੰਨੇ ਹੋਣਗੇ, ਕਿੱਥੇ ਛੁਪਾ ਕੇ ਰੱਖੇ ਹੋਣਗੇ, ਕਿਸ ਤਰੀਕੇ ਦੀਆਂ ਗਤੀਵਿਧੀਆਂ ਨੂੰ ਇਹਨਾਂ ਨੇ ਅੰਜਾਮ ਦੇਣਾ ਹੋਏਗਾ। ਤਾਂ ਜ਼ਾਹਿਰ ਜੀ ਗੱਲ ਹੈ ਗੋਲਡੀ ਬਰਾੜ ਦੀ ਗ੍ਰਿਫਤਾਰੀ ਜਿਹੜੀ ਆ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਣਾ ਇਹ ਪੁਲਿਸ ਦੇ ਲਈ ਇੱਕ ਬਹੁਤ ਵੱਡਾ ਬ੍ਰੇਕ ਥਰੂ ਹੋਏਗਾ ਔਰ ਜਦੋਂ ਉਸ ਨੂੰ ਲਿਆਂਦਾ ਜਾਏਗਾ ਉਸ ਤੋਂ ਬਾਅਦ ਵੀ ਵੱਡੇ ਖੁਲਾਸੇ ਚੱਲਦੇ ਰਹਿਣਗੇ। ਬਿਲਕੁਲ, ਔਰ ਤਸਵੀਰ ਜਿਹੜੀ ਆ ਉਹ ਆਏਗੀ ਜਦੋਂ ਉਸ ਦਾ ਸਭ ਨੂੰ ਇੰਤਜ਼ਾਰ ਹੋਏਗਾ। ਵਿਜੇਪਾਲ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ। ਤਾਂ ਇਹ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਹ ਗੋਲਡੀ ਬਰਾੜ ਦੇ ਨਾਲ ਹੀ ਜੁੜੀ ਵੱਡੀ ਖਬਰ ਹੈ। ਅੱਜ ਦੀਆਂ 3 ਅਹਿਮ ਵੱਡੀਆਂ ਖਬਰਾਂ ਨੇ। ਸਭ ਤੋਂ ਪਹਿਲੀ ਅਹਿਮ ਸਭ ਤੋਂ ਇਹ ਹੈ ਕਿ ਗੋਲਡੀ ਬਰਾੜ ਡਿਟੇਨ ਹੋ ਚੁੱਕਿਆ ਹੈ ਕੈਲੀਫੋਰਨੀਆ ਦੇ ਵਿੱਚ। ਪੰਜਾਬ ਸੀਐਮ ਦੇ ਵੱਲੋਂ ਤਸਦੀਕ ਕਰ ਦਿੱਤਾ ਗਿਆ, ਪੁਖਤਾ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ ਪੰਜਾਬੀਆਂ ਦੇ ਨਾਲ, ਦੇਸ਼ ਦੇ ਨਾਲ। ਔਰ ਦੂਜਾ ਇਹ ਹੈ ਕਿ ਹੁਣ ਜੋ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਅੰਬਾਲਾ ਦੇ ਨੇੜੇ ਵੱਡੀ ਖੇਪ ਬਰਾਮਦ ਹੋਈ ਹੈ। ਤਾਂ ਇਸ ਤੋਂ ਇਲਾਵਾ ਜੋ ਹੈਪੀ ਮਲੇਸ਼ੀਆ ਨੂੰ ਵੀ ਕਾਬੂ ਕੀਤਾ ਗਿਆ। ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਜੱਗੂ ਦੇ ਨਾਲ ਬਿਠਾ ਕੇ ਸਵਾਲ ਜਵਾਬ ਕੀਤੇ ਜਾਣ, यानी कि गोल्डी बराड़ तो पूछा जाए कि कतल की आखिरकार वजह की सी। बेशक वो कुछ भी अपने वालों बयान करता है तो पूरा उसदे वालों सच उगलिया जाए कि क्यों उसदे पुत नूं उन्हां दे पुत नूं मारिया गया है। सिद्धू मूसेवाला दे पिता ने मांग की है। बिल्कुल, और मंग जिहड़ी है कि उसके पीछे स्पेसिफिक वजह है कि संगीत जगत के किहड़े लोग सीगे ये खुलासा होवे, क्योंकि सिद्धू मूसेवाला दे पिता बलकौर सिंह लगातार बकायदा मोहाली की एक सोसाइटी का जिक्र करते रहे ने, उस सोसाइटी का नाम लेंदे रहे ने और लगातार कल भी उन्होंने जो तकरीर दी है तो उसके भी उन्होंने कहा कि उत्थे बैठे हुए किहड़े चेहरे ने जिन्हां ने इस कतल नूं कराया, जिन्हां ने मेरा पुत मरवाया, उन्हां दे चेहरे बेनकाब होने चाहिए ने। व्हाइट कॉलर किहड़े लोग ने जिहड़े इस कतल दे पिछे असल लोग सीगे। गोल्डी बराड़ नूं भी सिद्धू मूसेवाले दे पिता बलकौर सिंह असल कॉन्स्पिरेसी घड़न वाला नहीं मनदे, वो सिर्फ वो ये मन रहे ने कि हाँ ठीक है गोल्डी बराड़ ने कतल कराया, साजिश करी है, पर गोल्डी बराड़ नूं भी किसने कहा सीगा, किसने कहा सीगा कि सिद्धू मूसेवाला नूं कतल करना है, सिद्धू मूसेवाला नूं मारना है, ये किसने कहा सीगा और वो लोग कौन ने, वो व्हाइट कॉलर लोग कौन ने, उन्हां दी जिहड़ी हैगी वो असल हकीकत जिहड़ी हैगी वो सामने आवे। सिद्धू मूसेवाला दे पिता बलकौर सिंह लगातार ही मंग कर रहे हैं। बिल्कुल, और शायद ताही गगन 2 करोड़ रुपए तक अपनी जेब चों देण नूं तैयार सीगे। कल उन्होंने कहता सी कि 2 करोड़ रुपए मैं देण नूं तैयार, अज भी रिपीट कीता उन्होंने अपना बयान कि दसो सरकार जिथे कहेगी मैं 2 करोड़ रुपए उसनूं ट्रांसफर कर देवांगा, पर गोल्डी बराड़ पंजाब चाहिदा है, गोल्डी बराड़ नूं उसदे किते दी सजा चाहिदी है। और जदों इंपैक्ट साडे नाल भी सवेरे गल कर रहे सी तां इत्थों तक उन्होंने कहा कि फांसी दी सजा होवे गोल्डी बराड़ नूं, क्योंकि जिस तरीके दा उसने क्राइम कीता है, बेवजह उसने सिद्धू मूसेवाला नूं उन्हां दे पुੱਤ नूं मारिया है। तां ਇਹ लगातार वो बयान दे रहे ने, लगातार इंसाफ की मांग कर रहे ने। उन्हां दा कहना कि जिन्ना साडे कोल पैसा है जो भी है तां असीं सारा इस
ਤੇ ਨੁਛਾਵਰ ਕਰਨ ਨੂੰ ਤਿਆਰ ਹੈ, ਪਰ ਸਾਨੂੰ ਅਸਲ ਵਜ੍ਹਾ ਜਿਹੜੀ ਹੈ ਉਹ ਪਤਾ ਹੋਣੀ ਚਾਹੀਦੀ ਹੈ। ਔਰ ਜਿਸ ਦਾ ਜ਼ਿਕਰ ਤੁਸੀਂ ਵੀ ਕਰ ਰਹੇ ਹੋ ਕਿ ਜਿਹੜੇ ਲੋਕ ਪਿੱਛੇ ਨੇ, ਜਿਨ੍ਹਾਂ ਦੀ ਜਾਣਕਾਰੀ ਲੋਕਾਂ ਤੱਕ ਨਹੀਂ ਹੈ, ਕਿਉਂਕਿ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਔਰ ਹੋਰ ਸਾਰੀ ਟੀਮ, ਇਸ ਦਾ ਜ਼ਿਕਰ ਅਸੀਂ ਲਗਾਤਾਰ ਕਰਦੇ ਹਾਂ, ਲਗਾਤਾਰ ਇਹਨਾਂ ਦੀ ਚਰਚਾ ਹੁੰਦੀ ਹੈ, ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਚੰਗੇ ਅਹੁਦਿਆਂ ਤੇ ਬੈਠੇ ਹੋਏ ਨੇ, ਉਹਨਾਂ ਦਾ ਜ਼ਿਕਰ ਨਹੀਂ ਹੁੰਦਾ, ਉਹਨਾਂ ਦਾ ਬਾਰ-ਬਾਰ ਚਰਚਾ ਨਹੀਂ ਹੁੰਦੀ, ਕਿਉਂਕਿ ਉਹਨਾਂ ਦੇ ਬਾਰੇ ਹਜੇ ਕਿਸੇ ਤੱਕ ਜਾਣਕਾਰੀ ਨਹੀਂ ਹੈ। ਤਾਂ ਸ਼ਾਇਦ ਇਹ ਉਹਨਾਂ ਦੇ ਪਿਤਾ ਚਾਹੁੰਦੇ ਨੇ ਕਿ ਉਹਨਾਂ ਦੇ ਨਾਂ ਜਿਹੜੇ ਨੇ ਉਹ ਜਨਤਕ ਹੋਣ, ਸਾਹਮਣੇ ਆਉਣ ਔਰ ਬਣਦੀ ਸਜ਼ਾ ਮਿਲੇ। ਬਿਲਕੁਲ ਕੱਲ ਜਦੋਂ ਅੰਮ੍ਰਿਤਸਰ ਦੇ ਵਿੱਚ ਸੀਗੇ ਸ੍ਰੀ ਦਰਬਾਰ ਸਾਹਿਬ, ਜਦੋਂ ਮੱਥਾ ਟੇਕਣ ਤੋਂ ਬਾਅਦ ਬਾਹਰ ਨਿਕਲੇ ਨੇ, ਮੀਡੀਆ ਦੇ ਨਾਲ ਗੱਲ ਕਰ ਰਹੇ ਸੀਗੇ, ਉਦੋਂ ਵੀ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਕੋਈ ਪੋਲੀਟੀਕਲ ਸਿਨੈਰੀਓ ਵੀ ਹੋ ਸਕਦਾ ਹੈ, ਕੋਈ ਪੋਲੀਟੀਕਲ ਜਿਹੜੀ ਹੈਗੀ ਹੈ ਕਨਸਪੀਰੇਸੀ ਵੀ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਜਾਂਚ ਹੋਵੇ ਤਾਂ ਬਹੁਤ ਕੁਝ ਨਿਕਲ ਕੇ ਆਵੇਗਾ, ਹਜੇ ਮੇਰੇ ਕੋਲ ਸਬੂਤ ਨਹੀਂ ਹੈਗਾ ਇਸ ਤਰ੍ਹਾਂ ਦਾ ਕੋਈ, ਪਰ ਜੇਕਰ ਇਸ ਦੀ ਪੂਰੀ ਇਨਕੁਆਇਰੀ ਹੋਏਗੀ, ਇਸ ਦੇ ਵਿੱਚ ਜੇਕਰ ਜਿਹੜੇ ਲੋਕ ਇਨਵੋਲਵ ਨੇ ਉਹ ਸਾਰੇ ਅਰੈਸਟ ਹੋਣਗੇ, ਇੱਥੇ ਲਿਆਂਦੇ ਜਾਣਗੇ, ਤਾਂ ਖੁਲਾਸਾ ਹੋਏਗਾ। ਔਰ ਇਸੇ ਕਰਕੇ ਕਿਤੇ ਨਾ ਕਿਤੇ ਅੱਜ ਵੀ ਜਦੋਂ ਗੋਲਡੀ ਬਰਾੜ ਦੇ ਡਿਟੇਨ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਫਿਰ ਉਹ ਇਹ ਕਹਿੰਦੇ ਨੇ ਕਿ ਹੁਣ ਜਿਹੜਾ ਹੈਗਾ, ਹੁਣ ਵਕਤ ਆਇਆ ਕਿ ਗੋਲਡੀ ਬਰਾੜ ਜੇਕਰ ਡਿਟੇਨ ਹੋ ਗਿਆ ਉਸ ਨੂੰ ਲਿਆਂਦਾ ਜਾਵੇ, ਲਾਰੈਂਸ ਤੇ ਜੱਗੂ ਦੇ ਸਾਹਮਣੇ ਬਿਠਾ ਕੇ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੋਵਾਂ ਦੇ ਸਾਹਮਣੇ ਬਿਠਾ ਕੇ, ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਹੋਵੇ, ਔਰ ਉਸ ਪੁੱਛਗਿੱਛ ਚੋਂ ਉਹ ਫਿਰ ਨਾ ਸਾਹਮਣੇ ਆਣਗੇ ਕਿ ਅਸਲ ਦੇ ਵਿੱਚ ਕੌਣ ਸੀਗੇ, ਕਤਲ ਕਰਨ ਦੇ ਪਿੱਛੇ ਸੀ ਕੌਣ। ਇਹ ਤਾਂ ਮੋਹਰੇ ਨੇ, ਇਹ ਤਾਂ ਅੱਗੇ ਕੰਮ ਕਰਨ ਵਾਲੇ ਨੇ, ਜਿਨ੍ਹਾਂ ਨੂੰ ਪੈਸੇ ਦੇ ਕੇ ਕਤਲ ਕਰਾਏ ਜਾ ਸਕਦੇ ਨੇ, ਪਰ ਇਹਨਾਂ ਦੇ ਪਿੱਛੇ ਕੌਣ ਸੀ ਉਸ ਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ। ਬਿਲਕੁਲ, ਔਰ ਤਾਂ ਵੀ ਅਹਿਮ ਹੈ ਕਿਉਂਕਿ ਪਿਛਲੇ ਦਿਨਾਂ 'ਚ ਇੱਕ ਹਫ਼ਤੇ ਦੇ ਕਰੀਬ ਦਾ ਵਿਦੇਸ਼ੀ ਦੌਰਾ ਵੀ ਕੀਤਾ ਹੈ ਉਹ ਪਰਿਵਾਰ ਨੇ। ਉਹ ਯੂਕੇ ਗਏ ਨੇ, ਹੋਰ ਵੱਖ-ਵੱਖ ਥਾਵਾਂ ਤੇ ਗਏ ਨੇ, ਕੈਨੇਡਾ ਵੀ ਗਏ ਨੇ। ਤਾਂ ਅਜਿਹੇ ਸਮਾਗਮ ਜਿਹੜੇ ਨੇ ਮਿੱਥੇ ਗਏ ਸੀ, ਰੱਖੇ ਗਏ ਸੀ ਮੂਸੇਵਾਲਾ ਨੂੰ ਸਮਰਪਿਤ, ਤਾਂ ਉਸ ਦੇ ਵਿੱਚ ਵੀ ਉਹਨਾਂ ਨੇ ਥਾਪੀ ਵੀ ਮਾਰੀ ਔਰ ਬਹੁਤ ਦੁਬਾਰਾ ਤੋਂ ਜ਼ਿਕਰ ਵੀ ਕੀਤਾ, ਭਾਵੁਕ ਵੀ ਹੋਏ। ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਨੇ ਗਗਨ ਕਹਿ ਸਕਦੇ ਆ ਕਿ ਵਰਲਡ ਵਾਈਡ ਜਿਹੜੀਆਂ ਨੇ ਉਹ ਜਾਂਦੀਆਂ ਨੇ ਔਰ ਸੁਨੇਹਾ ਜਾਂਦਾ ਹੈ। ਇਸੇ ਕਰਕੇ ਅਸੀਂ ਬਾਰ-ਬਾਰ ਜ਼ਿਕਰ ਕਰਦੇ, ਸ਼ਾਇਦ ਇੱਕ ਪ੍ਰੈਸ਼ਰ ਵੀ ਬਿਲਡ ਹੁੰਦਾ ਹੈ, ਜਿਸ ਤੋਂ ਬਾਅਦ ਗੋਲਡੀ ਬਰਾੜ ਨੂੰ ਹੁਣ ਡਿਟੇਨ ਕੀਤਾ ਗਿਆ। ਔਰ ਇਹ ਵੀ ਹੈ ਜਿਸ ਤਰ੍ਹਾਂ ਦੇ ਨਾਲ ਪੋਲੀਟੀਕਲ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਮਾਨਸਾ ਤੋਂ ਚੋਣ ਵੀ ਲੜੀ ਗਈ ਸੀ ਸਿੱਧੂ ਮੂਸੇਵਾਲਾ ਦੇ ਵੱਲੋਂ, ਉਸ ਵੇਲੇ ਚੋਣ ਲੜੀ, ਬੇਸ਼ੱਕ ਉਹ ਹਾਰੇ, ਤਾਂ ਇਸ ਕਰਕੇ ਵੀ ਇੱਕ ਵਜ੍ਹਾ ਜਿਹੜੀ ਆ ਉਹ ਸ਼ਾਇਦ ਮੰਨ ਸਕਦੇ ਨੇ। ਇਸ ਕਰਕੇ ਵੀ ਪੋਲੀਟੀਕਲ ਐਂਗਲ ਉਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ, ਲਗਾਤਾਰ ਜਦੋਂ ਉਹ ਮੀਡੀਆ ਦੇ ਨਾਲ ਮੁਖਾਤਿਬ ਹੁੰਦੇ ਨੇ ਜਾਂ ਲੋਕਾਂ ਦੇ ਸਾਹਮਣੇ ਰੂਬਰੂ ਹੁੰਦੇ ਨੇ ਤਾਂ ਉਹ ਜ਼ਿਕਰ ਕਰ ਰਹੇ ਨੇ। ਤਾਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਅੱਜ ਸੰਤੁਸ਼ਟੀ ਜ਼ਰੂਰ ਹੋਏਗੀ, ਕਿਉਂਕਿ ਗਗਨ ਜਿਸ ਵੇਲੇ ਨਿਊਜ਼ 18 ਪੰਜਾਬ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਵਾਕਈ ਹੀ ਗੋਲਡੀ ਬਰਾੜ ਡਿਟੇਨ ਹੋਇਆ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋਏਗੀ, ਸੰਤੁਸ਼ਟੀ ਹੋਏਗੀ, ਕਿਉਂਕਿ ਬਣਦੀ ਸਜ਼ਾ ਦਾ ਇੱਕ ਰਾਹ ਜਿਹੜਾ ਉਹ ਖੁੱਲ ਗਿਆ। ਬਿਲਕੁਲ, ਬਣਦੀ ਸਜ਼ਾ ਦਾ ਰਾਹ ਖੁੱਲ ਗਿਆ, ਪਰ ਇਹ ਰਾਹ ਇੰਨਾ ਸੌਖਾ ਨਹੀਂ ਹੈਗਾ ਗੁਰਜੋਤ। ਜਿਹੜੀ ਗੱਲ ਅਸੀਂ ਪਹਿਲਾਂ ਕਰ ਰਹੇ ਸੀਗੇ ਕਿ ਉੱਥੇ ਗ੍ਰਿਫਤਾਰੀ, ਉੱਥੇ ਡਿਟੇਨ ਹੋਣਾ, ਉਹ ਡਿਟੇਨ ਹੋਣ ਤੋਂ ਲੈ ਕੇ ਫਿਰ ਇੱਥੇ ਤੱਕ ਆਣਾ, ਇਹ ਆਪਣੇ ਆਪ ਵਿੱਚ ਪ੍ਰੋਸੀਜਰ ਜਿਹੜਾ ਹੈਗਾ ਇੱਕ ਲੰਮਾ ਪ੍ਰੋਸੀਜਰ ਹੈ, ਜਿਸ ਦਾ ਜ਼ਿਕਰ ਵਿਜੇ ਵੀ ਕਰ ਰਹੇ ਸੀਗੇ ਕਿ ਹੁਣ ਪ੍ਰੋਸੀਜਰ ਸ਼ੁਰੂ ਹੋਏਗਾ। ਹੁਣ ਅਦਾਲਤ ਦੇ ਵਿੱਚ ਜਿਹੜੀ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਦੇ ਸਾਹਮਣੇ ਸਬੂਤ ਜਾਣਗੇ ਔਰ ਪ੍ਰੂਵ ਕਰਨਾ ਹੋਏਗਾ, ਸਾਰੀ ਚੀਜ਼ਾਂ ਪ੍ਰੂਵ ਕਰਨੀਆਂ ਹੋਣਗੀਆਂ। ਜਿਹੜੀ ਤੁਸੀਂ FIR ਦੇ ਵਿੱਚ ਮਾਮਲੇ ਦਰਜ ਕੀਤੇ ਨੇ, ਉਹ ਪਹਿਲਾਂ ਉੱਥੇ ਇੱਕ ਲੜਾਈ ਲੜਨੀ ਪਏਗੀ ਇੰਡੀਅਨ ਸਿਕਿਉਰਿਟੀ ਏਜੰਸੀਜ਼ ਨੂੰ, ਇੰਡੀਅਨ ਸੁਰੱਖਿਆ ਏਜੰਸੀਜ਼ ਨੂੰ, ਕਿ ਇਹ ਵਾਕਈ ਇਹੀ ਸ਼ਖਸ ਹੈਗਾ, ਇਸੇ ਨੇ ਵਾਰਦਾਤਾਂ ਅੰਜਾਮ ਦਿੱਤੀਆਂ ਨੇ, ਇਹੀ ਉਹ ਸ਼ਖਸ ਹੈਗਾ ਜਿਸ ਦੇ ਉੱਤੇ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ 16 FIR ਦਰਜ ਨੇ, ਇਹੀ ਉਹ ਸ਼ਖਸ ਹੈਗਾ ਜਿਸ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ 16 FIR ਦਰਜ ਨੇ ਉਹਨਾਂ ਦੇ ਵਿੱਚ ਕਤਲ ਤੇ ਇਰਾਦਤਨ ਕਤਲ ਦੀ ਤਕਰੀਬਨ 10 ਤੋਂ 12 FIR ਨੇ, ਜਿਨ੍ਹਾਂ ਦੇ ਵਿੱਚ ਧਾਰਾ 302 ਲੱਗੀ ਹੋਈ ਹੈ, 307 ਲੱਗੀ ਹੋਈ ਹੈ। ਇਹ ਉੱਥੇ ਪ੍ਰੂਵ ਕਰਨਾ ਹੋਏਗਾ, ਕਿਉਂਕਿ ਰਿਟਰਨ ਕੰਪਲੇਂਟ ਨਹੀਂ ਸਿਰਫ ਇਸ ਦੇ ਵਿੱਚ ਪ੍ਰੂਵ ਜਿਹੜਾ ਹੈਗਾ ਉੱਥੇ ਹੋਏਗਾ। ਔਰ ਉਸ ਤੋਂ ਬਾਅਦ ਉੱਥੇ ਦੀ ਅਦਾਲਤ ਦਾ, ਉੱਥੇ ਦਾ ਕਾਨੂੰਨ ਜਿਹੜਾ ਹੈਗਾ ਉਹ ਕੀ ਕਹਿੰਦਾ ਹੈ। ਔਰ ਇਹ ਵੀ ਹੈ ਕਿ ਅਮਰੀਕਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਨਾਲੋਂ ਜਾਂ ਬਾਕੀ ਕੰਟਰੀਜ਼ ਦੇ ਨਾਲੋਂ ਜ਼ਿਆਦਾ ਮੁਸ਼ਕਿਲ ਹੈ ਉੱਥੇ ਦਾ ਪ੍ਰੋਸੈਸ ਹੈ, ਇਹ ਵੀ ਜ਼ਿਕਰਯੋਗ ਹੈ, ਕਿਉਂਕਿ ਉੱਥੇ ਜਿਹੜੀ ਡੈਮੋਕ੍ਰੈਟਿਕ ਜਿਹੜੀ ਉੱਥੇ ਸਿਚੁਏਸ਼ਨ ਹੈਗੀ ਉਹ ਡੈਮੋਕ੍ਰੇਸੀ ਦੇ ਆਧਾਰ ਤੇ ਉੱਥੇ ਜਿਹੜਾ ਕਿਹਾ ਜਾਂਦਾ ਹੈ ਕਿ ਜਿਸ ਤਰੀਕੇ ਸਾਡੇ ਕਾਨੂੰਨ ਵਿੱਚ ਕਿਹਾ ਜਾਂਦਾ ਹੈ ਕਿ 1000 ਗੁਨਾਹਗਾਰ ਜਿਹੜੇ ਹੈਗੇ ਉਹ ਆਜ਼ਾਦ ਹੋ ਜਾਣ ਪਰ ਕਿਸੇ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਇਹ ਸਾਡੇ ਕਾਨੂੰਨ ਦੇ ਬਾਰੇ ਲਿਖਿਆ ਗਿਆ ਹੈ, ਕਿਹਾ ਗਿਆ, ਔਰ ਬਹੁਤ ਸਾਰੀ ਵਾਰ ਇਸ ਤੇ ਚਰਚਾ ਵੀ ਹੁੰਦੀ ਹੈ। ਤਾਂ ਇਸੇ ਕਰਕੇ ਕਿਤੇ ਨਾ ਕਿਤੇ ਇਹ ਵੀ ਹੁੰਦਾ ਕਿ ਪ੍ਰੋਸੀਜਰ ਬਹੁਤ ਲੰਮੇ ਹੋ ਜਾਂਦੇ ਨੇ, ਕਈ ਕੇਸ ਕਈ ਸਾਲ ਤੱਕ ਚੱਲਦੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਉਦਾਹਰਣ ਨੇ। ਸੋ ਗੋਲਡੀ ਬਰਾੜ ਨੂੰ ਇੱਥੇ ਤੱਕ ਲੈ ਕੇ ਆਣਾ, ਜਿਸ ਦਾ ਜ਼ਿਕਰ CM ਨੇ ਵੀ ਕੀਤਾ ਕਿ ਡਿਟੇਨ ਤਾਂ ਕਰ ਲਿਆ ਪਰ ਹਜੇ ਇੱਥੇ ਤੱਕ ਲਿਆਣਾ ਆਪਣੇ ਆਪ ਵਿੱਚ ਇੱਕ ਪ੍ਰੋਸੀਜਰ ਹੈ, ਉਸ ਨੂੰ ਕਿੰਨਾ ਵਕਤ ਲੱਗੇਗਾ ਇਹ ਹੁਣ ਦੇਖਣਾ ਹੋਏਗਾ। ਬਿਲਕੁਲ, ਇਹ ਬਹੁਤ ਅਹਿਮ ਹੈ ਔਰ ਲਗਾਤਾਰ ਇਸ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ CM ਭਗਵੰਤ ਮਾਨ ਬੇਸ਼ੱਕ ਗੁਜਰਾਤ ਦੌਰੇ ਤੇ ਨੇ ਪਰ ਉੱਥੋਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ, ਪ੍ਰੈਸ ਕਾਨਫਰੰਸ ਉਹ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਹੈ ਤਾਂ ਕਿ ਦੁਵਿਧਾ ਜਿਹੜੀ ਹੈ ਦੂਰ ਹੋ ਜਾਵੇ। ਇਫ ਐਂਡ ਬਟ ਰਹਿੰਦਾ ਹੈ ਜਦੋਂ ਸੂਤਰਾਂ ਦੇ ਹਵਾਲੇ ਤੋਂ ਖਬਰ ਆਉਂਦੀ ਹੈ, ਪਰ ਨਿਊਜ਼ 18 ਪੰਜਾਬ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਖਬਰ ਜਿਹੜੀ ਹੈ ਆਪਣੇ ਦਰਸ਼ਕਾਂ ਤੱਕ ਸਭ ਤੋਂ ਪਹਿਲਾਂ ਪਹੁੰਚਾਈ ਸੀ, ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ
ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ, ਕੈਲੀਫੋਰਨੀਆ ਦੇ ਵਿੱਚ ਕੀਤਾ ਗਿਆ। ਇੱਥੋਂ ਤੱਕ ਕਿ ਸਾਰਾ ਡਾਟਾ ਇਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਕਿੱਥੇ ਉਸਨੇ ਟਿਕਾਣੇ ਬਦਲੇ ਨੇ, ਕਿੱਥੇ ਉਹ ਰਿਹਾ ਹੈ, ਕੈਨੇਡਾ ਤੋਂ ਕਦੋਂ ਮੂਵ ਹੋਇਆ ਹੈ। ਸਾਰੀ ਜਾਣਕਾਰੀ ਸਾਡੇ ਸਹਿਯੋਗੀ ਮਨੋਜ ਰਾਠੀ ਵੀ ਸਾਡੇ ਨਾਲ ਬਕਾਇਦਾ ਸਾਂਝੀ ਕਰ ਰਹੇ ਨੇ, ਔਰ ਕਿਸ ਤਰੀਕੇ ਦੇ ਨਾਲ ਉਸਨੇ ਵਾਰਦਾਤ ਨੂੰ ਅੰਜਾਮ ਦਿਵਾਇਆ ਔਰ ਫਿਰ ਕਦੋਂ ਜ਼ਿੰਮੇਵਾਰੀ ਵੀ ਲਈ ਗਈ ਹੈ। ਬਹੁਤ ਅਹਿਮ ਹੋ ਜਾਂਦਾ ਹੈ ਗਗਨ ਕੀ ਜ਼ਿੰਮੇਵਾਰੀ ਬਕਾਇਦਾ ਲਈ ਹੋਵੇ, ਇੰਨੀ ਬੇਖੌਫੀ, ਇੰਨਾ ਜ਼ਿਆਦਾ ਜਿਹੜਾ ਕਹਿ ਸਕਦੇ ਆ ਕਿ ਪੂਰੀ ਤਰ੍ਹਾਂ ਦੇ ਨਾਲ ਓਵਰ ਕੌਨਫੀਡੈਂਸ ਕਹਿ ਸਕਦੇ ਆ, ਕਿਉਂਕਿ ਸ਼ਾਇਦ ਲੱਗਦਾ ਸੀ ਕਿ ਵਿਦੇਸ਼ 'ਚ ਬੈਠ ਕੇ ਲੁਕਿਆ ਜਾ ਸਕਦਾ, ਛਿਪਿਆ ਜਾ ਸਕਦਾ, ਪਰ ਅਜਿਹਾ ਪੋਸੀਬਲ ਨਹੀਂ ਹੋਇਆ। ਬਿਲਕੁਲ ਉਹ ਪ੍ਰੋਸੀਜਰ ਜਿਹੜਾ ਹੈਗਾ ਉਹ ਕਾਫੀ ਚਿਰ ਤੋਂ ਚੱਲ ਰਿਹਾ ਸੀਗਾ ਔਰ ਲਗਾਤਾਰ ਜਿਹੜਾ ਹੈਗਾ ਓਪਨ ਵਾਰੰਟ ਵੀ ਜਾਰੀ ਹੋਏ ਗੋਲਡੀ ਬਰਾੜ ਦੇ ਖਿਲਾਫ। ਗੁਰਲਾਲ ਪਹਿਲਵਾਨ ਦੇ ਕਤਲ ਕੇਸ ਦੇ ਵਿੱਚ, ਫਰੀਦਕੋਟ ਦੇ ਵਿੱਚ ਜਿਹੜਾ ਕਤਲ ਹੋਇਆ ਸੀਗਾ, ਉਸ ਦੇ ਵਿੱਚ ਓਪਨ ਵਾਰੰਟ ਜਾਰੀ ਹੋਏ ਸੀਗੇ ਔਰ ਉਸ ਦੇ ਆਧਾਰ ਤੇ ਵੀ ਕਿਤੇ ਨਾ ਕਿਤੇ ਕਾਰਵਾਈ ਹੋਈ ਹੈ। ਅਜਿਹੀ ਜਾਣਕਾਰੀ ਮਨੋਜ ਵੀ ਦੇ ਰਹੀ ਸੀ। ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ ਤੇ ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਲਗਾਤਾਰ ਜਾਰੀ ਹੈ। ਬਿਲਕੁਲ ਵੇਖਦੇ ਰਹੋ ਨਿਊਜ਼ 18 ਪੰਜਾਬ ਤੇ। ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕਸਮ ਦੀ ਤਿਆਰੀ ਦੇ ਵਿੱਚ ਇਸ ਸਮੇਂ NIA ਨਜ਼ਰ ਆ ਰਹੀ ਹੈ। ਉਧਰ FM ਰੇਡੀਓ ਚੈਨਲਸ ਦੇ ਉੱਤੇ, ਯਾਨੀ ਜਿਹੜੇ ਪ੍ਰਾਈਵੇਟ ਰੇਡੀਓ ਚੈਨਲਸ ਵੀ ਨੇ, ਉਹ ਗਨ ਕਲਚਰ, ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਨਹੀਂ ਵਜਾ ਸਕਣਗੇ। ਸੂਚਨਾ ਪ੍ਰਸਾਰਣ ਮੰਤਰਾਲੇ ਦੀ ਸਖਤ ਐਡਵਾਈਜ਼ਰੀ ਹੈ। ਕੇਂਦਰ ਸਰਕਾਰ ਨੇ ਰੇਡੀਓ ਚੈਨਲਸ ਨੂੰ ਅਜਿਹੇ ਗਾਣੇ ਚਲਾਉਣ ਤੋਂ ਅਗਾਹ ਕੀਤਾ ਹੈ ਜੋ ਸ਼ਰਾਬ, ਡਰੱਗਸ, ਗਨ ਕਲਚਰ ਸਣੇ ਅਸਮਾਜਿਕ ਸਰਗਰਮੀਆਂ ਨੂੰ ਵਧਾਵਾ ਦਿੰਦੇ ਨੇ। ਮੰਤਰਾਲੇ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਅਜਿਹੇ ਗਾਣਿਆਂ ਦਾ ਪ੍ਰਸਾਰਣ AIR ਪ੍ਰੋਗਰਾਮ ਕੋਡ ਦੇ ਖਿਲਾਫ ਹੋਵੇਗਾ। ਸਰਕਾਰ ਦੇ ਵੱਲੋਂ ਜਾਰੀ ਐਡਵਾਈਜ਼ਰੀ ਦੇ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਉਲੰਘਣ ਹੋਣ ਦੇ ਉੱਤੇ ਗ੍ਰਾਂਟ ਆਫ ਪਰਮਿਸ਼ਨ ਐਗਰੀਮੈਂਟ ਅਤੇ ਮਾਈਗ੍ਰੇਸ਼ਨ ਗ੍ਰਾਂਟ ਆਫ ਪਰਮਿਸ਼ਨ ਐਗਰੀਮੈਂਟ ਦੇ ਵਿੱਚ ਤੈਅ ਨਿਯਮਾਂ ਅਤੇ ਸ਼ਰਤਾਂ ਦੇ ਮੁਤਾਬਕ ਹੁਕਮਾਂ ਦੀ ਉਲੰਘਣਾ ਕਰਨ ਦੇ ਉੱਤੇ ਕਾਰਵਾਈ ਹੋਵੇਗੀ। ਦਰਅਸਲ ਮੰਤਰਾਲੇ ਨੇ ਕੁਝ FM ਚੈਨਲਸ ਨੂੰ ਸ਼ਰਾਬ, ਡਰੱਗਸ, ਹਥਿਆਰ, ਗੈਂਗਸਟਰ ਸੰਬੰਧੀ ਗਾਣੇ ਚਲਾਉਂਦੇ ਨੋਟਿਸ ਕੀਤਾ, ਜਿਸ ਤੋਂ ਬਾਅਦ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਆਇਕ ਨੋਟ ਲਿਖਿਆ ਸੀ ਕਿ ਅਜਿਹੀ ਸਮੱਗਰੀ ਨਵੀਂ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਗਨ ਕਲਚਰ ਨੂੰ ਜਨਮ ਦਿੰਦੀ ਹੈ। ਤਾਂ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਹੁਣ ਰੇਡੀਓ ਦੇ ਉੱਤੇ ਵੱਜਦੇ ਹੋਏ ਵੀ ਨਹੀਂ ਸੁਣਾਈ ਦੇਣਗੇ। ਪਰ ਦੂਜੇ ਪਾਸੇ ਸਵਾਲ ਕੀ ਹੈ ਕਿ ਗਨ ਕਲਚਰ ਦੇ ਉੱਤੇ, ਗਾਣਿਆਂ ਦੇ ਉੱਤੇ ਰੋਕ ਲਗਾ ਕੇ ਗਨ ਕਲਚਰ ਤੇ ਕਾਬੂ ਪਾਇਆ ਜਾ ਸਕੇਗਾ। ਖਾਸ ਤੌਰ ਤੇ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਕਿ ਉਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕੇਗਾ। ਖੈਰ ਅੱਗੇ ਵਧਦਿਆਂ ਤੇ ਵਾਰੀ ਹੁਣ ਅੱਜ ਦੇ ਸਵਾਲ ਦੀ ਹੈ। ਜ਼ਿਕਰ ਰੇਡੀਓ ਦਾ ਹੋਇਆ, ਇਸ ਕਰਕੇ ਰੇਡੀਓ ਦੇ ਨਾਲ ਜੁੜਿਆ ਹੋਇਆ ਹੀ ਅੱਜ ਦਾ ਸਵਾਲ ਹੈ ਕਿ ਦੇਸ਼ ਦੇ ਵਿੱਚ, ਯਾਨੀ ਭਾਰਤ ਦੇ ਵਿੱਚ ਪਹਿਲੀ ਵਾਰ ਰੇਡੀਓ ਪ੍ਰਸਾਰਣ ਕਦੋਂ ਹੋਇਆ ਸੀ। ਰੇਡੀਓ ਦੇ ਉੱਤੇ ਡਰੱਗਸ ਨੂੰ ਪ੍ਰਮੋਟ ਕਰਦੇ ਤੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਗਾਣੇ ਨਾ ਵਜਾਏ ਜਾਣ, ਇਹ ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਤਾਂ ਇਸ ਕਰਕੇ ਅੱਜ ਅਸੀਂ ਇਹ ਸਵਾਲ ਪੁੱਛ ਰਹੇ ਹਾਂ ਕਿ ਭਾਰਤ ਦੇ ਵਿੱਚ ਪਹਿਲੀ ਵਾਰ ਰੇਡੀਓ ਪ੍ਰਸਾਰਣ ਕਦੋਂ ਹੋਇਆ ਸੀ। ਤੁਸੀਂ 4 ਆਪਸ਼ਨਸ ਦੇ ਵਿੱਚੋਂ ਇੱਕ ਸਹੀ ਆਪਸ਼ਨ ਹੈ, ਉਸ ਨੂੰ ਚੂਜ਼ ਕਰ ਸਕਦੇ ਹੋ। A 1913 ਚ, B 1920 ਦੇ ਵਿੱਚ, C 1923 ਦੇ ਵਿੱਚ ਜਾਂ D 1927 ਦੇ ਵਿੱਚ। ਸਹੀ ਆਪਸ਼ਨ ਕੀ ਹੈ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਦੌਰਾਨ ਹੀ ਦੱਸਾਂਗੇ ਪੂਰੀ ਜਾਣਕਾਰੀ ਦੇ ਨਾਲ ਕਿ ਕਦੋਂ, ਕਿੱਥੇ ਪਹਿਲੀ ਵਾਰ ਰੇਡੀਓ ਵੱਜਿਆ, ਪ੍ਰਸਾਰਣ ਹੋਇਆ ਤੇ ਪ੍ਰਸਾਰਣ ਸਮੇਂ ਕੀ ਕੁਝ ਮਾਹੌਲ ਸੀ ਦੇਸ਼ ਦਾ। ਪਰ ਇਹਨਾਂ ਜ਼ਰੂਰ ਹੈ ਆਪਸ਼ਨਸ ਦੇ ਵਿੱਚ ਤੁਸੀਂ ਸਮਝ ਚੁੱਕੇ ਹੋ ਕਿ ਆਜ਼ਾਦੀ ਤੋਂ ਪਹਿਲਾਂ ਰੇਡੀਓ ਦਾ ਪ੍ਰਸਾਰਣ ਸ਼ੁਰੂ ਹੋ ਚੁੱਕਾ ਸੀ। ਖੈਰ ਜ਼ਿਕਰ ਗਨ ਕਲਚਰ ਦਾ ਹੋ ਰਿਹਾ ਤੇ ਗਨ ਕਲਚਰ ਦੇ ਖਿਲਾਫ ਪੁਲਿਸ ਨੇ ਮੁੜ ਤੋਂ ਐਕਸ਼ਨ ਕੀਤਾ ਹੈ ਤੇ ਸ਼ਿਕੰਜੇ ਦੇ ਵਿੱਚ ਆਇਆ ਇੱਕ ਪੰਜਾਬੀ ਗਾਇਕ ਕੁਲਜੀਤ। ਤੇ ਸਿੰਗਰ ਕੁਲਜੀਤ ਦੇ ਖਿਲਾਫ ਮੋਗਾ ਦੇ ਬਾਗਾ ਪੁਰਾਣਾ ਦੇ ਵਿੱਚ ਕੇਸ ਦਰਜ ਕਰ ਦਿੱਤਾ ਗਿਆ, ਜਿਸ ਤੇ ਆਪਣੇ ਗੀਤਾਂ ਦੇ ਰਾਹੀਂ ਅਸਲੀਅਤ ਤੇ ਹਿੰਸਾ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਲੱਗੇ ਨੇ। ਵੱਡੀ ਗੱਲ ਇਹ ਹੈ ਕਿ ਗਾਇਕ ਕੁਲਜੀਤ ਖੁਦ ਮੋਗਾ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਡਿਊਟੀ ਵੀ ਨਿਭਾ ਰਿਹਾ ਹੈ। ਕੁਲਜੀਤ ਸਿੰਘ ਸਾਡੇ ਪੰਜਾਬ ਪੁਲਿਸ ਮੋਗਾ ਪੁਲਿਸ ਦਾ ਕਾਂਸਟੇਬਲ ਹੈ। ਇਹ ਸੋਸ਼ਲ ਮੀਡੀਆ ਤੇ ਆਪਣੇ ਪੰਜਾਬੀ ਗਾਣੇ ਗਾ ਕੇ ਅਪਲੋਡ ਕਰਦਾ ਸੀ ਤੇ ਇਹਨੇ ਇੱਕ ਗਾਣਾ ਅਪਲੋਡ ਕੀਤਾ ਲੇਟੈਸਟ, ਜਿਸ 'ਚ ਇਹਨੇ ਹਥਿਆਰਾਂ ਨੂੰ ਗਲੋਰੀਫਾਈ ਕੀਤਾ ਤੇ ਹਥਿਆਰਾਂ ਬਾਰੇ ਗਾਣਾ ਗਾਇਆ ਤੇ ਇਹਦੇ ਅਗੇਂਸਟ ਅਸੀਂ FIR ਨੰਬਰ 249 PS ਬਾਗਾ ਪੁਰਾਣਾ ਰਜਿਸਟਰ ਕੀਤੀ ਅੰਡਰ ਸੈਕਸ਼ਨ 1। ਕੁਲਜੀਤ ਦਾ ਗੀਤ ਮਹਾਕਾਲ ਕੁਝ ਸਮਾਂ ਪਹਿਲਾਂ YouTube ਦੇ ਉੱਤੇ ਅਪਲੋਡ ਕੀਤਾ ਗਿਆ ਸੀ ਤੇ ਹੁਣ ਪੁਲਿਸ ਨੇ ਧਾਰਾ 188 ਦੇ ਤਹਿਤ ਮਾਮਲਾ ਦਰਜ ਕਰਕੇ ਕੁਲਜੀਤ ਦੀ ਗ੍ਰਿਫਤਾਰੀ ਦੀ ਤਿਆਰੀ ਖਿੱਚ ਦਿੱਤੀ ਹੈ। ਪਰ ਪੁਲਿਸ ਨੇ ਸਾਫ਼ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।
खैर कुलजीत ਦੇ ਉੱਤੇ ਤਾਂ ਪਰਚਾ ਹੋ ਗਿਆ, ਪਰ ਸਵਾਲ ਇਹੀ ਬਾਰ-ਬਾਰ ਉੱਠਦਾ ਹੈ ਕਿ ਬਾਕੀ ਜਿਹੜੇ ਵੱਡੇ अप्लाई करो बिना IELTS के हाई सक्सेस रेट गवर्नमेंट अप्रूव्ड द येलो लीग। इस न्यूज़ हेडलाइंस के प्रायोजक कनाडा ਦੇ PR ਲਈ अप्लाई करो बिना IELTS के हाई सक्सेस रेट गवर्नमेंट अप्रूव्ड द येलो लीग। ਉਹਨਾਂ ਦੇ ਵੱਲੋਂ ਇਸ ਤਰੀਕੇ ਦਾ ਕੋਈ ਗੀਤ ਗਾਇਆ ਜਾਂਦਾ ਹੈ ਜਾਂ ਰਿਲੀਜ਼ ਕੀਤਾ ਜਾਂਦਾ ਹੈ ਕਿ ਐਕਸ਼ਨ ਹੋਏਗਾ। ਖੈਰ ਪੰਜਾਬ ਦੇ ਵਿੱਚ ਸਰਹੱਦੀ ਸੁਰੱਖਿਆ ਦੇ ਉੱਤੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਚਿੰਤਾ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਹਨ। ਗਵਰਨਰ ਨੇ ਕਿਹਾ ਕਿ ਸਰਹੱਦ ਪਾਰ ਪਾਕਿਸਤਾਨ ਤੋਂ ਹੋ ਰਹੀਆਂ ਸਰਗਰਮੀਆਂ ਚਿੰਤਾ ਵਧਾਉਣ ਵਾਲੀਆਂ ਨੇ, ਸਾਨੂੰ ਅਲਰਟ ਰਹਿਣਾ ਹੋਵੇਗਾ, ਪੁਲਿਸ ਨੂੰ ਹੋਰ ਸਖਤ ਹੋਣ ਦੀ ਜ਼ਰੂਰਤ ਹੈ। जो स्मगलिंग वेपन्स ड्रोन एंड एवरीथिंग इज कमिंग, चिंता का विषय है, इस पर तो अलर्ट रहना पड़ेगा। मैं BSF मिलिट्री पुलिस सबको लेके गया था, एंड मोर एवर पुलिस को टाइट करना पड़ेगा, पुलिस को भी थाने मजबूत करने पड़ेंगे, जरूरी है, बहुत ज़्यादा। ਗਵਰਨਰ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ। ਰਾਜਪਾਲ ਪੁਰੋਹਿਤ ਨੇ ਇਸ ਦੌਰਾਨ ਸਰਹੱਦ ਤੇ ਹੋ ਰਹੀ ਇਲੀਗਲ ਮਾਈਨਿੰਗ ਨੂੰ ਦੇਸ਼ ਦੇ ਲਈ ਵੱਡਾ ਖਤਰਾ ਦੱਸਿਆ ਸੀ ਅਤੇ ਕਿਹਾ ਸੀ ਕਿ ਅਜਿਹੇ ਲੋਕਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਖਰੜ ਤੋਂ ਖਬਰ ਲਵਾਂਗੇ। ਖਰੜ ਦੇ ਵਿੱਚ ਇੱਕ ਪਾਸੇ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਇਸ ਵਿਚਾਲੇ ਹੋ ਗਈ ED ਦੀ ਰੇਡ। ਦਿੱਲੀ ਤੇ ਚੰਡੀਗੜ੍ਹ ਤੋਂ ED ਦੀ ਟੀਮਾਂ ਨੇ ਖਰੜ ਦੇ ਮਸ਼ਹੂਰ ਬਿਲਡਰ ਭੁਪਿੰਦਰ ਸਿੰਘ ਕਾਲਾ ਦੇ ਘਰ ਦੇ ਵਿੱਚ ਛਾਪਾ ਮਾਰਿਆ। ਖਰੜ 'ਚ ਬਿਲਡਰ ਦੇ ਘਰ ਦੇ ਉੱਤੇ ਜਦੋਂ ਰੇਡ ਕੀਤੀ ਗਈ ਤਾਂ ਉਹਨਾਂ ਦੇ ਘਰ ਦੇ ਵਿੱਚ ਬੇਟੇ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਅਚਾਨਕ ਪੁਲਿਸ ਦੇ ਨਾਲ ED ਦੇ ਅਫਸਰ ਦਿਨ ਦੇ ਸਮੇਂ ਆ ਪਹੁੰਚੇ। ਅਜਿਹੇ 'ਚ ਮਹਿਮਾਨ ਵੀ ਘਬਰਾਏ ਨਜ਼ਰ ਆਏ। ਖਰੜ 'ਚ ਅਸੀਂ ਖੜੇ ਆ, ਹਾਲਾਂਕਿ ਇੱਥੇ ਫੰਕਸ਼ਨ ਚੱਲ ਰਿਹਾ ਸੀਗਾ ਇਹਨਾਂ ਦੀ ਫੈਮਿਲੀ ਦੇ, ਉੱਥੇ ਵੀ ED ਦੀ ਜਿਹੜੀ ਟੀਮ ਹੈ ਉਹ ਪਹੁੰਚੀ ਹੋਈ ਹੈ। ਰਾਤ ਨੂੰ ਹੀ ਫੰਕਸ਼ਨ ਸੀਗਾ। ਭੁਪਿੰਦਰ ਸਿੰਘ ਦੱਸਿਆ ਜਾ ਰਿਹਾ ਇਹਨਾਂ ਦਾ ਨਾਮ, ਇਹ ਵੀ ਬਿਲਡਰ ਦੇ ਬਹੁਤ ਨਾਮੀ ਬਿਲਡਰ ਦੇ ਬਹੁਤ ਨਜ਼ਦੀਕੀ ਨੇ ਤੇ ਬਿਲਡਰ ਦਾ ਵੀ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਹੈ ਦੱਸਿਆ ਜਾ ਰਿਹਾ ਹੈ। ਤੇ ਇਹਨਾਂ ਦੇ ਵੀ ਘਰ ਜਿਹੜੀ ਰੇਡ ਕੀਤੀ ਗਈ ਹੈ, ਤਸਵੀਰਾਂ ਤੁਸੀਂ ਵੇਖ ਰਹੇ ਹੋ। ਹਾਲਾਂਕਿ ਸਿਕਿਉਰਿਟੀ ਇੱਥੇ ਲਾਈ ਗਈ ਹੈ, ਅੰਦਰ ਕਿਸੇ ਨੂੰ ਜਾਣ ਦੀ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਹੈ। ਭੁਪਿੰਦਰ ਸਿੰਘ ਕਾਲਾ ਤੋਂ ਇਲਾਵਾ ਬਿਲਡਰ ਰਣਜੀਤ ਸਿੰਘ ਗਿੱਲ ਦੇ ਦਫ਼ਤਰ ਅਤੇ ਘਰ ਦੇ ਉੱਤੇ ਵੀ ED ਨੇ ਛਾਪਾ ਮਾਰਿਆ। ਫਿਲਹਾਲ ਅਜੇ ਜਾਣਕਾਰੀ ਨਹੀਂ ਹੈ ਕਿ ਰੇਡ ਕਿਸ ਦੀ ਸ਼ਿਕਾਇਤ ਦੇ ਉੱਤੇ ਕੀਤੀ ਗਈ। ਤਾਂ ED ਦੇ ਵੱਲੋਂ ਇਹ ਛਾਪਾ ਮਾਰਿਆ ਗਿਆ। ਖੈਰ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਇਸ ਵਿਚਾਲੇ ਜਦੋਂ ਅਫਸਰ ਪਹੁੰਚ ਜਾਂਦੇ ਨੇ ਤਾਂ ਫਿਰ ਇੱਕ ਅਜਿਹੀ ਸਥਿਤੀ ਜ਼ਰੂਰ ਬਣ ਜਾਂਦੀ ਹੈ, ਕਿਉਂਕਿ ਜਿਹੜੇ ED ਹੋਵੇ ਜਾਂ IT ਦੀਆਂ ਰੇਡ ਹੁੰਦੀਆਂ ਨੇ ਉਹ ਮਾਹੌਲ ਨੂੰ ਤਾਂ ਵੱਖਰਾ ਜ਼ਰੂਰ ਬਣਾ ਦਿੰਦੀਆਂ ਨੇ। ਹੁਣ ਅੱਗੇ ਵਧਦੇ ਹਾਂ। ਮੰਤਰੀ ਦਾ ਦੌਰਾ ਸੀ ਤੇ ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਵਰਕਰ ਉਲਝ ਗਏ। ਖਬਰ ਹੈ ਜਲੰਧਰ। ਮੀਟਰ ਦੇ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਉਲਝੇ ਨੇ। ਸਾਬੀ ਗਿੱਲ ਤੇ ਜੋਗਿੰਦਰ ਹੱਥੋਂ ਪਾਈ ਹੋ ਗਏ। ਪੁਲਿਸ ਨੂੰ ਫਿਰ ਹਲਕਾ ਬਲ ਪ੍ਰਯੋਗ ਵੀ ਉੱਥੇ ਕਰਨਾ ਪਿਆ। ਫਗਵਾੜਾ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕਰਨ ਪਹੁੰਚੇ ਹੋਏ ਸੀ ਕੈਬਨਿਟ ਮੰਤਰੀ ਮੀਥਿਅਰ ਤੇ ਇਸ ਵਿਚਾਲੇ ਦੋ ਧਿਰਾਂ ਆਪਸ ਦੇ ਵਿੱਚ ਭਿੜ ਗਈਆਂ। ਫਗਵਾੜਾ ਦੀ ਖਬਰ ਹੈ ਔਰ ਸਾਬੀ ਗਿੱਲ ਤੇ ਜੋਗਿੰਦਰ ਮਾਨ ਦੇ ਸਮਰਥਕ ਦੱਸੇ ਜਾ ਰਹੇ ਨੇ ਜੋ ਹੱਥੋਂ ਪਾਈ ਹੋਏ। ਅਸੀਂ ਦੇਖੋ ਪਾਰਟੀ ਨੂੰ ਅੱਗੇ ਲੈ ਕੇ ਜਾਣਾ। ਹਾਂਜੀ ਉਹ ਇਹ ਕਹਿੰਦੇ ਕਿ ਪਹਿਲਾਂ ਸਾਨੂੰ ਸਾਲਾ 50000 ਰੁਪਏ ਦਿਓ ਫੇਰ ਜਾਣਾ ਆਪਾਂ ਅੱਗੇ। ਪ੍ਰਸ਼ਾਸਨ ਦਾ ਰੋਲ ਕਿਹੋ ਜਿਹਾ? ਐਸਐਚਓ ਕਰਕੇ ਵੱਜੀਆਂ ਸਾਡੇ ਇਹੀ ਮਾਨਦਾ ਕੋਈ ਚੱਕਰ ਨਹੀਂ। ਐਸਐਚਓ ਨੇ ਵੀ ਮਾਰੀਆਂ ਇਹਨਾਂ ਦਾ। ਐਸਐਚਓ ਨੇ ਤਾਂ ਯਾਰ 2-3 ਪਰਚੇ ਮੈਂ ਤੇ ਨਜਾਇਜ਼ ਕਰਤੇ ਆ। ਮੈਂ ਘਰੇ ਬੈਠਾ, ਐਸਐਚਓ ਨੇ ਨਜਾਇਜ਼ ਪਰਚੇ ਕੀਤੇ ਹੋਏ ਆ। ਹੁਣ ਅਗਲੀ ਖਬਰ ਤੇ ਰੁਕ ਕਰਦੇ ਹਾਂ। ਮਾਨਸਾ ਪੁਲਿਸ ਨੇ ਜਾਲੀ ਕਰੰਸੀ ਦੇ ਧੰਦੇ ਦੇ ਵਿੱਚ ਲੱਗੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
ਤੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਕੋਲੋਂ ਪੁਲਿਸ ਨੇ 2,55,000 ਅਤੇ 800 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਨੇ। ਐਸਐਸਪੀ ਮਾਨਸਾ ਦੇ ਮੁਤਾਬਕ ਮੁਲਜ਼ਮਾਂ ਦੀ ਕਬਜ਼ੇ ਦੇ ਵਿੱਚ ਇੱਕ ਸਕੈਨਰ ਅਤੇ ਕਟਰ ਵੀ ਬਰਾਮਦ ਕੀਤਾ ਗਿਆ ਹੈ। ਟੋਟਲ ਜਿਹੜੀ ਰਿਕਵਰੀ ਇਹਦੇ 'ਚ ਹੋਈ ਹੈ 2,55,800 ਰੁਪਏ ਦੀ ਹੋਈ ਹੈ ਤੇ ਇਹਦੇ ਨਾਲ ਜਿਹੜਾ ਉਹ ਪ੍ਰਿੰਟਰ ਸਕੈਨਰ ਯੂਜ਼ ਕਰਦੇ ਸੀ ਉਹ ਵੀ ਨਾਲ ਰਿਕਵਰ ਹੋਇਆ ਅਤੇ ਜਿਹੜਾ ਕਟਰ ਉਹ ਯੂਜ਼ ਕਰਦੇ ਸੀ ਉਹ ਵੀ ਅਸੀਂ ਰਿਕਵਰ ਕੀਤਾ। ਫੜੇ ਗਏ ਮੁਲਜ਼ਮਾਂ ਦੇ ਵਿੱਚੋਂ ਇੱਕ ਢਾਬੇ ਤੇ ਕੰਮ ਕਰਦਾ ਹੈ, ਦੂਜਾ ਮਜ਼ਦੂਰੀ ਕਰਦਾ ਹੈ ਅਤੇ ਦੋਵਾਂ ਤੇ ਹੀ ਪਹਿਲਾਂ ਵੀ ਕਈ ਪਰਚੇ ਦਰਜ ਨੇ। ਦੋ ਬੰਦਿਆਂ ਦੇ ਪਹਿਲਾਂ ਐਨਡੀਪੀਐਸ ਦੇ ਪਰਚੇ ਦਰਜ ਨੇ ਤੇ ਇੱਕ ਬੰਦੇ ਦਾ ਕ੍ਰਿਮੀਨਲ ਰਿਕਾਰਡ ਕਲੀਨ। ਇਹ ਜਿਹੜੇ ਧਨੰਤਰ ਸਿੰਘ ਹੈ ਇਹਨਾਂ ਦਾ ਢਾਬੇ ਦਾ ਕੰਮ ਕਰਦਾ ਹੈ ਤੇ ਜਿਹੜਾ ਪਰਮਿੰਦਰ ਹੈ ਉਹ ਲੇਬਰ ਦਾ ਕੰਮ ਕਰਦਾ ਤੇ ਰਣਜੀਤ ਜਿਹੜਾ ਉਹ ਪਲੰਬਰ ਦਾ ਕੰਮ। ਤੇ ਇਹਨਾਂ ਨੋਟਾਂ ਦੀ ਛਪਾਈ ਹੂਬਹੂ ਅਸਲੀ ਨੋਟਾਂ ਵਰਗੀ ਕੀਤੀ ਗਈ ਸੀ, ਜਿਨ੍ਹਾਂ ਨੂੰ ਇਹ ਮੁਲਜ਼ਮ ਮਾਰਕੀਟ ਦੇ ਵਿੱਚ ਆਸਾਨੀ ਦੇ ਨਾਲ ਉਤਾਰਦੇ ਸਨ। ਹਾਲਾਂਕਿ ਇਸ ਤੋਂ ਪਹਿਲਾਂ ਦੋਵੇਂ ਕਿੰਨੀ ਕਰੰਸੀ ਬਾਜ਼ਾਰ ਦੇ ਵਿੱਚ ਚਲਾ ਚੁੱਕੇ ਨੇ, ਇਸ ਦਾ ਭੇਦ ਖੁੱਲਣਾ ਅਜੇ ਬਾਕੀ ਹੈ। ਤਾਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ। ਜਾਲੀ ਨੋਟ ਛਾਪਦੇ ਸੀ ਤੇ ਅੱਗੇ ਬਾਜ਼ਾਰ 'ਚ ਚਲਾਉਂਦੇ ਸੀ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਤੇਲੰਗਾਨਾ ਦੇ ਮੁੱਖ ਮੰਤਰੀ ਦੇ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਦਿੱਤੇ ਮੁਆਵਜ਼ੇ ਦੇ ਚੈੱਕ ਦੇ ਉੱਤੇ ਵਿਵਾਦ ਹੋ ਗਿਆ। ਤੇ ਸੰਯੁਕਤ ਕਿਸਾਨ ਮੋਰਚੇ ਨੇ ਚੈੱਕ ਬਾਉਂਸ ਹੋਣ ਦੇ ਇਲਜ਼ਾਮ ਲਗਾਏ ਨੇ ਅਤੇ ਖੇਤੀਬਾੜੀ ਡਾਇਰੈਕਟਰ ਨੂੰ ਸ਼ਿਕਾਇਤ ਕੀਤੀ, ਜਿਸ ਤੇ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਤੋਂ ਇੱਕ ਹਫ਼ਤੇ ਅੰਦਰ ਰਿਪੋਰਟ ਮੰਗੀ ਹੈ। ਉਧਰ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪਤਾ ਨਹੀਂ ਕਿੱਥੋਂ ਉਹਨਾਂ ਨੇ ਚੈੱਕ ਦਿੱਤੇ, ਇਹ ਗਲਤ ਗੱਲ ਹੈ। ਐਦਾਂ ਨਹੀਂ ਹੋਣਾ ਚਾਹੀਦਾ। ਜਿਹੜਾ ਚੈੱਕ ਦੇਣਾ ਚਾਹੀਦਾ ਸੋਚ ਸਮਝ ਕੇ ਦੇਣਾ ਚਾਹੀਦਾ। ਐਦਾਂ ਨਹੀਂ ਹੈ ਕਿ ਨਾ ਮਜ਼ਾਕ ਨਹੀਂ ਕਰਨਾ ਚਾਹੀਦਾ। ਪਰ ਹੋ ਸਕਦਾ ਕੋਈ ਕਲੈਰੀਕਲ ਮਿਸਟੇਕ ਹੋ ਗਈ ਹੋਵੇ, ਦਫ਼ਤਰ ਵੱਲੋਂ ਕੁਝ ਬੈਂਕ ਵੱਲੋਂ ਲੇਟ ਹੋ ਗਏ ਹੋਣ, ਕੁਝ ਇਦਾਂ ਦੀ ਚੀਜ਼ ਵੀ ਹੋ ਸਕਦੀ। ਪਹਿਲਾਂ ਪਤਾ ਕਰ ਲੈਣ ਦਿਓ। ਜਦਕਿ ਬੀਜੇਪੀ ਨੇ ਚੈੱਕ ਬਾਉਂਸ ਨੂੰ ਕਿਸਾਨਾਂ ਦੇ ਨਾਲ ਕੋਝਾ ਮਜ਼ਾਕ ਦੱਸਿਆ ਅਤੇ ਪੰਜਾਬ ਸਰਕਾਰ ਸਣੇ ਅਰਵਿੰਦ ਕੇਜਰੀਵਾਲ ਤੇ ਵੀ ਨਿਸ਼ਾਨੇ ਸਾਧੇ। ਇਹ ਕੋਝਾ ਮਜ਼ਾਕ ਆ, ਇਹ ਨਹੀਂ ਹੋਣੇ ਚਾਹੀਦੇ। ਸਰਕਾਰ ਨੂੰ ਇਹ ਇਨਸ਼ੋਰ ਕਰਨਾ ਚਾਹੀਦਾ ਕਿ ਉਹ ਰਾਸ਼ੀ ਉਹਨਾਂ ਨੂੰ ਮਿਲ ਜੇ ਔਰ ਇਸ ਤਰ੍ਹਾਂ ਬਾਰ-ਬਾਰ ਡਿਸਟਰਬ ਹੋਣ ਨਾਲ ਉਹਨਾਂ ਨੂੰ ਹੋਰ ਪੀੜਾ ਵੱਧਦੀ ਹੈ। ਤੇ ਇਸ ਚੀਜ਼ ਦਾ ਕੇਜਰੀਵਾਲ ਜੀ ਔਰ ਭਗਵੰਤ ਮਾਨ ਆਪਣੇ ਪੋਲੀਟੀਕਲ ਟੂਰਿਜ਼ਮ ਤੋਂ ਧਿਆਨ ਹਟਾ ਕੇ ਇਸ ਚੀਜ਼ ਦਾ ਵੀ ਧਿਆਨ ਕਰਨ। ਤੇਲੰਗਾਨਾ ਦੇ ਸੀਐਮ ਨੇ ਚੰਡੀਗੜ੍ਹ ਦੇ ਵਿੱਚ ਦਿੱਲੀ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਮੁਆਵਜ਼ੇ ਦੇ ਚੈੱਕ ਦਿੱਤੇ ਸਨ। ਇਸ ਦੌਰਾਨ ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਵੀ ਉੱਥੇ ਮੌਜੂਦ ਸੀ। ਖੈਰ, ਜਿਨ੍ਹਾਂ ਨੇ ਆਪਣੇ ਪਰਿਵਾਰਕ ਜੀ ਗਵਾ ਦਿੱਤੇ ਤੇ ਉਹਨਾਂ ਨੂੰ ਮਦਦ ਦੇ ਤੌਰ ਦੇ ਉੱਤੇ ਜੋ ਚੈੱਕ ਦਿੱਤੇ ਗਏ ਸੀ ਉਹ ਵੀ ਬਾਉਂਸ ਹੋ ਜਾਣ, ਯਾਨੀ ਕਿ ਉਹ ਮਦਦ ਵਾਲੀ ਰਾਸ਼ੀ ਇਹਨਾਂ ਪਰਿਵਾਰਾਂ ਦੇ ਖਾਤੇ 'ਚ ਨਾ ਪਹੁੰਚੇ, ਫਿਰ ਫਰਕ ਤਾਂ ਪੈਂਦਾ। ਉਧਰ ਚੰਡੀਗੜ੍ਹ ਦੇ ਡੱਡੂ ਮਾਜਰਾ ਨੇੜੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਮੁੜ ਤੋਂ ਸ਼ੁਰੂ ਹੋ ਗਿਆ ਹੈ। इस न्यूज हेडलाइंस के प्रायोजक वीजा गुरु गौरव तलवार, पे ऑल फी आफ्टर वीजा। ਮੂਸੇਵਾਲਾ ਕਤਲकांड ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਦੇ ਵਿੱਚ ਕੀਤਾ ਗਿਆ ਡਿਟੇਨ। ਮੁੱਖ ਮੰਤਰੀ ਭਗਵੰਤ ਮਾਨ ਬੋਲੇ, ਕੈਲੀਫੋਰਨੀਆ ਪੁਲਿਸ ਨੇ ਸਾਡੇ ਨਾਲ ਕੀਤਾ ਸੰਪਰਕ, ਜਲਦ ਲਿਆਂਦਾ ਜਾਵੇਗਾ ਭਾਰਤ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਮੰਗ ਹੈ ਗੋਲਡੀ ਨੂੰ ਲਾਰੈਂਸ ਅਤੇ ਜੱਗੂ ਦੇ ਸਾਹਮਣੇ ਬਿਠਾ ਕੇ ਹੋਵੇ ਪੁੱਛਗਿੱਛ, ਪਰਦਾ ਉੱਠੇ ਕਤਲ ਪਿੱਛੇ ਸੰਗੀਤ ਜਗਤ ਦੇ ਕਿਹੜੇ ਲੋਕ। ਹਰਿਆਣਾ ਦੇ ਅੰਬਾਲਾ ਦੇ ਨੇੜਿਓਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ। ਸੂਤਰਾਂ ਮੁਤਾਬਿਕ ਗੋਲਡੀ ਬਰਾੜ ਦੇ ਵੱਲੋਂ ਭੇਜੇ ਗਏ ਸੀ ਹਥਿਆਰ। ਥੋੜੀ ਦੇਰ ਦੇ ਵਿੱਚ ਡੀਜੀਪੀ ਗੌਰਵ ਯਾਦਵ ਕਰਨਗੇ ਖੁਲਾਸਾ। ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੋਹਰ ਤੇ ਫਿਰ ਕਾਰਵਾਈ। 6 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ ਤਲਬ, ਅਗਲੇ ਹੁਕਮਾਂ ਤੱਕ ਸੇਵਾ ਤੋਂ ਦੂਰ ਰਹਿਣ ਦੇ ਆਦੇਸ਼। NIA ਨੇ ਮੋਸਟ ਵਾਂਟਡ ਅਤਵਾਦੀ ਹੈਪੀ ਮਲੇਸ਼ੀਆ ਨੂੰ ਕੀਤਾ ਗ੍ਰਿਫਤਾਰ। ਦਿੱਲੀ 에ਅਰਪੋਰਟ ਤੋਂ ਕੀਤਾ ਕਾਬੂ। ਲੁਧਿਆਣਾ ਬੰਬ ਬਲਾਸਟ ਕੇਸ ਦਾ ਮੁੱਖ ਸਾਜ਼ਿਸ਼ ਕਰਤਾ ਹੈ ਹੈਪੀ ਮਲੇਸ਼ੀਆ। ਬਾਗੀ ਜਗਮੀਤ ਬਰਾੜ ਦੀ ਯੂਨਿਟੀ ਕਮੇਟੀ ਵਾਲੇ ਦਾਅਵੇ ਦੇ ਨਿਕਲੀ ਫੂਕ। ਰਵੀ ਕੰਕਾਲੋਂ ਤੇ ਅਲਵਿੰਦਰ ਪਾਲ ਪੱਖੋਕੇ ਨੇ ਕੀਤਾ ਕਿਨਾਰਾ, ਬੋਲੇ ਅਸੀਂ ਯੂਨਿਟੀ ਕਮੇਟੀ ਵਿੱਚ ਨਹੀਂ, ਬਿਨਾਂ ਪੁੱਛੇ ਪਾਇਆ ਸਾਡਾ ਨਾਮ। ਕਥਿਤ ਸਿੰਜਾਈ ਘੁਟਾਲੇ ਦੇ ਵਿੱਚ ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਤੋਂ ਵਿਜੀਲੈਂਸ ਦੀ ਪੁੱਛਗਿੱਛ ਜਾਰੀ। ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਦੇ ਵਿੱਚ ਹੋ ਰਹੇ ਸਵਾਲ ਜਵਾਬ। ਟੈਂਡਰ ਦੇਣ ਦੇ ਲਈ ਰਿਸ਼ਵਤ ਲੈਣ ਦਾ ਹੈ ਇਲਜ਼ਾਮ।
ਤਰਨਤਾਰਨ ਦੇ ਵਿੱਚ ਭਾਰਤ ਪਾਕਿਸਤਾਨ ਬਾਰਡਰ ਤੋਂ 5 ਕਿਲੋ ਹੈਰੋਇਨ ਬਰਾਮਦ। ਸਰਹੱਦ ਪਾਰੋਂ ਡਰੋਨ ਦੇ ਰਾਹੀਂ ਸਪਲਾਈ ਕੀਤੀ ਜਾ ਰਹੀ ਸੀ ਹੈਰੋਇਨ ਦੀ ਖੇਪ। ਹੈਕਸਾਕਾਪਟਰ ਡਰੋਨ ਵੀ ਕੀਤਾ ਗਿਆ ਬਰਾਮਦ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਸ਼ਿਕੰਜੇ ਦੇ ਵਿੱਚ ਹੈ ਗੋਲਡੀ ਬਰਾੜ। ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ। ਬਿਲਕੁਲ, ਮੈਂ ਗਗਨਦੀਪ ਚੌਹਾਨ ਤੇ ਇਸ ਵੇਲੇ ਦੇ ਬੁਲੇਟਿਨ ਦੀ ਸ਼ੁਰੂਆਤ ਇਸ ਅਹਿਮ ਖਬਰ ਦੇ ਨਾਲ। ਕੈਲੀਫੋਰਨੀਆ ਦੇ ਵਿੱਚ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ ਤੇ ਗੋਲਡੀ ਬਰਾੜ ਦਾ ਗੇਮ ਓਵਰ ਹੋ ਗਿਆ ਹੈ। ਇਹੀ ਸਭ ਤੋਂ ਵੱਡੀ ਖਬਰ ਇਸ ਵੇਲੇ ਦੀ। ਕੈਲੀਫੋਰਨੀਆ ਦੇ ਵਿੱਚ ਗੋਲਡੀ ਬਰਾੜ ਡਿਟੇਨ ਹੋਇਆ ਹੈ। ਪੁਖਤਾ ਤਸਦੀਕ ਕਰ ਦਿੱਤਾ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ, ਯਾਨੀ ਕਿ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਨਹੀਂ ਹੈ। ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ। ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ ਡਿਟੇਨ ਕੀਤਾ ਗਿਆ ਹੈ। ਕੈਲੀਫੋਰਨੀਆ ਪੁਲਿਸ ਨੇ ਸਾਡੇ ਨਾਲ ਸੰਪਰਕ ਕੀਤਾ ਹੈ। ਵੱਡਾ ਬਿਆਨ ਦਿੱਤਾ ਸੀਐਮ ਭਗਵੰਤ ਮਾਨ ਨੇ, ਯਾਨੀ ਕਿ ਉਹਨਾਂ ਨੇ ਦੱਸ ਦਿੱਤਾ ਹੈ ਕਿ ਹੁਣ ਇਹ ਖਬਰ ਕੋਈ ਸੋਰਸਿਸ ਤੋਂ ਨਹੀਂ, ਸੂਬੇ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਨੇ ਇਹ ਜਾਣਕਾਰੀ ਪਹੁੰਚਾ ਦਿੱਤੀ ਹੈ ਕਿ ਗੋਲਡੀ ਬਰਾੜ ਅਮਰੀਕਾ ਦੇ ਵਿੱਚ ਡਿਟੇਨ ਹੋਇਆ ਹੈ। ਬਿਲਕੁਲ, ਉਹਨਾਂ ਨੇ ਕਿਹਾ ਕਿ ਗੈਂਗਸਟਰ, ਵੱਡਾ ਗੈਂਗਸਟਰ ਜਿਹੜਾ ਗੈਰ ਸਮਾਜਿਕ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ, ਉਸ ਨੂੰ ਕੈਲੀਫੋਰਨੀਆ ਦੇ ਵਿੱਚ ਡਿਟੇਨ ਕੀਤਾ। ਕੈਲੀਫੋਰਨੀਆ ਪੁਲਿਸ ਨੇ ਸਾਡੇ ਨਾਲ ਸੰਪਰਕ ਕੀਤਾ ਹੈ, ਸੀਐਮ ਭਗਵੰਤ ਮਾਨ ਨੇ ਕਿਹਾ ਔਰ ਕਨਫਰਮ ਕੀਤਾ ਇਸ ਗੱਲ ਨੂੰ ਕਿ ਡਿਟੇਨ ਕੀਤਾ ਗਿਆ ਗੋਲਡੀ ਬਰਾੜ ਨੂੰ। ਭਾਰਤ ਸਰਕਾਰ ਤੇ ਪੰਜਾਬ ਪੁਲਿਸ ਦੇ ਨਾਲ ਸੰਪਰਕ ਕੀਤਾ। ਕੈਲੀਫੋਰਨੀਆ ਨੇ ਕਿਹਾ ਅਸੀਂ ਗੋਲਡੀ ਨੂੰ ਡਿਟੇਨ ਕੀਤਾ, ਗੋਲਡੀ ਨੂੰ ਜਲਦ ਭਾਰਤ ਲਿਆਵਾਂਗੇ। ਬਿਲਕੁਲ, ਔਰ ਕਈ ਕਿਹਾ ਕਿ ਕਈ ਵੱਡੇ ਕਤਲਾਂ ਦੇ ਵਿੱਚ ਗੋਲਡੀ ਦਾ ਹੱਥ ਹੈ, ਯਾਨੀ ਕਿ ਸਾਰਾ ਕਾਲਾ ਚਿੱਠਾ ਜਿਹੜਾ ਸੀਐਮ ਭਗਵੰਤ ਮਾਨ ਵੀ ਦੱਸਦੇ ਹੋਏ ਨਜ਼ਰ ਆਏ ਨੇ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਇਹ ਲੋੜਿੰਦਾ ਸੀ। ਲਗਾਤਾਰ ਗੋਲਡੀ ਬਰਾੜ ਦਾ ਜ਼ਿਕਰ ਹੁੰਦਾ ਸੀ। ਜੰਮਪਲ ਪੰਜਾਬ ਦਾ ਹੈ, ਪੰਜਾਬ ਦਾ ਰਹਿਣ ਵਾਲਾ ਹੈ, ਪਰ ਕਿਸ ਤਰੀਕੇ ਦੇ ਨਾਲ ਪੜ੍ਹਾਈ ਤੋਂ ਬਾਅਦ ਕਾਲੇ ਦੌਰ ਦੇ ਵਿੱਚ ਚਲਾ ਗਿਆ, ਕਹਿ ਲਈਏ ਕਿ ਕਾਲੀ ਦੁਨੀਆ ਦੇ ਵਿੱਚ ਚਲਾ ਗਿਆ ਔਰ ਕਤਲ ਦੀ ਵਾਰਦਾਤ, ਇਰਾਦਤਨ ਕਤਲ, ਇਸ ਤੋਂ ਇਲਾਵਾ ਲੁੱਟਾਂ ਖੋਹਾਂ ਤਾਂ ਫਿਰੌਤੀ ਦੇ ਮਾਮਲੇ, ਪਰ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪੂਰਾ ਪਲਾਨਡ ਮਰਡਰ ਕਰਵਾਇਆ ਗਿਆ। ਵਿਦੇਸ਼ ਚਲਾ ਗਿਆ ਸੀ ਪਰ ਵਿਦੇਸ਼ ਦੇ ਵਿੱਚ ਰਹਿ ਕੇ ਫਾਇਦਾ ਚੁੱਕਿਆ ਗਿਆ। ਇੱਥੇ ਇੱਕ ਵੱਡਾ ਨੈਕਸਸ ਤਿਆਰ ਕੀਤਾ ਗਿਆ। ਕੁਝ ਅਜਿਹੇ ਲੋਕ ਜਿਹੜੇ ਜਾਣਦੇ ਸਨ ਕਿ ਮੂਸੇਵਾਲਾ ਕੌਣ ਹੈ ਔਰ ਅਸੀਂ ਕਤਲ ਕਰਨਾ ਹੈ, ਤਾਂ ਕੁਝ ਅਜਿਹੇ ਲੋਕ ਜਿਨ੍ਹਾਂ ਨੂੰ ਇਹ ਕਾਨੋ ਕਾਨ ਖਬਰ ਨਹੀਂ ਸੀ ਕਿ ਉਹ ਜੇਕਰ ਰੇਕੀ ਕਰ ਰਹੇ ਨੇ, ਜੇਕਰ ਉਹ ਕੁਝ ਇਸ ਦੇ ਵਿੱਚ ਕੰਮ ਕਰ ਰਹੇ ਨੇ ਗੋਲਡੀ ਬਰਾੜ ਦੇ ਕਹਿਣ ਤੇ, ਤਾਂ ਕਿਉਂ ਕਰਵਾਇਆ ਜਾ ਰਿਹਾ ਹੈ। ਤਾਂ ਇਸ ਤਰੀਕੇ ਦੇ ਨਾਲ ਇਹ ਸਾਰਾ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੰਮੇ ਸਮੇਂ ਤੋਂ ਲੋੜਿੰਦਾ ਸੀ, ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਸੀ ਔਰ ਡੀਜੀਪੀ ਗੌਰਵ ਯਾਦਵ ਇਹ ਦੱਸ ਚੁੱਕੇ ਸਨ, ਬਿਆਨ ਦੇ ਚੁੱਕੇ ਸਨ ਕਿ ਜਲਦੀ ਗੋਲਡੀ ਬਰਾੜ ਨੂੰ ਭਾਰਤ ਤਾਂ ਪੰਜਾਬ ਲਿਆਂਦਾ ਜਾਏਗਾ। ਬਿਲਕੁਲ, ਗੋਲਡੀ ਬਰਾੜ ਨੂੰ ਭਾਰਤ ਤੇ ਪੰਜਾਬ ਲਿਆਂਦਾ ਜਾਵੇਗਾ। ਪ੍ਰੋਸੀਜਰ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਗਿਆ ਹੈ ਔਰ ਪ੍ਰੋਸੀਜਰ ਡਿਟੇਨ ਹੋਣ ਦੇ ਨਾਲ ਹੀ ਸ਼ੁਰੂ ਹੋ ਗਿਆ। ਡਿਟੇਨ ਕਰ ਲਿਆ ਗਿਆ ਗੋਲਡੀ ਬਰਾੜ ਨੂੰ। ਬਿਲਕੁਲ, ਤਾਂ ਭਗਵੰਤ ਮਾਨ ਹੋਰਾਂ ਨੇ, सीएम ने ये जानकारी दी है कि कुछ बयान दिता है, सुनते हैं। मैं बीइंग ए हेड ऑफ स्टेट ये बता रहा हूं कि जो कनाडा में एक बहुत बड़ा गैंगस्टर बैठा था जो सब गैर सामाजिक कार्रवाइयां करवा रहा था, पैसे भेज रहा था या कुछ भी, गोल्डी बराड़, उसको अमेरिका में डिटेन कर लिया गया है। तो ये गैंगस्टर कल्चर बड़ी जल्दी, मैं पहले ही बोल चुका हूं, पंजाब में बड़ी जल्दी गैंगस्टर कल्चर आपको खत्म मिलेगा। वो बाहर बैठे हैं इसलिए हमें थोड़ा थ्रू द चैनल जाना पड़ रहा है। रिसेंटली अभी हमने गोल्डी बराड़ को रेड कॉर्नर नोटिस जारी करवाया था होम मिनिस्ट्री से, तो अभी हमें पता चला है वो डिटेन हो गया है। जल्दी ही उसको यहाँ पे लाया जाएगा। बड़ी बड़ी हत्याओं में उसका हाथ है और कानून के मुताबिक उसको सख्त से सख्त सजा मिलेगी और परिवारों को इंसाफ मिलेगा। उनकी कैलिफोर्निया पुलिस अभी बहुत ही इनिशियल स्टेज पे मैं बता रहा हूँ, डिटेन किया उन्होंने संपर्क किया है भारत सरकार से, पंजाब पुलिस से कि जी हमने डिटेन कर लिया, तो आप बताइए क्या इसका उसको डिपोर्ट करना है या उसकी वापसी करवानी है, क्योंकि अमेरिका के साथ हमारी जो संधि है उसी के मुताबिक हम उसको लेके आएंगे, पक्का लेके आएंगे। और ताकि जिन परिवारों में बेटे बेटियों की हत्याएं हो गई, उन परिवारों को थोड़ा सुकून मिल सके। गोल्डी बराड़ मेन मास्टरमाइंड था, अभी और भी हैं, अकेला गोल्डी बराड़ नहीं,
और भी हैं, हम सभी का रिकॉर्ड है हमारे पास। हम इंटरनेशनली हम बात कर रहे हैं कि वो आ जाएं यहाँ पे, और यहाँ पे आके उनसे पूछताछ में और भी कुछ खुलासे हो सकते हैं, कहाँ से कैसे कैसे हो सकता है। क्योंकि ये तो पाकिस्तान से करवाता था काम, पाकिस्तान में इसके आदमी थे, पाकिस्तान से ड्रोन आते ये वो, तो ये गैंग एक प्रॉपर बना हुआ था। तो गोल्डी बराड़ जल्दी पंजाब पुलिस की गिरफ्त। सो ਇਹ ਉਹ ਡਿਟੇਲਡ ਬਿਆਨ ਹੈਗਾ ਜੋ ਹਰਫ ਬਾਏ ਹਰਫ ਜਿਹੜਾ ਹੈਗਾ, ਹਰਫ ਦਰ ਹਰਫ ਜਿਹੜਾ ਹੈਗਾ ਅਸੀਂ ਆਪਣੇ ਦਰਸ਼ਕਾਂ ਨੂੰ ਸੁਣਾਇਆ ਹੈ। ਤੇ ਇਸ ਸਭ ਦੇ ਵਿਚਾਲੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਮੰਗ ਕੀਤੀ ਹੈ ਗੋਲਡੀ ਨੂੰ ਲਾਰੈਂਸ ਤੇ ਜੱਗੂ ਦੇ ਨਾਲ ਬਿਠਾ ਕੇ ਪੁੱਛਗਿੱਛ ਹੋਵੇ, ਆਮੋ ਸਾਹਮਣੇ ਬਿਠਾਇਆ ਜਾਵੇ, ਸਵਾਲ ਜਵਾਬ ਹੋਣ, ਕਤਲ ਦੇ ਪਿੱਛੇ ਦੀ ਵਜ੍ਹਾ ਸਾਹਮਣੇ ਆਵੇ ਔਰ ਸੰਗੀਤ ਜਗਤ ਦੀਆਂ ਕਿਹੜੀਆਂ ਹਸਤੀਆਂ ਸ਼ਾਮਿਲ ਨੇ ਉਹਨਾਂ ਦਾ ਖੁਲਾਸਾ ਵੀ ਹੋਵੇ। ਗੁਰਜੋਤ ਬਿਲਕੁਲ, ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ 'ਚ ਸੰਤੁਸ਼ਟੀ ਇਸ ਕਰਕੇ ਵੀ ਜ਼ਾਹਿਰ ਕਰ ਦਿੱਤੀ ਸੀ ਕਿ ਮੈਨੂੰ ਭਰੋਸਾ ਹੈ ਜੋ ਤਫਤੀਸ਼ ਹੋ ਰਹੀ ਹੈ, ਜੋ ਕਾਰਵਾਈ ਹੋ ਰਹੀ ਹੈ, ਤਾਂ ਉਹਨਾਂ ਨੇ ਕਿਹਾ ਸੀ। ਤਾਂ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜੇਕਰ ਲਿਆਂਦਾ ਗਿਆ ਜਾਂ ਡਿਟੇਨ ਕਰ ਲਿਆ ਗਿਆ ਹੈ ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ, ਤਾਂ ਫਿਰ ਲਿਆਂਦਾ ਜਾਵੇ ਪੰਜਾਬ ਔਰ ਬਿਠਾ ਕੇ ਜੱਗੂ ਦੇ ਸਾਹਮਣੇ ਪੁੱਛਿਆ ਜਾਵੇ ਕਤਲ ਕਿਉਂ ਕੀਤਾ ਗਿਆ, ਕਿਉਂ ਕਰਵਾਇਆ ਗਿਆ, ਜਾਂ ਫਿਰ ਹੋਰ ਲੋਕ ਇਸ ਦੇ ਵਿੱਚ ਕੌਣ ਸ਼ਾਮਿਲ ਨੇ। ਇਹ ਲਗਾਤਾਰ ਉਹਨਾਂ ਦੀ ਮੰਗ ਹੈ, ਪਹਿਲੇ ਦਿਨ ਤੋਂ ਮੰਗ ਕਰ ਰਹੇ ਨੇ। ਬੇਸ਼ੱਕ ਉਹਨਾਂ ਦਾ ਕਹਿਣਾ ਸੀ ਚਾਰਜਸ਼ੀਟ ਦਾਖਲ ਹੋ ਚੁੱਕੀ ਹੈ, ਬੇਸ਼ੱਕ 40 ਲੋਕ ਇਸ ਦੇ ਵਿੱਚ ਹੋਣਗੇ, ਪਰ ਆਖਰਕਾਰ ਜੱਗੂ ਜਾਂ ਫਿਰ ਦੂਜੇ ਪਾਸੇ ਲਾਰੈਂਸ ਜਾਂ ਤੀਸਰਾ ਮੁੱਖ ਗੋਲਡੀ ਬਰਾੜ, ਇਹਨਾਂ ਤਿੰਨਾਂ ਦਾ ਲਗਾਤਾਰ ਉਹ ਜ਼ਿਕਰ ਕਰਦੇ ਆਏ ਨੇ। ਤਾਂ ਉਹਨਾਂ ਦੀ ਇਹ ਪਹਿਲੀ ਮੰਗ ਹੈ ਕਿ ਆਖਰਕਾਰ ਇਸ ਦੇ ਬਾਰੇ ਤਫਤੀਸ਼ ਦੇ ਵਿੱਚ ਦੱਸਿਆ ਜਾਵੇ ਔਰ ਜਾਣਕਾਰੀ ਬਾਹਰ ਆਵੇ ਕਿ ਕੌਣ-ਕੌਣ ਪਰਦੇ ਦੇ ਪਿੱਛੇ ਲੋਕ ਨੇ। ਤਾਂ ਸਿੱਧਾ ਚੱਲਦੇ ਹਾਂ ਨਿਊਜ਼ ਰੂਮ, ਮੇਰੇ ਸਹਿਯੋਗੀ ਗੌਰਵ ਸ਼ੁਕਲਾ ਮੌਜੂਦ ਨੇ ਲਾਈਵ। ਬਿਲਕੁਲ ਗੌਰਵ, ਸਵੇਰ ਤੋਂ ਅਸੀਂ ਲਗਾਤਾਰ ਇਸ ਖਬਰ ਤੇ ਬਣੇ ਹੋਏ ਹਾਂ ਔਰ ਲਗਾਤਾਰ ਇਹ ਅਸੀਂ ਦੱਸ ਰਹੇ ਸੀਗੇ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ, ਔਰ ਹੁਣ ਸੀਐਮ ਨੇ ਤਾਂ ਕਨਫਰਮ ਕਰ ਦਿੱਤਾ ਹੈ ਕਿ ਗੋਲਡੀ ਬਰਾੜ ਡਿਟੇਨ ਹੋਇਆ ਹੈ ਔਰ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਆਪਣੇ ਆਪ ਵਿੱਚ ਇੱਕ ਵੱਡੀ ਕਾਰਵਾਈ, ਇੱਕ ਵੱਡੀ ਕਾਮਯਾਬੀ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਵੀ ਔਰ ਪੰਜਾਬ ਪੁਲਿਸ ਨੂੰ ਵੀ। ਗੌਰਵ ਬਿਲकुल ਲਾਜ਼ਮੀ ਤੌਰ ਤੇ ਗਗਨ, ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਕ ਵੱਡੀ ਕਾਮਯਾਬੀ ਤਾਂ ਲਾਜ਼ਮੀ ਤੌਰ ਤੇ ਹੈ, ਪਰ ਹੁਣ ਸਵਾਲ ਇਹ ਹੈ ਕਿ ਗੋਲਡੀ ਬਰਾੜ ਪੰਜਾਬ ਕਦੋਂ ਲਿਆਇਆ ਜਾਂਦਾ ਹੈ, ਭਾਰਤ ਕਦੋਂ ਲਿਆਇਆ ਜਾਂਦਾ ਹੈ। ਮੈਂ ਪਹਿਲਾਂ ਸੀਐਮ ਦੇ ਸਟੇਟਮੈਂਟ ਤੋਂ ਹੀ ਸ਼ੁਰੂਆਤ ਕਰਦਾ ਹਾਂ। ਸੀਐਮ ਦੀ ਸਟੇਟਮੈਂਟ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ। ਇੱਕ, ਉਹਨਾਂ ਨੇ ਜ਼ਿਕਰ ਕੀਤਾ ਕਿ ਕੈਲੀਫੋਰਨੀਆ ਦੇ ਵਿੱਚ ਉਸ ਨੂੰ ਡਿਟੇਨ ਕੀਤਾ ਗਿਆ, ਪੁਲਿਸ ਦੇ ਨਾਲ ਰਾਬਤਾ ਕਾਇਮ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ। ਖਬਰ ਇਹ ਵੀ ਹੈ ਕਿ 20 ਨਵੰਬਰ ਦੇ ਆਸ-ਪਾਸ ਯਾਨੀ ਕਰੀਬ 10 ਦਿਨ ਪਹਿਲਾਂ ਗੋਲਡੀ ਬਰਾੜ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਉਸ ਤੋਂ ਬਾਅਦ ਸੀਐਮ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਬਤੌਰ ਸਟੇਟ ਹੈਡ ਉਹਨਾਂ ਦੇ ਵੱਲੋਂ ਇਹ ਤਸਦੀਕ ਕੀਤੀ ਜਾ ਰਹੀ ਹੈ। ਤਾਂ ਇੱਕ ਚੀਜ਼ ਕਲੀਅਰ ਹੋ ਗਈ ਕਿ ਗੋਲਡੀ ਬਰਾੜ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਹੈ। ਉਸ ਤੋਂ ਬਾਅਦ ਸੀਐਮ ਨੇ ਇਹ ਵੀ ਕਿਹਾ ਕਿ ਇੱਕ ਚੈਨਲ ਦੇ ਥਰੂ ਸਾਨੂੰ ਜਾਣਾ ਪੈਂਦਾ ਹੈ, ਇਸ ਕਰਕੇ ਚੀਜ਼ਾਂ ਨੂੰ ਲੈ ਕੇ ਸਮਾਂ ਲੱਗ ਰਿਹਾ ਹੈ ਔਰ ਇਸ ਕਰਕੇ ਜਿਹੜਾ ਅਸੀਂ ਥੋੜਾ ਜਿਹਾ ਟਾਈਮ ਲੱਗ ਰਿਹਾ ਔਰ ਅਸੀਂ ਜਲਦ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰਿਜ਼ਮ ਹੈਗਾ ਉਸ ਨੂੰ ਖਤਮ ਕਰ ਦੇਵਾਂਗੇ। ਹੁਣ ਆਵਾਂ ਮੈਂ ਨੈਕਸਟ ਪੁਆਇੰਟ ਦੇ ਉੱਤੇ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ ਦੱਸੀ ਜਾ ਰਹੀ ਹੈ ਕਿ ਉਸ ਦੀ ਗ੍ਰਿਫਤਾਰੀ ਹੋਈ ਹੈ, ਤਾਂ ਉਸ ਗ੍ਰਿਫਤਾਰੀ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ AGTF ਦਾ ਐਕਸ਼ਨ ਵੀ ਸ਼ਾਮਿਲ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ AGTF ਜਿਹੜੀ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ, ਉਸ ਦੇ ਇੱਕ ਬਹੁਤ ਅਹਿਮ ਮੈਂਬਰ ਨੇ ਗੁਰਮੀਤ ਚੌਹਾਨ। ਤੇ ਗੁਰਮੀਤ ਚੌਹਾਨ ਨੂੰ ਕੁਝ 15 ਜਾਂ 20 ਦਿਨ ਪਹਿਲਾਂ ਤਰਨਤਾਰਨ ਦਾ SSP ਲਗਾ ਦਿੱਤਾ ਗਿਆ। ਕਾਬਲੇ ਗੌਰ ਹੈ ਕਿ ਹੁਣ ਤੱਕ ਗੁਰਮੀਤ ਚੌਹਾਨ ਨੇ ਬਤੌਰ SSP ਆਪਣਾ ਕਾਰਜਭਾਰ ਤਰਨਤਾਰਨ ਦੇ ਵਿੱਚ ਨਹੀਂ ਸੰਭਾਲਿਆ ਹੈ। ਤੇ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਗੁਰਮੀਤ ਚੌਹਾਨ ਵੀ ਅਮਰੀਕਾ ਗਏ ਹੋ ਸਕਦੇ ਨੇ, ਇਸ ਕਰਕੇ ਆਪਣਾ ਕਾਰਜਭਾਰ ਸੰਭਾਲਣ ਦੇ ਲਈ ਨਹੀਂ ਪਹੁੰਚੇ ਬਤੌਰ SSP। ਬਹੁਤ ਐਕਟਿਵ ਤੇ ਅਗਰੈਸਿਵ ਜਿਹੜੇ AGTF ਦੇ ਮੈਂਬਰ ਗੁਰਮੀਤ ਚੌਹਾਨ ਨੇ, ਤਾਂ ਉਹਨਾਂ ਦੇ ਵੱਲੋਂ ਜ਼ਰੂਰ ਇਸ ਪੂਰੇ ਆਪਰੇਸ਼ਨ ਨੂੰ ਕਿਹਾ ਜਾ ਰਿਹਾ ਕਿ ਰਾਬਤਾ ਜਿਸ ਤਰੀਕੇ ਨਾਲ ਕਾਇਮ ਕੀਤਾ ਗਿਆ। ਤਾਂ ਆਮ ਤੌਰ ਤੇ ਕੀ ਹੁੰਦਾ, ਇਹ ਵੀ ਸਾਨੂੰ ਸਮਝਣਾ ਹੋਏਗਾ ਕਿ ਜਦੋਂ ਕਿਸੇ ਦੇਸ਼ ਦੇ ਵਿੱਚ ਕਿਸੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਫਿਰ ਕੀ ਹੁੰਦਾ। ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਤੇ ਉਸ ਤੋਂ ਬਾਅਦ 192 ਦੇਸ਼ ਜਿਹੜੇ ਇੰਟਰਪੋਲ ਦੇ ਟ੍ਰੀਟੀ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਵਿੱਚੋਂ ਜੇਕਰ ਕਿਸੇ ਦੇਸ਼ ਦੇ ਵਿੱਚ ਕੋਈ ਅਜਿਹਾ ਐਲੀਮੈਂਟ ਕਾਬੂ ਕਰ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਬੜੀ ਤਫਸੀਲ ਦੇ ਨਾਲ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਡਿਟੇਨ ਕੀਤਾ ਗਿਆ, ਡਿਟੇਨ ਤੋਂ ਬਾਅਦ ਡੋਸੀਅਰ ਮੰਗਿਆ ਜਾਂਦਾ ਕਿ ਹੁਣ ਤੁਸੀਂ ਦੱਸੋ ਸਾਨੂੰ ਕਿ ਇਸ ਦੇ ਖਿਲਾਫ ਕਿਹੜੇ-ਕਿਹੜੇ ਪਰਚੇ ਦਰਜ ਨੇ ਤੇ ਉਹ ਪਰਚਿਆਂ ਦੇ ਵਿੱਚ ਕੀ-ਕੀ ਤੁਹਾਡੇ ਕੋਲ ਸਬੂਤ ਹੈ। ਪੂਰਾ ਡੋਸੀਅਰ ਕਿ ਇਸ ਦੇ ਖਿਲਾਫ ਕੀ-ਕੀ ਇਲਜ਼ਾਮ ਲੱਗੇ ਨੇ, ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਸ ਸ਼ਖਸ ਦੇ ਉੱਤੇ ਇਲਜ਼ਾਮ ਨੇ। ਤਾਂ ਇੱਕ ਪੂਰਾ ਪ੍ਰੋਸੈਸ ਹੈ। ਅਮਰੀਕਾ ਵਰਗੇ ਦੇਸ਼ ਤੋਂ ਪੰਜਾਬ ਵਾਪਸ ਲੈ ਕੇ ਆਉਣਾ ਇਹ ਵੀ ਇੱਕ ਵੱਡੀ ਚੁਣੌਤੀ ਹੈ। ਮੇਰੇ ਨਾਲ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਵੀ ਸਾਡੇ ਨਾਲ ਜੁੜਨਗੇ, ਅਸੀਂ ਹੋਰ ਗੱਲਬਾਤ ਇਸ ਪੂਰੇ ਮੁੱਦੇ ਉੱਤੇ ਕਰਾਂਗੇ। ਪਰ ਜੇ ਤੁਸੀਂ ਕਹੋ ਕਿ ਡਾਇਰੈਕਟਲੀ ਸਿਰਫ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਇਹ ਵੀ ਨਹੀਂ ਹੈ, ਜੋ ਸਾਡੇ ਟਾਪ ਸੋਰਸਿਸ ਇਸ ਸਮੇਂ ਜਾਣਕਾਰੀ ਦੇ ਰਹੇ ਨੇ ਕਿ AGTF ਦਾ ਵੀ ਇੱਕ ਵੱਡਾ ਰੋਲ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ। ਜਦੋਂ AGTF ਤੱਕ ਇਹ ਗੱਲ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਵੱਡੇ AGTF ਦੇ ਨੁਮਾਇੰਦੇ ਹੈਗੇ ਨੇ ਉਹ ਵੀ ਕਿਹਾ ਜਾ ਰਿਹਾ ਕਿ ਅਮਰੀਕਾ ਗਏ ਨੇ, ਜਿਵੇਂ ਮੈਂ ਗੁਰਮੀਤ ਚੌਹਾਨ ਦਾ ਜ਼ਿਕਰ ਕਰ ਰਿਹਾ ਸੀ।
ਵਿਜੇ ਮੈਂ ਇसी ਪੁਆਇੰਟ ਤੋਂ ਸ਼ੁਰੂ ਕਰਦਾ ਹਾਂ ਕਿਉਂਕਿ ਗੁਰਮੀਤ ਚੌਹਾਨ ਆਪਾਂ ਸਾਰੇ ਜਾਣਦੇ ਹਾਂ ਕਿ AGTF ਦਾ ਇੱਕ ਬਹੁਤ ਵੱਡਾ ਨਾਮ ਹੈ। ਉਹਨਾਂ ਨੂੰ ਬਤੌਰ SSP ਦੀ ਡਿਊਟੀ ਦਿੱਤੀ ਗਈ ਤਰਨ ਸੰਭਾਲੋ और करीब 15 ਤੋਂ 20 दिन हो चुके हैं गुरमीत चौहान ने SSP का कार्यभार नहीं संभालिया। भी कहा जा रहा है कि गुरमीत चौहान भी अमेरिका गए हो सकते हैं। तो एक चीज़ बहुत क्लीयर है कि स्टेट दी एजेंसीज AGTF सेंटर ते उधर अमेरिका की पुलिस से जॉइंट ऑपरेशन काइंड ऑफ लग रहा है गोल्डी बराड़ तक पहुंचने का। देखो गौरव, चर्चावां ने इस चीज़ दियां, पर जे असी अपने सोर्सेज की गल करिए तो गुरमीत चौहान जो साडे कोले जानकारी है वो अपने परिवार के नाल छुट्टियां बिताउण गए ने आस्ट्रेलिया। इस वेले वो आस्ट्रेलिया दे विच ने अपने परिवार के नाल फैमिली नाल छुट्टियां बिता रहे हैं। इस करके उन्हों का फोन वो नहीं लग्या पिछले कई दिनों तो। मैं खुद भी ट्राई किया जिस दिन उन्होंने तरन के SSP का अहदा दिता गया सी, जिम्मेवारी मिली सी, तो उन्होंने नाल क्योंकि असी गलबात करते रहने इहो जे इशूज़ ते। पर उस तो बाद जो साड़ी जानकारी के मुताबिक वो आस्ट्रेलिया ने, पर जिवें कहा जाता है कि कहते एक जो कॉप हुंदा वो कदे भी छुट्टी ते नहीं हुंदा, जदों भी वो चाहे छुट्टी ते भी गया होवे वो अपना काम उस तरीके नाल करते रहंदे है। सो इस चीज़ की आपां पुष्टि ते नहीं कर सकते, पर क्योंकि वो बड़े एक समर्थ ऑफिसर ने और इस चीज़ के नाल सब तो ज़्यादा डील करते रहे ने, सो इस करके हो सकता है उन्हां दी इनपुट होवे या इस दे विच वो इन्वॉल्व होण। इस बारे कोई जानकारी नहीं है क्योंकि खुद जदों गल ही नहीं हुई किसी दी, और जिन्ने के AGTF दे विच साडे सोर्सेज ने उन्हां दे मुताबिक वो ऑन रिकॉर्ड जे आपां कहिए ऑफिशियली तौर ते वो अपने परिवार दे नाल अपनी फैमिली दे नाल आस्ट्रेलिया दे विच ने। ये हुण तक दी जानकारी है। हुण उन्हां ने, पर यह जरूर है कि AGTF दे सोर्स ने या NIA दे जिहड़े सोर्स ने उन्हां ने इहदे पक्के जिहड़े ठिकाने सी, चाहे कैलीफोर्निया होवे, कैलीफोर्निया तो अगे सैक्रामेंटो गया, फिर उस तो बाद ये फ्रिजनो दे विच इहदा ठिकाना पाया गया और फिर उस तो बाद सॉल्ट लेक सिटी दे विच, तां उसनूं पिन पॉइंट कीता है, उसनूं पिन पॉइंट कीता है अपनियां जिहड़ियां इंडिया दियां NIA CBI ते AGTF जिहड़ी पंजाब दी है इन्हां ने उसदे ठिकाने दस्से है। उस तो बाद फिर उत्थों दी जिहड़ी पुलिस सी, उत्थों दीयां जिहड़ियां एजेंसियां सी एक्टिव होईयां ते उन्हां ने फिर गोल्डी बराड़ दा ठिकाना लभ के ये भी जानकारी है कि गोल्डी बराड़ नूं उत्थे पुछगिछ भी की गई है और ड्रग्स मामले दे विच भी पुछगिछ हुई है और जो कुछ कोई गैंगस्टर गतिविधियां ने उसनूं लैके भी पुछगिछ हुई है। पर क्योंकि उन्हां दे रिकॉर्ड दे विच उत्थे कोई अपराध गोल्डी बराड़ ने नहीं कीता या उन्हां दे देश दे विच नहीं कीता, तां उदों तक वो जिहड़ियां उत्थों दीयां एजेंसियां ने FBI है तो ਉਹਦੀ ਅਰੈਸਟ नहीं पाਉਂਦੇ, ਉਹ ਅਰੈਸਟ नहीं है। पर उस एरिए ਦੇ ਵਿੱਚ ਜਿਵੇਂ ਉਹਨਾਂ ਨੇ ਇੱਕ ਏਰੀਆ ਪਾਰਟਿਕੂਲਰਲੀ ਪਿਨ ਪੁਆਇੰਟ ਕਰਤਾ ਕਿ ਤੁਸੀਂ ਇਸ ਏਰੀਏ ਦੇ ਵਿੱਚ ਰਹਿਣਾ, ਇੱਥੋਂ ਤੁਸੀਂ ਬਾਹਰ ਨਹੀਂ ਜਾ ਸਕਦੇ, ਉਹਨਾਂ ਦੀ ਸਖਤ ਨਿਗਰਾਨੀ ਹੇਠ ਹੈ। ਔਰ ਉਹਨਾਂ ਨੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਇਹਨਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਸਾਡੇ ਜਿਹੜਾ ਇਸ ਅਧਿਕਾਰ ਖੇਤਰ ਦੇ ਵਿੱਚ ਹੈ ਤੇ ਉਹ ਹੁਣ ਕੱਲ ਨੂੰ ਇਹ ਖਬਰ ਨਹੀਂ ਆ ਸਕਦੀ ਗੌਰਵ ਕਿ ਜੇ FBI ਕਵੇ ਕਿ ਜੀ ਉਹ ਤਾਂ ਭੱਜ ਗਿਆ, ਉਹਨਾਂ ਦੀ ਨਿਗਰਾਨੀ ਦੇ ਵਿੱਚ ਹੈ। ਜੋ ਇੰਡੀਆ ਦਾ ਰੁਖ ਹੋਏਗਾ, ਜੋ ਆਪਣੀਆਂ ਏਜੰਸੀਜ਼ ਉਹਨਾਂ ਨੂੰ ਆਪਣੇ ਦਸਤਾਵੇਜ਼ ਦੇਣਗੀਆਂ, ਡੋਜ਼ੀਅਰ ਦੇਣਗੀਆਂ, ਉਸ ਦੇ ਮੁਤਾਬਕ ਉੱਥੋਂ ਦਾ ਜਿਹੜਾ ਲਾਅ ਹੈ ਇਹ ਕਾਰਵਾਈ ਕਰੇਗਾ। ਪਰ ਇੱਕ ਚੀਜ਼ ਜਿਹੜੀ CM ਭਗਵੰਤ ਮਾਨ ਨੇ ਕਹੀ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਰਿਪੋਰਟ ਕਰੀਏ ਤਾਂ ਹੋ ਸਕਦਾ ਹੈ ਉੱਥੇ ਗੋਲਡੀ ਬਰਾੜ ਕਿਉਂਕਿ ਪਹਿਲਾਂ ਕੈਨੇਡਾ ਰਹਿੰਦਾ ਰਿਹਾ, ਕੈਨੇਡਾ ਤਾਂ ਉਹ ਵੀਜ਼ੇ ਤੇ ਗਿਆ ਹੋਵੇ, ਪਰ ਕੈਨੇਡਾ ਤੋਂ ਅਮਰੀਕਾ ਉਹ ਕਿਸ ਤਰੀਕੇ ਨਾਲ ਪਹੁੰਚਿਆ, ਕਿ ਉਹ ਉੱਥੇ ਲੁਕੇ ਰਹਿ ਰਿਹਾ ਸੀ, ਕਿ ਉੱਥੇ ਇੱਕ ਭਗੌੜੇ ਦੇ ਤੌਰ ਤੇ ਜਾ ਕੇ ਲੁਕਿਆ ਹੋਇਆ ਸੀ। ਸੋ ਜੇ ਉਹਦੇ ਕੋਲ ਉੱਥੋਂ ਦਾ ਵੀਜ਼ਾ ਨਹੀਂ ਹੈ ਜਾਂ ਉੱਥੇ ਕਿਸੇ ਵੀ ਤਰੀਕੇ ਨਾਲ ਆਫੀਸ਼ੀਅਲੀ ਔਨ ਰਿਕਾਰਡ ਨਹੀਂ ਹੈ ਕਾਗਜ਼ਾਂ ਦੇ ਵਿੱਚ, ਤਾਂ ਫਿਰ ਹੋ ਸਕਦਾ ਕਿ ਉਸ ਨੂੰ ਡਿਪੋਰਟ ਹੀ ਕਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਉਹ ਕਹਿਣਗੇ ਤੁਸੀਂ ਜਿਹੜੀ ਕਾਰਵਾਈ ਕਰਨੀ ਹੈ ਕਰ ਲਓ। ਜੇ ਉਹ ਉੱਥੇ ਔਨ ਰਿਕਾਰਡ ਆਪਣੇ ਨਾਮ ਤੇ ਉੱਥੇ ਆਪਣਾ ਵੀਜ਼ਾ ਲੈ ਕੇ ਪ੍ਰੋਪਰ ਜਾਂ ਵਰਕ ਪਰਮਿਟ ਜਾਂ ਕੁਝ ਵੀ ਹੋਵੇ ਜਿਸ ਤਰੀਕੇ ਨਾਲ ਉਹ ਗਿਆ, ਤਾਂ ਫਿਰ ਹੋ ਸਕਦਾ ਕਿ ਇਹ ਸਾਰੀ ਜਿਹੜੀ ਪ੍ਰੋਸੈਸ ਹੈ ਜੋ ਕਾਗਜ਼ੀ ਕਾਰਵਾਈ ਹੈ ਉਸ ਦੇ ਵਿੱਚੋਂ ਲੰਘਣਾ ਪਵੇ। ਸੋ ਕਾਫੀ ਸਾਰੀਆਂ ਚੀਜ਼ਾਂ ਨੇ ਹਜੇ ਜਿਨ੍ਹਾਂ ਦਾ ਸਾਫ਼ ਹੋਣਾ ਬਾਕੀ ਹੈ, ਕਿਉਂਕਿ ਇਹ ਵੀ ਵਿਜੇ ਸੋਰਸਿਸ ਤਾਂ ਇਹ ਵੀ ਜਾਣਕਾਰੀ ਦੇ ਰਹੇ हैं कि उसने ਪੋਲੀਟੀਕਲ ਅਸਾਈਲਮ ਕਹਿੰਦੇ ਆ ਜਿਵੇਂ ਅਮਰੀਕਾ ਦੇ ਵਿੱਚ ਲੈਣ ਦੀ ਕੋਸ਼ਿਸ਼ ਅਪਲਾਈ ਕੀਤੀ ਹੈ। ਮੈਂ ਉਸ ਪੁਆਇੰਟ ਤੇ ਆਵਾਂਗਾ, ਪਰ ਪਹਿਲਾਂ ਮੈਂ CM ਦੀ ਸਟੇਟਮੈਂਟ ਦੇ ਉੱਤੇ ਦੋ ਚੀਜ਼ਾਂ, ਇੱਕ ਤਾਂ ਜੋ ਤੁਸੀਂ ਕਹਿ ਰਹੇ ਸੀ ਕਿ ਇੱਕ ਏਰੀਆ ਦੇ ਵਿੱਚ ਇਹ ਸਮਝਿਆ ਜਾਵੇ ਕਿ ਉਹਨੂੰ ਨਜ਼ਰਬੰਦ ਕੀਤਾ ਹੋਇਆ। ਪੁਆਇੰਟ ਨੰਬਰ 2 ਜੋ CM ਦੀ ਸਟੇਟਮੈਂਟ ਹੈ ਕਿ ਸਾਡੇ ਕੋਲ ਜਾਣਕਾਰੀ ਪਹੁੰਚੀ, ਤਾਂ ਇਸ ਦਾ ਮਤਲਬ ਇਹ ਵੀ ਸਮਝਿਆ ਜਾਵੇ ਕਿ AGTF ਜਾਂ ਪੰਜਾਬ ਪੁਲਿਸ ਦੀ ਕੋਈ ਟੀਮ ਨੂੰ ਫੌਰੀ ਤੌਰ ਦੇ ਉੱਤੇ ਅਮਰੀਕਾ ਦੇ ਲਈ ਰਵਾਨਾ ਕਰ ਦਿੱਤਾ ਗਿਆ ਹੋਵੇਗਾ, ਕਿਉਂਕਿ 10-12 ਦਿਨ ਦਾ ਪੂਰਾ ਪ੍ਰੋਸੈਸ ਹੋਇਆ। ਉਸ ਤੋਂ ਬਾਅਦ ਜਾ ਕੇ CM ਨੇ ਕਨਫਰਮ ਕੀਤਾ। ਇਸ ਕਰਕੇ ਗੁਰਮੀਤ ਚੌਹਾਨ ਦਾ ਨਾਮ ਸਾਹਮਣੇ ਆ ਰਿਹਾ ਕਿ ਹੋ ਸਕਦਾ ਹੈ ਕਿ ਜਦੋਂ ਇਸ ਤਰੀਕੇ ਦੀ ਇਨਫੋਰਮੇਸ਼ਨ ਆਈ ਤੇ ਉਸ ਤੋਂ ਬਾਅਦ CM ਕੋਲ ਜਾਂ ਪੰਜਾਬ ਪੁਲਿਸ ਦੇ ਟਾਪ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਦੇ ਕੋਲ ਪਹੁੰਚੀ ਤਾਂ ਇੱਕ ਟੀਮ ਨੂੰ ਅਮਰੀਕਾ ਦੇ ਲਈ ਰਵਾਨਾ ਕੀਤਾ ਗਿਆ। ਤਾਂ ਹੋ ਸਕਦਾ ਕਿ ਉਸ ਦਾ ਕੋਈ ਹਿੱਸਾ ਗੁਰਮੀਤ ਚੌਹਾਨ ਜਾਂ ਫਿਰ ਉਹਨਾਂ ਦੇ ਲੈਵਲ ਦਾ ਕੋਈ ਅਧਿਕਾਰੀ ਹੋਵੇ। ਬਿਲਕੁਲ ਗੌਰਵ, ਇਸ ਦੇ ਪੂਰੇ ਚਾਂਸਿਸ ਨੇ ਕਿਉਂਕਿ ਗੁਰਮੀਤ ਚੌਹਾਨ ਦਾ ਫੋਨ ਜਿਸ ਤਰੀਕੇ ਨਾਲ ਮੈਂ ਜ਼ਿਕਰ ਕਰਦਾ ਕਿ ਕੋਈ WhatsApp ਨਹੀਂ, ਕੋਈ ਕੰਟੈਕਟ ਉਹਨਾਂ ਨਾਲ ਕਿਸੇ ਤਰੀਕੇ ਨਾਲ ਨਹੀਂ ਹੋ ਰਿਹਾ। ਜੇ ਤੁਸੀਂ ਉਹਨਾਂ ਨੂੰ WhatsApp ਮੈਸੇਜ ਕਰੋਗੇ, ਮੈਂ ਕੀਤੇ ਹੋਏ ਨੇ ਉਹਨਾਂ ਨੂੰ WhatsApp ਮੈਸੇਜ, ਉਹ ਡਿਲੀਵਰ ਨਹੀਂ ਹੋ ਰਹੇ। ਉਹ ਅੱਜ ਵੀ ਮੇਰੇ ਕੋਲੇ ਉਹ ਮੈਸੇजेस ਨੇ ਜਿਸ ਦਿਨ ਉਹਨਾਂ ਨੂੰ
ਇਹ ਚਾਰਜ ਦਿੱਤਾ ਗਿਆ ਸੀ ਤਰਨਤਾਰਨ ਦੇ ਐਸਐਸਪੀ ਦਾ। ਤਾਂ ਉਸ ਦਿਨ ਮੈਂ ਤਰੀਕ ਵੀ ਦੱਸ ਦਿੰਦਾ ਕਿ ਕਿਹੜੇ ਦਿਨ 12 ਨਵੰਬਰ ਨੂੰ ਉਹਨਾਂ ਨੂੰ ਇਹ ਮੈਸੇਜ ਦਿੱਤਾ ਸੀ। ਉਸ ਤੋਂ ਬਾਅਦ ਉਹਨਾਂ ਦਾ ਫੋਨ ਜਿਹੜਾ ਸੀ ਉਹ ਨਹੀਂ ਚੱਲਿਆ, ਕੋਈ ਜਾਣਕਾਰੀ ਫੋਨ ਮਿਲਿਆ ਵੀ ਨਹੀਂ। ਸੋ ਹੋ ਸਕਦਾ ਹੈ, ਕਿਉਂਕਿ ਕਈ ਵਾਰ ਆਮ ਤੌਰ ਤੇ ਆਪਾਂ ਇਹ ਵੀ ਜਾਣਦੇ ਹਾਂ ਕਿ ਜਦੋਂ ਕਿਤੇ ਛੁੱਟੀਆਂ ਮਨਾਉਣ ਜਾਂਦੇ ਆ ਬਾਹਰ, ਭਾਵੇਂ ਤੁਸੀਂ ਸਿੰਪਲ ਕਾਲ ਨਾ ਕਰੋ ਪਰ WhatsApp ਕਾਲ ਤੁਹਾਡੀ ਚੱਲਦੀ ਰਹਿੰਦੀ ਹੈ। ਬਹੁਤ ਸਾਰੇ ਲੋਕ ਆਪਣਾ ਫੋਨ ਐਕਟਿਵ ਰੱਖਦੇ ਨੇ। ਸੋ ਹੋ ਸਕਦਾ ਹੈ ਇਸ ਤਰੀਕੇ ਨਾਲ, ਕਿਉਂਕਿ ਜੇ ਗੁਰਮੀਤ ਚੌਹਾਨ ਬਾਰੇ ਜਾਣਕਾਰੀ ਨਿਕਲ ਕੇ ਆ ਵੀ ਜਾਂਦੀ, ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹਦੇ ਖੁਲਾਸੇ ਹੋਣ। ਪਰ ਜੇ ਨਿਕਲ ਕੇ ਜਾਣਕਾਰੀ ਆ ਵੀ ਜਾਂਦੀ ਤਾਂ ਉੱਥੇ ਜਿਹੜੇ ਮੰਨ ਲਓ ਭਗੌੜੇ ਮੁਜਰਮ ਨੂੰ ਫੜਨ ਗਏ ਆ ਤਾਂ ਉਹ ਸਤਰਕ ਹੋ ਜਾਂਦੇ ਆ ਕਿ ਪਤਾ ਲੱਗ ਜਾਂਦਾ ਕਿ ਉਹ ਕਿੱਥੇ ਗਏ ਨੇ। ਤਾਂ ਹੋ ਸਕਦਾ ਇਹ ਵੀ ਇੱਕ ਪਲਾਨ ਦਾ ਹਿੱਸਾ ਹੋਵੇ ਕਿ ਗੁਰਮੀਤ ਚੌਹਾਨ ਆਪਣੀ ਫੈਮਿਲੀ ਨੂੰ ਲੈ ਕੇ ਆਪਣੀ ਟੀਮ ਦੇ ਨਾਲ ਉਹ ਆਸਟ੍ਰੇਲੀਆ ਪਹੁੰਚੇ। ਔਨ ਰਿਕਾਰਡ ਅਫੀਸ਼ੀਅਲੀ ਕਾਗਜ਼ਾਂ ਦੇ ਵਿੱਚ ਉਹ ਆਸਟ੍ਰੇਲੀਆ ਗਏ ਨੇ ਤੇ ਉੱਥੋਂ ਉਹ ਆਪਣਾ ਅੱਗੇ ਜਿਹੜਾ ਕੰਮ ਕਰ ਰਹੇ ਹੋਣ ਅਮਰੀਕਾ ਦੇ ਵਿੱਚ, ਜਾਂ ਹੋ ਸਕਦਾ ਉੱਥੇ ਚਲੇ ਵੀ ਗਏ ਹੋਣ। ਸੰਭਾਵਨਾਵਾਂ ਨੇ ਇਹਨਾਂ ਚੀਜ਼ਾਂ ਦੀਆਂ, ਜਾਣਕਾਰੀਆਂ ਨੇ, ਪਰ ਆਪਾਂ ਉਦੋਂ ਤੱਕ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ ਜਦੋਂ ਤੱਕ ਆਪਣੇ ਕੋਲੇ ਪੁਖਤਾ ਜਾਣਕਾਰੀ ਨਹੀਂ ਆਉਂਦੀ। ਇਹ ਸਿਰਫ ਚਰਚਾਵਾਂ ਨੇ, ਸੰਭਾਵਨਾਵਾਂ। ਬਿਲਕੁਲ, ਇਨਫੈਕਟ ਇਹ ਵੀ ਇੱਕ ਪਲਾਨ ਦਾ ਹਿੱਸਾ ਹੋ ਸਕਦਾ ਕਿ ਉਹਨਾਂ ਨੂੰ ਬਤੌਰ ਐਸਐਸਪੀ ਲਗਾ ਦਿੱਤਾ ਗਿਆ ਤਰਨਤਾਰਨ। ਸਭ ਕੁਝ ਪੋਸੀਬਿਲਿਟੀ ਹੈਗੀ ਹੈ, ਕਿਉਂਕਿ ਜਦੋਂ ਉਹਨਾਂ ਨੂੰ ਐਸਐਸਪੀ ਲਗਾਇਆ ਗਿਆ ਤਾਂ ਇੱਕ ਵਾਰੀ ਜ਼ਰੂਰ ਲੱਗਿਆ ਕਿ ਏਜੀਟੀਐਫ ਦੇ ਵਿੱਚ ਤਾਂ ਇਹ ਜਿਹੜੇ ਆਫੀਸਰ ਨੇ, ਅਧਿਕਾਰੀ ਨੇ, ਇਹ ਮਤਲਬ ਵਨ ਆਫ ਦਾ ਬੈਸਟ ਅਧਿਕਾਰੀ ਸੀ ਏਜੀਟੀਐਫ ਦੇ, ਤੇ ਉਹਨਾਂ ਨੂੰ ਐਸਐਸਪੀ ਕਿਉਂ ਲਗਾ ਦਿੱਤਾ ਗਿਆ। ਤਾਂ ਪੋਸੀਬਿਲਿਟੀ ਇਹ ਵੀ ਹੈਗੀ ਹੈ ਕਿ ਉਹ ਵੀ ਇੱਕ ਪਲਾਨ ਦਾ ਹਿੱਸਾ ਹੋਵੇ ਕਿ ਠੀਕ ਹੈ ਥੋੜਾ ਜਿਹਾ ਨਜ਼ਰਾਂ ਤੋਂ ਵੀ ਦੂਰ ਹੋ ਜਾਵੇ, ਕਿਉਂਕਿ ਜਿੰਨੇ ਵੀ ਗੈਂਗਸਟਰ ਜਾਂ ਐਸੇ ਐਲੀਮੈਂਟਸ ਨੇ ਉਹ ਇਹਨਾਂ ਦੀ ਮੂਵਮੈਂਟ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਰੱਖਦੇ ਹੋਣਗੇ, ਤਾਂ ਸ਼ਾਇਦ ਉਹ ਵੀ ਇੱਕ ਪਲਾਨ ਦਾ ਹਿੱਸਾ ਹੋਵੇ। ਇੱਕ ਚੀਜ਼ ਗੌਰਵ ਇਸ ਦੇ ਵਿੱਚ ਹੋਰ ਹੈ, ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਵੀ ਕਿਤੇ ਅਰੈਸਟ ਕੀਤੇ ਨੇ ਏਜੀਟੀਐਫ ਨੇ ਗੈਂਗਸਟਰ, ਵੱਡੇ ਮੁਜਰਮ ਜਿਹੜੇ, ਜਾਂ ਜਿਹੜੇ ਲਾਰੈਂਸ ਦੇ ਸਾਥੀ ਜਾਂ ਕਿਸੇ ਦਾ ਵੀ ਸਾਥੀ ਜੋ ਅਰੈਸਟ ਕੀਤਾ, ਚਾਹੇ ਉਹ ਬੰਬੀਹਾ ਗਰੁੱਪ ਦਾ ਗੈਂਗ ਮੈਂਬਰ ਹੋਵੇ ਜਾਂ ਲਾਰੈਂਸ ਗਰੁੱਪ ਦਾ ਗੈਂਗ ਮੈਂਬਰ ਹੋਵੇ, ਤੁਸੀਂ ਦੇਖਿਆ ਹੋਣਾ ਕਿ ਉਹ ਤੁਰੰਤ ਪੋਸਟ ਪਾ ਕੇ ਜਾਣਕਾਰੀ ਦੇ ਦਿੰਦੇ ਆ ਕਿ ਮੀਡੀਆ ਦੇ ਧਿਆਨ ਦੇ ਵਿੱਚ ਇਹ ਜਾਣਕਾਰੀ ਆ ਜਾਏ ਕਿ ਸਾਡੇ ਬੰਦੇ ਨੂੰ ਫੜ ਲਿਆ, ਕੱਲ ਨੂੰ ਪੁਲਿਸ ਉਹਦਾ ਐਨਕਾਊਂਟਰ ਨਾ ਕਰਦੇ ਜਾਂ ਇਸ ਤਰੀਕੇ ਨਾਲ, ਕਿਉਂਕਿ ਇਹ ਗੈਂਗਸਟਰਾਂ ਤੱਕ ਵੀ। ਹੁਣ ਇਸ ਦੇ ਵਿੱਚ ਇੱਕ ਚੀਜ਼ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪੁਲਿਸ ਨੇ ਇਹ ਸਭ ਕੁਝ ਇੱਕ ਪਲਾਨ ਦੇ ਤਹਿਤ ਕੀਤਾ ਹੋਵੇ ਕਿ ਉਹਨਾਂ ਨੂੰ ਐਸਐਸਪੀ ਲਗਾਤਾ ਤੇ ਉਸ ਤੋਂ ਬਾਅਦ ਉਹ ਕਿਤੇ ਚਲੇ ਗਏ। ਸੋ ਉਸੇ ਤਰੀਕੇ ਨਾਲ ਜਿਵੇਂ ਇਹ ਜਾਣਕਾਰੀ ਹੈ ਕਿ 20 ਨਵੰਬਰ ਦੀ ਤੇ ਜਾਣਕਾਰੀ ਆ ਗਈ ਕਿ 20 ਨਵੰਬਰ ਤੋਂ ਉਹ ਪੁਲਿਸ ਦੀ ਨਿਗਰਾਨੀ ਦੇ ਹੇਠ ਹੈ, FBI ਦੀ ਨਿਗਰਾਨੀ ਦੇ ਹੇਠ ਹੈ। ਔਰ ਇਹ ਵੀ ਇਸ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਜਿਹੜੇ ਉਸਦੇ ਸਰਕਲ ਦੇ ਬੰਦੇ ਨੇ, ਜਿਹੜੇ ਉਸਦੇ ਗੈਂਗ ਦੇ ਬੰਦੇ ਨੇ, ਉਹਨਾਂ ਦੇ ਨਾਲ ਉਹ ਟੈਲੀਫੋਨਿਕ ਕਨਵਰਸੇਸ਼ਨ 'ਚ ਇਨ ਟੱਚ ਹੈ, ਚਾਹੇ ਉਹ ਸਿਗਨਲ ਐਪ ਦੇ ਥਰੂ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਹੋਵੇ। ਤਾਂ ਇਹ ਵੀ ਚਰਚਾਵਾਂ ਨੇ ਕਿ ਗੋਲਡੀ ਬਰਾੜ ਦੀ ਉਸ ਨੂੰ ਡਿਟੇਨ ਕਰਨ ਤੱਕ ਵੀ ਜਾਂ ਉਸ ਨੂੰ ਨਿਗਰਾਨੀ 'ਚ ਰੱਖਣ ਤੱਕ ਵੀ ਇਹ ਭਾਫ ਵੀ ਨਹੀਂ ਕੱਢੀ ਗਈ ਕਿਸੇ ਨੂੰ ਕਿ ਗੋਲਡੀ ਬਰਾੜ FBI ਦੀ ਨਿਗਰਾਨੀ ਦੇ ਵਿੱਚ ਹੈ। ਔਰ ਇਹ ਵੀ ਚਰਚਾਵਾਂ ਨੇ ਜੋ ਸਾਡੇ ਟੌਪ ਸੋਰਸਿਸ ਦੱਸਦੇ ਨੇ ਕਿ ਗੋਲਡੀ ਬਰਾੜ ਦੀ ਕਈ ਜਿਹੜੇ ਉਸਦੇ ਐਸੋਸੀਏਟਸ ਨੇ ਉਹਨਾਂ ਨਾਲ ਫੋਨ ਤੇ ਉਵੇਂ ਹੀ ਰਾਬਤਾ ਕਰਵਾਇਆ ਗਿਆ, ਉਵੇਂ ਹੀ ਗੱਲਬਾਤ ਕਰਵਾਈ ਗਈ ਹੈ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ ਕਿ ਗੋਲਡੀ ਬਰਾੜ ਘੇਰੇ ਦੇ ਵਿੱਚ ਆ ਚੁੱਕਿਆ ਹੈ। ਸੋ 10-12 ਦਿਨ ਆਪਾਂ ਕਹਿ ਸਕਦੇ ਹਾਂ ਕਿ ਇਸ ਖਬਰ ਨੂੰ ਦਬਾ ਕੇ ਰੱਖਣ ਦੀ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਤੱਕ ਨਾ ਪਹੁੰਚੇ ਜਾਂ ਕਿਸੇ ਨੂੰ ਪਤਾ ਨਾ ਲੱਗੇ, ਪਰ ਆਖਿਰਕਾਰ ਖਬਰ ਨੇ ਬਾਹਰ ਆਉਣਾ ਹੁੰਦਾ ਔਰ ਖਬਰ ਬਾਹਰ ਆ ਗਈ ਹੈ। ਮੈਂ ਇੱਕ ਹੋਰ ਜ਼ਿਕਰ ਕਰ ਰਿਹਾ ਕਿ ਜੋ ਅਮਰੀਕਾ ਦੇ ਵਿੱਚ ਉਹਨਾਂ ਨੇ ਇੱਕ ਪੋਲੀਟੀਕਲ ਅਸਾਈਲਮ ਦੇ ਲਈ ਇੱਕ ਅਰਜ਼ੀ ਲਗਾਈ ਗਈ ਸੀ ਕਿ ਉੱਥੇ ਉਹਨਾਂ ਨੂੰ ਪਨਾਹ ਦੇ ਦਿੱਤੀ ਜਾਵੇ। ਆਮ ਤੌਰ ਤੇ ਬਹੁਤ ਸਾਰੇ ਕੇਸਿਸ ਐਸੇ ਆਉਂਦੇ ਨੇ ਜਿਹੜੇ ਪੰਜਾਬ ਤੋਂ ਜਾਂਦੇ ਨੇ ਜਾਂ ਦੇਸ਼ ਦੇ ਵਿੱਚੋਂ ਜਾਂਦੇ ਨੇ ਅਮਰੀਕਾ, ਉੱਥੇ ਇਸ ਤਰੀਕੇ ਦੀ ਅਰਜ਼ੀ ਲਗਾਈ ਜਾਂਦੀ ਹੈ, 4-4 5-5 ਸਾਲ ਉਹ ਕੇਸ ਚੱਲਦੇ ਰਹਿੰਦੇ ਨੇ। ਇਹ ਵੀ ਇੱਕ ਪੁਆਇੰਟ ਹੋ ਸਕਦਾ ਗੋਲਡੀ ਬਰਾੜ ਤੱਕ ਪਹੁੰਚ ਗਈ ਪੁਲਿਸ, FBI ਪਹੁੰਚ ਗਈ, ਅਮਰੀਕਨ ਪੁਲਿਸ ਪਹੁੰਚ ਗਈ ਕਿ ਉਹਨੇ ਜਿਹੜੀ ਅਰਜ਼ੀ ਲਗਾਈ ਸੀ, ਕਿਉਂਕਿ ਹਾਲਾਂਕਿ ਇਹ ਵੀ ਇੱਕ ਤਸਦੀਕ ਨਹੀਂ ਹੋਈ ਹੈ ਵੀ ਜੋ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਇਹ ਵੀ ਸਿਰਫ ਸੋਰਸਿਸ ਦੇ ਹਵਾਲੇ ਤੋਂ ਖਬਰ ਹੈ ਕਿ ਇਸ ਤਰੀਕੇ ਦੀ ਵੀ ਉਹਨੇ ਇੱਕ ਐਪਲੀਕੇਸ਼ਨ ਅਮਰੀਕਾ ਦੇ ਵਿੱਚ ਲਗਾਈ ਹੋਈ ਸੀ। ਬਿਲਕੁਲ ਇਸ ਦੀਆਂ ਚਰਚਾਵਾਂ ਨੇ ਔਰ ਇਹ ਵੀ ਜਾਣਕਾਰੀ ਹੈ ਕਿ ਉਸਨੇ 2 ਵਕੀਲਾਂ ਨੂੰ ਅਪਰੋਚ ਕੀਤਾ ਔਰ ਇੱਕ ਵਕੀਲ ਨੇ ਉਸਦੀ ਅਰਜ਼ੀ ਲਗਾਉਣ ਤੋਂ ਮਨਾ ਕਰ ਦਿੱਤਾ, ਕਿਉਂਕਿ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਇੱਕ ਵਰਲਡ ਵਾਈਡ ਜਿਹੜਾ ਗੁੱਸਾ ਰੋਸ ਪੈਦਾ ਹੋਇਆ ਲੋਕਾਂ ਦੇ ਵਿੱਚ। ਤਾਂ ਵਕੀਲ, ਚਾਹੇ ਕੋਈ ਵਕੀਲ ਹੋਵੇ, ਚਾਹੇ ਕੋਈ ਪੁਲਿਸ ਇੰਸਪੈਕਟਰ ਹੋਵੇ, ਚਾਹੇ ਕੋਈ ਪੱਤਰਕਾਰ ਹੋਵੇ, ਇਮੋਸ਼ਨਸ ਤੇ ਹਰ ਕਿਸੇ ਦੇ ਅੰਦਰ ਨੇ ਔਰ ਲੋਕ ਸੋਚਦੇ ਨੇ ਕਿ ਜਿਸ ਬੰਦੇ ਨੇ ਐਡਾ ਵੱਡਾ ਕਤਲकांड ਕਰਤਾ ਅਸੀਂ ਉਸਦੀ ਮਦਦ ਕਿਸੇ ਵੀ ਤਰੀਕੇ ਨਾਲ ਕਿਉਂ ਕਰੀਏ। ਸੋ ਇਹ ਵੀ ਜਾਣਕਾਰੀ ਹੈ ਕਿ ਇੱਕ ਵਕੀਲ ਨੇ ਮਨਾ ਕਰਤਾ, ਦੂਸਰੇ ਵਕੀਲ ਨੂੰ ਫਿਰ ਉਸਨੇ ਅਪਰੋਚ ਕੀਤਾ, ਕੋਸ਼ਿਸ਼ ਕੀਤੀ ਹੈ ਉਸਨੇ ਅਸਾਈਲਮ ਦੀ, ਪਰ ਉਹ ਕੋਰਟ ਤੱਕ ਪਹੁੰਚਿਆ ਜਾਂ ਨਹੀਂ, ਅਰਜ਼ੀ ਲਗਾਈ ਹੈ ਕਿ ਨਹੀਂ, ਇਸ ਬਾਰੇ ਹਲੇ ਅਨਕਨਫਰਮਡ ਰਿਪੋਰਟਸ ਨੇ। ਸੋ ਅਸਾਈਲਮ ਦੀ ਕੋਸ਼ਿਸ਼ ਉਹੀ ਕਰਦਾ ਹੈ ਗੌਰਵ ਜਿਸ ਨੂੰ ਬੇਸ ਪਹਿਲਾਂ ਤਿਆਰ ਕਰਨਾ ਪੈਂਦਾ ਕਿ ਮੈਨੂੰ ਫਲਾਣੇ ਦੇਸ਼ ਦੇ ਵਿੱਚ ਖਤਰਾ ਹੈ, ਮੈਂ ਉੱਥੋਂ ਦਾ ਵਸਨੀਕ ਹਾਂ, ਉਹਨਾਂ ਨੇ ਮੇਰੇ ਤੇ ਨਜਾਇਜ਼ ਕੇਸ ਪਾਏ, ਮੈਨੂੰ ਫੜਿਆ ਹੈ। ਔਰ ਇਹ ਉਹ ਤਾਂ ਹੀ ਕੰਸੀਡਰ ਕਰਦੇ ਆ ਜਦੋਂ ਉਸ ਦੇਸ਼ ਦੀ ਜੋ ਕਾਨੂੰਨ ਵਿਵਸਥਾ ਹੈ ਜਾਂ ਉਸ ਦੇਸ਼ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਨਾਲ ਰਾਬਤਾ ਹੁੰਦਾ ਹੈ। ਔਰ ਉਹ ਫਿਰ ਕਿਉਂਕਿ ਔਨ ਰਿਕਾਰਡ ਗੋਲਡੀ ਬਰਾੜ ਦੇ ਨਾਂ ਤੇ ਜਿੰਨੇ ਜੁਰਮ ਨੇ ਉਹ ਔਨ ਰਿਕਾਰਡ ਨੇ, ਵੀਡੀਓ ਜਾਰੀ ਕਰਕੇ ਉਸਨੇ ਖੁਦ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਮਰਡਰ ਮੈਂ ਕਰਵਾਇਆ, ਤਾਂ ਹੁਣ ਉਹ ਚੀਜ਼ਾਂ ਬਿਲਕੁਲ ਸਬੂਤਾਂ ਦਾ ਆਧਾਰ ਬਣ ਗਈਆਂ। ਔਰ ਇੱਕ ਚੀਜ਼ ਦਾ ਗੌਰਵ ਮੈਂ ਜ਼ਿਕਰ ਹੋਰ ਕਰਨਾ ਚਾਹੂੰਗਾ
ਆਪਾਂ ਕੱਲ ਇੱਕ ਹੈਡਲਾਈਨ ਖਬਰ ਪੂਰਾ ਦਿਨ ਚਲਾਉਂਦੇ ਰਹੇ ਹਾਂ ਕਿ ਇਹ ਕੁਝ ਐਸੇ ਗੈਂਗਸਟਰ ਨੇ ਜਿਨ੍ਹਾਂ ਨੂੰ ਅੱਤਵਾਦੀ ਐਲਾਨਣ ਦੀ ਪ੍ਰਕਿਰਿਆ NIA ਨੇ ਸ਼ੁਰੂ ਕਰ ਦਿੱਤੀ। ਪੰਜ ਦਾ ਜ਼ਿਕਰ ਸੀ ਔਰ ਉਸ ਦੇ ਵਿੱਚ ਇਹ ਵੀ ਜ਼ਿਕਰ ਆਇਆ ਕਿ ਉਹਦੇ 'ਚ ਸਿੱਧੂ ਮੂਸੇਵਾਲੇ ਦੇ ਗੁਨਾਹਗਾਰ ਵੀ ਨੇ, ਯਾਨੀ ਸਿੱਧੂ ਮੂਸੇਵਾਲੇ ਦੇ ਗੁਨਾਹਗਾਰ ਤੇ ਸਾਰੇ ਕੁਝ ਤੇ ਇੱਧਰ ਨੇ, ਤੇ ਜੇ NIA ਨੇ ਬਾਹਰਲੇ ਪੱਧਰ ਤੇ ਪ੍ਰੋਸੈਸ ਆਰੰਭੀ ਹੈ ਤਾਂ ਫਿਰ ਜ਼ਾਹਿਰ ਜੀ ਗੱਲ ਹੈ ਕਿ ਇਸ਼ਾਰਾ ਗੋਲਡੀ ਬਰਾੜ ਵੱਲ ਸੀਗਾ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਇਸ ਚੀਜ਼ ਨੂੰ ਹਾਲਾਂਕਿ ਇਹ ਕਿੰਨਾ ਕੁ ਸਹੀ ਹੈ ਉਹ ਆਪਾਂ ਨਹੀਂ ਕਹਿ ਸਕਦੇ, ਪਰ ਇਸ ਚੀਜ਼ ਨੂੰ ਉਸ ਦੇ ਨਾਲ ਜੋੜ ਕੇ ਜ਼ਰੂਰ ਦੇਖਿਆ ਜਾ ਸਕਦਾ ਹੈ। ਜੇ ਗੋਲਡੀ ਬਰਾੜ 20 ਨਵੰਬਰ ਦਾ ਉੱਥੇ ਡਿਟੇਨ ਹੋਇਆ ਹੈ ਤੇ ਫਿਰ ਇਹ ਵੀ ਹੋ ਸਕਦਾ ਕਿ ਜੇ ਪੁਲਿਸ ਨੂੰ ਕਾਗਜ਼ੀ ਤੌਰ ਤੇ ਕੁਝ ਕਮਜ਼ੋਰ ਲੱਗਦਾ ਹੋਵੇ ਜਾਂ ਇੰਡੀਅਨ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੂੰ ਕਮਜ਼ੋਰ ਲੱਗਦਾ ਹੋਵੇ ਤਾਂ ਕਿਉਂ ਨਾ ਉਹ ਸੋਚ ਰਹੀਆਂ ਕਿ ਇਸ ਨੂੰ ਟੈਰਰਿਸਟ ਐਲਾਨ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਕੇਸ ਉੱਥੇ ਮਜ਼ਬੂਤ ਹੋ ਜੇ, ਉਸ ਨੂੰ ਐਕਸਟ੍ਰਾਡਾਈਟ ਕਰਕੇ ਲੈ ਕੇ ਆਉਣ ਦਾ, ਉਸ ਦੀ ਹਵਾਲਗੀ ਦਾ। ਸੋ ਇਹ ਵੀ ਇੱਕ ਪੁਆਇੰਟ ਜਾਂ ਇੱਕ ਕਨੈਕਸ਼ਨ ਹੋ ਸਕਦਾ ਹੈ ਕਿ ਜਿਹੜੀ NIA ਨੇ, ਕਿਉਂਕਿ NIA ਦੀ ਇਨਪੁਟਸ ਤੋਂ ਬਾਅਦ ਹੀ ਉਸ ਨੂੰ ਡਿਟੇਨ ਕੀਤਾ ਗਿਆ, ਤੇ ਇਹ ਵੀ ਹੋ ਸਕਦਾ ਹੈ ਕਿ ਫਿਰ NIA ਆਪਣਾ ਮਜ਼ਬੂਤ ਕੇਸ ਜਾਂ ਇੱਕ ਮਜ਼ਬੂਤ ਡੋਜ਼ੀਅਰ ਦੇਣ ਦੇ ਲਈ ਕਿ ਉਹ ਜਦੋਂ ਉੱਥੇ ਲਿਖਣ ਤਾਂ ਉੱਥੇ ਗੋਲਡੀ ਬਰਾੜ ਗੈਂਗਸਟਰ ਨਹੀਂ, ਉੱਥੇ ਗੋਲਡੀ ਬਰਾੜ ਟੈਰਰਿਸਟ ਲਿਖਿਆ ਜਾਵੇ ਤਾਂ ਫਿਰ ਉਹ ਉਸ ਦੀ ਹਵਾਲਗੀ ਜਿਹੜੀ ਆ ਉਹ ਥੋੜੀ ਈਜ਼ੀ ਹੋ ਜਾਵੇ। ਇਹ ਇੱਕ ਪ੍ਰਕਿਰਿਆ ਹੋ ਸਕਦੀ ਹੈ ਇਸ ਐਂਗਲ ਤੋਂ। ਮੈਂ ਹਵਾਲਗੀ ਵਾਲੇ ਪਾਸੇ ਆ ਰਿਹਾ ਕਿ ਹਵਾਲਗੀ ਕਿਸ ਤਰੀਕੇ ਨਾਲ ਪੋਸੀਬਲ ਹੈ। ਬਹੁਤ ਸਾਰੇ ਐਸੇ ਕੇਸਿਸ ਵੀ ਵਿਜੇ ਕਿ ਕਈ ਸਾਲ ਲੱਗ ਗਏ ਜਾਂ ਫਿਰ ਪੋਸੀਬਲ ਹੀ ਨਹੀਂ ਹੋ ਪਾਉਂਦੀ। ਹਾਲਾਂਕਿ ਕੁਝ ਐਸੇ ਵੀ ਕੇਸਿਸ ਹੈਗੇ ਜਿਹੜੇ ਹਿੰਦੁਸਤਾਨ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੇ ਉੱਪਰ ਕਰਪਸ਼ਨ ਦੇ ਕੇਸਿਸ ਹੋਣ, ਔਰ ਬਹੁਤ ਸਾਰੇ ਐਸੇ ਵੀ ਟੈਰਰਿਸਟ ਹੈਗੇ ਨੇ ਜਾਂ ਫਿਰ ਗੈਂਗਸਟਰ ਹੈਗੇ ਨੇ ਜਿਹੜੇ ਬਾਹਰ ਬੈਠੇ ਹੋਏ ਨੇ ਔਰ ਉੱਥੋਂ ਬਹੁਤ ਸਾਲਾਂ ਤੋਂ ਆਪਰੇਟ ਕਰਦੇ ਰਹਿ ਰਹੇ ਨੇ। ਹਵਾਲਗੀ ਕਿੰਨੀ ਕੁ ਪੋਸੀਬਲ ਹੈ, ਕਿੰਨੀ ਦੇਰ ਉਸ ਦੇ ਵਿੱਚ ਲੱਗ ਸਕਦੀ ਹੈ, ਕਿ ਬਾਕੀ ਉਮੀਦ ਕਰੀਏ ਕਿ ਕਿਉਂਕਿ ਆਲਮੋਸਟ 2022 ਮੁੱਕ ਚੱਲਿਆ, 2023 ਦੇ ਵਿੱਚ ਜਾਂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਜਦੋਂ 1 ਸਾਲ ਹੋਏਗਾ ਉਸ ਤੋਂ ਪਹਿਲਾਂ ਗੋਲਡੀ ਬਰਾੜ ਪੰਜਾਬ ਲਿਆਂਦਾ ਜਾ ਸਕਦਾ ਹੈ। ਇਹ ਪੋਸੀਬਿਲਿਟੀਜ਼ ਨਜ਼ਰ ਆ ਰਹੀਆਂ ਹੁਣ। ਦੇਖੋ ਗੌਰਵ, ਇਹ ਕੇਸ ਟੂ ਕੇਸ ਵੇਰੀ ਕਰਦਾ ਹੈ ਕਿ ਬਹੁਤ ਸਮੇਂ 'ਚ ਐਸੇ ਕੇਸਾਂ ਦੀਆਂ ਮੈਂ ਉਦਾਹਰਨਾਂ ਦੇ ਸਕਦਾ ਜਿੱਥੇ 12 ਸਾਲ ਲੱਗ ਗਏ, 13 ਸਾਲ ਲੱਗ ਗਏ। ਇੱਕ ਕੇਸ ਤੁਹਾਨੂੰ ਯਾਦ ਹੋਏਗਾ, ਇੱਕ ਲੜਕੀ ਜੱਸੀ ਦਾ ਮਰਡਰ ਹੋਇਆ ਸੀ ਜਗਰਾਓਂ ਵਾਲੇ ਪਾਸੇ, ਜੋ ਉਸ ਲੜਕੀ ਨੇ ਇੱਕ ਡਰਾਈਵਰ ਦੇ ਨਾਲ ਲਵ ਮੈਰਿਜ ਕਰਵਾ ਲਈ ਸੀ ਤਾਂ ਉਸਦੇ ਮਾਮੇ ਤੇ ਉਸਦੀ ਮਾਂ ਦੋਨਾਂ ਨੂੰ ਇਸ ਕੇਸ ਦੇ ਵਿੱਚ ਬੁੱਕ ਕੀਤਾ ਗਿਆ ਸੀ। ਔਰ ਕੇਸ ਕਿਉਂਕਿ ਇੱਧਰ ਦਰਜ ਸੀ, ਮਰਡਰ ਇੱਧਰ ਹੋਇਆ ਸੀ ਕੁੜੀ ਦਾ, ਤਾਂ ਕਿੰਨੇ ਸਾਲ ਲੱਗੇ ਉਹਨਾਂ ਦੀ ਹਵਾਲਗੀ ਨੂੰ। 1-2 ਵਾਰੀ ਐ ਹੋਇਆ ਕਿ ਬਸ ਹੁਣ ਇਹਨਾਂ ਨੂੰ ਲੈ ਕੇ ਆਉਣਾ, ਪਰ ਲਾਸਟ ਮੂਮੈਂਟ ਤੇ ਉਹਨਾਂ ਦੇ ਵਕੀਲ ਨੇ ਫਿਰ ਕੋਈ ਅਰਜੀ ਪਾਤੀ, ਫਿਰ ਰੁਕ ਗਈ। ਕਈ ਸਾਲਾਂ ਬਾਅਦ ਉਹਨਾਂ ਦੀ ਹਵਾਲਗੀ ਹੋਈ। ਹੋਰ ਬਹੁਤ ਸਾਰੇ ਐਸੇ ਕੇਸ ਨੇ ਜਿਹਦੇ 'ਚ ਕਿਸੇ 'ਚ 4 ਸਾਲ ਲੱਗੇ, 5 ਸਾਲ ਲੱਗੇ, ਕਿਸੇ 'ਚ 10 ਸਾਲ ਲੱਗੇ, 12 ਸਾਲ ਲੱਗੇ। ਸੋ ਉੱਥੋਂ ਦੀ ਕੋਰਟ ਦੇ ਵਿੱਚ ਉੱਥੇ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਕਿ ਇਹਨੇ ਸਾਡੇ ਦੇਸ਼ ਦੇ ਵਿੱਚ ਆਹ ਜਿਹੜੇ ਆ ਕ੍ਰਾਈਮ ਕੀਤੇ ਨੇ, ਇਹਨਾਂ ਜਿਹੜੇ ਕਾਨੂੰਨਨ ਤੌਰ ਤੇ ਗਲਤ ਕੰਮ ਨੇ ਉਹਨਾਂ ਨੂੰ ਅੰਜਾਮ ਦਿੱਤਾ। ਸੋ ਜਦੋਂ ਤੁਸੀਂ ਉੱਥੇ ਪ੍ਰੂਵ ਕਰ ਦਿੰਦੇ ਹੋ ਔਰ ਉੱਥੋਂ ਦੇ ਲਾਅ ਦੇ ਮੁਤਾਬਕ ਜਿਹੜੀ ਉੱਥੋਂ ਦੀ ਪੁਲਿਸ ਹੈ, ਉੱਥੋਂ ਦੀਆਂ ਸਿਕਿਉਰਿਟੀ ਏਜੰਸੀਜ਼ ਨੇ, ਉਹ ਕਨਵਿੰਸ ਹੋ ਜਾਂਦੀਆਂ ਕਿ ਹਾਂ ਇਹ ਇੰਡੀਆ ਦਾ ਮੁਜਰਮ ਹੈ। ਔਰ ਇੱਕ ਤੇ ਇਹ ਗੱਲ ਉਸ ਦੇ ਵਿੱਚ ਮੈਟਰ ਕਰਦੀ ਹੈ, ਔਰ ਦੂਸਰੀ ਗੱਲ ਤੁਹਾਡੀ ਇੰਟਰਨੈਸ਼ਨਲ ਟ੍ਰੀਟੀ ਕੀ ਕਹਿੰਦੀ ਹੈ, ਤੁਹਾਡੀ ਐਕਸਟ੍ਰੈਡੀਸ਼ਨ ਟ੍ਰੀਟੀ ਕੀ ਕਹਿੰਦੀ ਹੈ ਕਿ ਹਵਾਲਗੀ ਸੰਧੀ, ਜਿਹਨੂੰ ਐਕਸਟ੍ਰੈਡੀਸ਼ਨ ਟ੍ਰੀਟੀ ਕਹਿੰਦੇ ਆ, ਹਵਾਲਗੀ ਸੰਧੀ ਤੁਹਾਡੀ ਉਹਨਾਂ ਦੇਸ਼ਾਂ ਦੇ ਨਾਲ ਕਿਸ ਤਰ੍ਹਾਂ ਦੀ ਹੈ, ਉਹ ਦੇਸ਼ ਤੁਹਾਨੂੰ ਕਿੰਨਾ ਕੁ ਕੋਆਪਰੇਟ ਕਰਦੇ ਆ, ਇਸ ਤੇ ਵੀ ਡਿਪੈਂਡ ਕਰਦਾ, ਇਸ ਤੇ ਵੀ ਮੈਟਰ ਕਰਦਾ। ਸੋ ਇਹ ਕਾਫੀ ਟੈਕਨੀਕਲ ਚੀਜ਼ਾਂ ਨੇ, ਆਪਾਂ ਉਹਨੂੰ ਉਨੀ ਡੂੰਘਾਈ ਤੱਕ ਨਹੀਂ ਜਾਣਦੇ, ਮੋਟੇ ਤੌਰ ਤੇ ਜਿੰਨਾ ਕਿ ਜਾਣਦੇ ਆ। ਸੋ ਪ੍ਰਕਿਰਿਆ ਦੋ ਚੀਜ਼ਾਂ ਦਾ ਜਿਵੇਂ ਮੈਂ ਜ਼ਿਕਰ ਕੀਤਾ ਕਿ ਇੱਕ ਤੇ ਜੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਰਿਪੋਰਟ ਕਰ ਦਈਏ ਫਿਰ ਤੇ ਹੋ ਸਕਦਾ ਇਹ ਕਾਰਵਾਈ ਛੇਤੀ ਹੋ ਜੇ, ਪਰ ਜੇ ਹਵਾਲਗੀ ਦੀ ਪ੍ਰਕਿਰਿਆ ਆਰੰਭੀ ਗਈ ਤਾਂ ਹਵਾਲਗੀ ਦੀ ਪ੍ਰਕਿਰਿਆ ਦੇ ਵਿੱਚ ਗੌਰਵ ਟਾਈਮ ਜ਼ਰੂਰ ਲੱਗੇਗਾ। ਹੁਣ ਉਹ ਮਹੀਨਾ ਵੀ ਹੋ ਸਕਦਾ ਹੈ, 2 ਮਹੀਨੇ ਵੀ ਹੋ ਸਕਦੇ ਆ, 6 ਮਹੀਨੇ ਵੀ ਹੋ ਸਕਦੇ ਆ, ਸਾਲ ਵੀ ਹੋ ਸਕਦੇ ਆ। ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਪ੍ਰੂਵ ਕਿਵੇਂ ਕਰੋਗੇ, ਕਿਉਂਕਿ ਹਲੇ ਤੱਕ ਪ੍ਰੂਫ ਕੀ ਹੈ ਸਿੱਧੂ ਮੂਸੇਵਾਲਾ, ਬਾਕੀ ਕੇਸਾਂ ਦੇ ਵਿੱਚ ਤੇ ਪੁਲਿਸ ਕੋਲੇ ਪ੍ਰੂਫ ਹੋ ਸਕਦੇ ਆ, ਪਰ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਪ੍ਰੂਫ ਸਿਰਫ ਇੰਨਾ ਹੀ ਹੈ ਕਿ ਉਸਨੇ ਜ਼ਿੰਮੇਵਾਰੀ ਲਈ ਹੈ, ਜਾਂ ਜਿਹੜੇ ਇੱਥੇ ਗੈਂਗਸਟਰ ਜਿਹੜੇ ਫੜੇ ਗਏ ਨੇ ਜਾਂ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਹੋਈ ਹੈ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਨੂੰ ਹਥਿਆਰ ਇਹਨੇ ਪਹੁੰਚਾਏ ਸੀ, ਸਾਡੇ ਨਾਲ ਫੋਨ ਕਾਲ। ਹੁਣ ਉਹ ਸਾਰਾ ਨੈਟਵਰਕਿੰਗ ਜਦੋਂ ਟਰੇਸ ਹੋਊਗੀ, ਉਸ ਨੂੰ ਸਬੂਤਾਂ ਦੇ ਨਾਲ ਉੱਥੇ ਰੱਖਣਾ ਪਏਗਾ, ਫਿਰ ਹਵਾਲਗੀ ਦੀ ਇਹ ਪ੍ਰਕਿਰਿਆ ਸਿਰੇ ਚੜੇਗੀ। ਔਰ ਖਾਸ ਤੌਰ ਤੇ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਉਹਨੇ ਨਿਊਜ਼ 18 ਨਾਲ ਵੀ ਗੱਲਬਾਤ ਕੀਤੀ ਸੀ, ਇੱਕ ਵੀਡੀਓ ਸਾਡੇ ਕੋਲ ਪਹੁੰਚੀ ਸੀ, ਤਾਂ ਇਹ ਵੀ ਉਹ ਐਲੀਮੈਂਟਸ ਦੇ ਵਿੱਚ ਦਾ ਇੱਕ ਹਿੱਸਾ ਹੋ ਸਕਦਾ, ਕਿਉਂਕਿ ਵੌਇਸ ਸੈਂਪਲ ਬਹੁਤ ਕੁਝ ਮਿਲਾਉਣ ਦੀ ਕੋਸ਼ਿਸ਼ ਵੀ ਕਰਦੀਆਂ ਏਜੰਸੀਆਂ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਗੌਰਵ ਜਿੰਨੇ ਵੀ ਹਾਇਰ ਕੀਤੇ ਬੰਦੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੇ ਲਈ, ਉਹਨਾਂ ਸਾਰਿਆਂ ਨਾਲ ਉਹ ਸਿਗਨਲ ਐਪ ਦੇ ਜ਼ਰੀਏ ਜਾਂ ਕਿਸੇ ਵੀ WhatsApp ਕਾਲ ਦੇ ਜ਼ਰੀਏ ਉਹ ਇਨ ਟੱਚ ਤੇ ਰਿਹਾ। ਸੋ ਅੱਜ ਕੱਲ੍ਹ ਤੇ ਟੈਕਨੋਲੋਜੀ ਔਰ ਅਮਰੀਕਾ ਤੇ ਟੈਕਨੋਲੋਜੀ ਦਾ ਧੁਰਾ ਹੈ ਤੇ ਉੱਥੋਂ ਤਾਂ ਸਾਰਾ ਕੁਝ ਓਰੀਜਨ ਹੁੰਦਾ। ਸੋ ਉਹਨਾਂ ਕੋਲ ਰਿਕਾਰਡ ਕਿਸ ਤਰੀਕੇ ਨਾਲ ਹੁਣ ਇਹ ਪੁਲਿਸ ਲੈ ਕੇ ਜਾਊਗੀ ਜਾਂ ਉੱਥੇ ਰਿਕਾਰਡ ਕਢਵਾਏ ਜਾਣਗੇ, ਉਹੀ ਗੱਲ ਜਿਹੜੀ ਮੈਂ ਕਹਿ ਰਿਹਾ ਕਿ ਤੁਹਾਨੂੰ ਪ੍ਰੂਵ ਕਰਨਾ ਪਏਗਾ, ਮਤਲਬ ਸੋਲਿਡ ਚੀਜ਼ ਚਾਹੀਦੀ, ਕਨਵਿੰਸ ਕਰਨਾ ਪਏਗਾ ਉੱਥੋਂ ਦੀਆਂ ਅਥਾਰਟੀਜ਼ ਨੂੰ, ਪ੍ਰੂਫ ਵਿਦ ਪ੍ਰੂਫਸ
ਕਿ ਹਾਂ ਇਹ ਸਾਡੇ ਦੇਸ਼ ਦਾ ਮੁਜਰਮ ਹੈ ਤੇ ਅਸੀਂ ਇਹਨੂੰ ਲੈ ਕੇ ਜਾਣਾ। ਮਤਲਬ ਪੁਆਇੰਟ ਇਹੀ ਹੈ ਕਿ ਕਿਸ ਤਰੀਕੇ ਨਾਲ ਪ੍ਰੂਵ ਕੀਤਾ ਜਾਂਦਾ ਹੈ। ਸੋਲਿਡ ਸਬੂਤ ਤਾਂ ਕੋਈ ਨਾ ਕੋਈ ਚਾਹੀਦੇ ਹੋਣਗੇ ਕਿ ਜੇ ਤੁਸੀਂ ਕੇਕੜੇ ਦਾ ਜ਼ਿਕਰ ਕਰੋ, ਪ੍ਰਿਯਵਰਤ ਫੌਜੀ ਦਾ ਜ਼ਿਕਰ ਕਰੋ, ਜਾਂ ਫਿਰ ਤੁਸੀਂ ਹੋਰ ਜਿਹੜੇ ਗੈਂਗਸਟਰ ਜਿਹੜੇ ਫੜੇ ਗਏ ਨੇ ਹੁਣ ਤੱਕ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ, ਉਹ ਕਹਿਣ ਕਿ ਸਾਡੀ ਗੋਲਡੀ ਬਰਾੜ ਦੇ ਨਾਲ ਗੱਲ ਹੋ ਰਹੀ ਸੀ, ਤਾਂ ਗੋਲਡੀ ਬਰਾੜ ਇੱਕ ਨਾਮ ਵੀ ਹੋ ਸਕਦਾ। ਹੁਣ ਸ਼ਖਸ ਕੌਣ ਆ ਉਹਨਾਂ ਨੂੰ ਵੀ ਨਹੀਂ ਪਤਾ, ਹੋ ਸਕਦਾ ਇਹ ਵੀ ਹੋਵੇ ਕਿ ਉਹਨਾਂ ਨੇ ਕਦੇ ਗੱਲ ਸਿਰਫ ਫੋਨ ਦੇ ਉੱਤੇ ਹੀ ਕੀਤੀ ਹੋਵੇ, ਵੌਇਸ ਕਾਲ ਹੀ ਕੀਤੀ ਹੋਵੇ। ਅੱਛਾ, ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਕਿਉਂਕਿ ਬਹੁਤ ਸਾਰੇ ਦਰਸ਼ਕ ਇਸ ਚੀਜ਼ ਨੂੰ ਲੈ ਕੇ ਵੀ ਸਵਾਲ ਲਗਾਤਾਰ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਪੁੱਛ ਰਹੇ ਨੇ ਕਿ ਜੇਕਰ ਗੋਲਡੀ ਬਰਾੜ ਨੂੰ ਲੈ ਕੇ ਆ ਜਾਂਦੀ ਹੈ ਪੁਲਿਸ, ਸਪੋਜ਼ ਕਰ ਲਓ 6 ਮਹੀਨੇ ਸਾਲ ਲੱਗਦੇ ਨੇ, ਉਸ ਤੋਂ ਬਾਅਦ ਕੀ ਲੋਕ ਇਹ ਉਮੀਦ ਕਰਨ ਕਿ ਇਹ ਫਾਂਸੀ ਵਾਲੇ ਪਾਸੇ ਜਾ ਸਕਦਾ, ਕਿਉਂਕਿ ਇੱਕ ਲਾਰੈਂਸ ਬਿਸ਼ਨੋਈ ਆਲਰੇਡੀ ਸਾਡੀਆਂ ਜੇਲ੍ਹਾਂ ਦੇ ਵਿੱਚ ਹੈ। 15-18 ਪਰਚੇ ਪੰਜਾਬ ਦੇ ਵਿੱਚ ਨੇ, ਹਰਿਆਣਾ 'ਚ ਪਰਚੇ ਨੇ, ਦਿੱਲੀ 'ਚ ਪਰਚੇ ਨੇ, NIA ਜਾਂਚ ਕਰ ਰਹੀ ਹੈ, ਬੜਾ ਕੁਝ ਹੋ ਰਿਹਾ ਹੈ, ਪਰ ਅੰਜਾਮ ਤੱਕ ਕਦੋਂ ਪਹੁੰਚੇਗਾ ਕਿਸੇ ਨੂੰ ਨਹੀਂ ਪਤਾ। ਇਹ ਪੁਆਇੰਟ ਲੋਕਾਂ ਦੇ ਜ਼ਿਹਨ 'ਚ ਹੋਏਗਾ ਕਿ ਗੋਲਡੀ ਬਰਾੜ ਫੜ ਵੀ ਲਿਆ ਤਾਂ ਉਹੀ ਕੰਮ ਨਾ ਹੋਵੇ ਕਿ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ, ਦੂਜੀ ਜੇਲ੍ਹ ਤੋਂ ਤੀਜੀ ਜੇਲ੍ਹ, ਐਵੇਂ ਹੀ ਚੱਲਦਾ ਰਹੇ ਔਰ ਪਤਾ ਨਹੀਂ ਕਿੰਨੀ ਦੇਰ ਚੱਲਦਾ ਰਹੇ। 2-3 ਚੀਜ਼ਾਂ ਨੇ ਗੌਰਵ ਇਸ ਦੇ ਵਿੱਚ। ਜਦੋਂ ਇਸ ਚੀਜ਼ ਦੀ ਸ਼ੁਰੂਆਤ ਹੋਈ ਸੀ, ਜਿਹੜੀ ਤਸਵੀਰ ਆਪਾਂ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੀ, ਇਹ ਤਸਵੀਰ 2015-16 ਦੇ ਆਸ-ਪਾਸ ਦੀ ਹੈ। ਇੱਕ ਫੰਕਸ਼ਨ ਦੇ ਵਿੱਚ ਉਹ ਦੋਨੋਂ ਜਾਂ ਕਿਸੇ ਹੋਟਲ ਦੇ ਵਿੱਚ ਖੜੇ ਨੇ, ਕੁਝ ਹੋਰ ਵੀ ਇਹਨਾਂ ਦੇ ਦੋਸਤ ਨੇ ਜਿਨ੍ਹਾਂ ਦੀ ਤਸਵੀਰ ਆਪਾਂ ਨਹੀਂ ਦਿਖਾ ਰਹੇ, ਉਸ ਤੋਂ ਸਿਰਫ ਲਾਰੈਂਸ ਤੇ ਗੋਲਡੀ ਦੀ ਉਹ ਤਸਵੀਰ ਹੈ। ਉਸ ਵੇਲੇ ਇਹ ਲੋਕ ਅਨਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਇਨਵੋਲਵ ਸੀ, ਔਰ ਅਨਆਰਗੇਨਾਈਜ਼ਡ ਕ੍ਰਾਈਮ ਦਾ ਮਤਲਬ ਸੀ ਕਿ ਆਪਣੇ ਹੱਥੀਂ ਕਿਸੇ ਤੇ ਫਾਇਰ ਕਰਤਾ, ਕਿਸੇ ਤੇ ਗੋਲੀ ਚਲਾਤੀ, ਜਾਂ ਮਰਡਰ ਦੇ ਕੇਸ ਵੀ ਇਹਨਾਂ ਤੇ ਹੋਏ ਹੋਣਗੇ। ਸੋ ਇਸ ਤਰੀਕੇ ਦੇ ਕੇਸਾਂ ਦੇ ਵਿੱਚ ਇਨਵੋਲਵ ਸੀ। ਹੌਲੀ ਹੌਲੀ ਇਹ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਆ ਗਏ ਕਿ ਬੰਦੇ ਹਾਇਰ ਕੀਤੇ ਤੇ ਉਹਨਾਂ ਤੋਂ ਅੱਗੇ ਜਿਹੜੀ ਹੈ ਉਹ ਕੋਈ ਕਾਰਵਾਈ ਕਰਵਾਤੀ ਜਾਂ ਕੋਈ ਕਤਲ ਕਰਵਾਤਾ ਜਾਂ ਇਸ ਤਰੀਕੇ ਦੀਆਂ ਗਤੀਵਿਧੀਆਂ ਦੇ ਵਿੱਚ ਆ ਗਏ। ਹੁਣ ਇਹ ਤੇ ਕਾਨੂੰਨ ਨੇ ਦੇਖਣਾ ਕਿ ਤੁਸੀਂ ਫਾਂਸੀ ਕਿਸ ਆਧਾਰ ਤੇ ਦੇ ਸਕਦੇ ਹੋ, ਕਿ ਸਖਤ ਤੋਂ ਸਖਤ ਸਜ਼ਾ ਕਿੰਨੀ ਕੁ ਦੇ ਸਕਦੇ ਹੋ। ਮਰਡਰ, ਇੱਕ ਬਹੁਤ ਸਾਰੇ ਮਰਡਰ ਕੇਸ ਨੇ, ਕਿਸੇ 'ਚ 10 ਸਾਲ ਦੀ ਸਜ਼ਾ ਹੋਈ ਹੈ, ਕਿਸੇ 'ਚ 14 ਸਾਲ ਦੀ ਸਜ਼ਾ ਹੁੰਦੀ ਹੈ, ਕਿਸੇ 'ਚ ਤਾਉਮਰ ਸਜ਼ਾ ਹੁੰਦੀ ਹੈ, ਕਿਸੇ 'ਚ 20 ਸਾਲ ਦੀ ਸਜ਼ਾ ਹੁੰਦੀ ਹੈ, ਔਰ ਜਿਹੜਾ ਹੀਨੀਅਸ ਕ੍ਰਾਈਮ ਜਾਂ ਰੇਅਰੈਸਟ ਆਫ ਰੇਅਰ ਦੀ ਕੈਟਾਗਰੀ ਦੇ ਵਿੱਚ ਆ ਜਾਂਦਾ ਉਹਦੇ 'ਚ ਜਾ ਕੇ ਫਾਂਸੀ ਦੀ ਸਜ਼ਾ ਵੀ ਹੋ ਜਾਂਦੀ ਹੈ। ਜੇ ਸਿੱਧੂ ਮੂਸੇਵਾਲੇ ਦਾ ਮਰਡਰ ਪ੍ਰੂਵ ਹੋ ਜਾਂਦਾ ਹੈ ਕਿ ਗੋਲਡੀ ਬਰਾੜ ਏਜੰਸੀਆਂ ਜਾਂ ਸਿਕਿਉਰਿਟੀ ਫੋਰਸਿਸ ਪ੍ਰੂਵ ਕਰ ਦਿੰਦੀਆਂ ਕਿ ਹਾਂ ਗੋਲਡੀ ਬਰਾੜ ਨੇ ਹੀ ਕਰਵਾਇਆ, ਤਾਂ ਬਿਲਕੁਲ ਉਹ ਰੇਅਰੈਸਟ ਆਫ ਰੇਅਰ ਦੇ ਵਿੱਚ ਆਉਂਦਾ। ਜਿੰਨੀ ਬੇਰਹਿਮੀ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਔਰ ਜਿੱਡਾ ਵੱਡਾ ਉਹ ਸੈਲੀਬ੍ਰਿਟੀ ਸੀ, ਜਿੱਡਾ ਵੱਡਾ ਉਹ ਨਾਮ ਸੀ, ਤਾਂ ਉਸ ਲਿਹਾਜ਼ ਨਾਲ ਫਿਰ ਅੱਗੇ ਕੋਰਟਾਂ ਦੇ ਵਿੱਚ ਕੇਸ ਚੱਲਦੇ ਆ ਔਰ ਉਹਨਾਂ ਨੇ ਫਿਰ ਉਹਨੂੰ ਜੋ ਉਹਦਾ ਜੁਰਮ ਹੈ ਉਹਦੇ ਆਧਾਰ ਤੇ ਫੈਸਲੇ ਲਏ ਜਾਂਦੇ ਆ। ਮੰਗ ਦੇਖੋ ਪਰਿਵਾਰ ਨੇ ਕਰਨੀ ਤਾਂ ਉਹ ਹਰ ਕਿਸੇ ਦਾ ਅਧਿਕਾਰ ਹੈ ਮੰਗ ਕਰਨੀ, ਔਰ ਉਹ ਕਰਦੇ ਵੀ ਹੈ ਕਿ ਜੇ ਕਿਸੇ ਪਰਿਵਾਰ ਦੇ ਨਾਲ ਐਡਾ ਹਾਦਸਾ ਵਾਪਰਿਆ ਤਾਂ ਉਹ ਤਾਂ ਕਹਿਣਗੇ ਕਿ ਇਹਨੂੰ ਫਾਂਸੀ ਦਿੱਤੀ ਜਾਵੇ। ਪਰ ਜਿਹੜੀ ਗੱਲ ਤੁਸੀਂ ਲਾਰੈਂਸ ਵਾਲੀ ਕੀਤੀ, ਇਹ ਗੱਲ ਸਿੱਧੂ ਮੂਸੇਵਾਲਾ ਦੇ ਪਿਤਾ ਖੁਦ, ਉਹਨਾਂ ਦਾ ਕੋਈ ਵੀ ਸਟੇਟਮੈਂਟ ਚੱਕ ਲਓ, ਉਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ। ਅੱਜ ਵੀ ਉਹਨਾਂ ਨੇ ਇਹ ਗੱਲ 5 ਵਾਰੀ ਕਹੀ ਹੈ ਘੱਟੋ ਘੱਟ ਕਿ ਇਹ ਲੋਕ ਕਾਨੂੰਨ ਦੇ ਇੰਨੇ ਜ਼ਿਆਦਾ ਜਾਣਕਾਰ ਔਰ ਇੰਨੇ ਸ਼ਾਤਰ ਹੋ ਚੁੱਕੇ ਨੇ ਕਿ ਕਾਨੂੰਨ ਦੇ ਨਾਲ ਖੇਲਣਾ ਕਿਵੇਂ ਹੈ, ਉਸ ਦੀਆਂ ਬਰੀਕੀਆਂ, ਉਸ ਦੇ ਲੂਪ ਹੋਲਸ ਨੇ ਜਿਹੜੇ ਉਹਨਾਂ ਦੇ ਨਾਲ ਕਿਵੇਂ ਖੇਲਣਾ, ਇਹ ਬਖੂਬੀ ਜਾਣਦੇ ਨੇ। ਸੋ ਹੁਣ ਗੋਲਡੀ ਬਰਾੜ ਨੇ ਭਾਵੇਂ ਉਸ ਵੇਲੇ ਵੀਡੀਓ ਜਾਰੀ ਕੀਤੀ, ਪਰ ਇੱਥੇ ਆ ਕੇ ਗੋਲਡੀ ਬਰਾੜ ਅਦਾਲਤ ਦੇ ਵਿੱਚ ਉਹ ਗੱਲ ਮੰਨਦਾ ਜਾਂ ਨਹੀਂ ਮੰਨਦਾ, ਇਹ ਵੀ ਬਹੁਤ ਚੀਜ਼ਾਂ ਨੇ ਹਲੇ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਬੜੀ ਲੰਬੀ ਲੜਾਈ ਹੈ। ਜੇ ਆਪਾਂ ਕਹੀਏ ਕਿ ਬੜੀ ਛੇਤੀ ਇਸ ਤੇ ਨਤੀਜੇ ਨਿਕਲ ਆਉਣਗੇ ਤਾਂ ਛੇਤੀ ਇਹਨਾਂ ਚੀਜ਼ਾਂ ਦੇ ਨਤੀਜੇ ਨਹੀਂ ਨਿਕਲਦੇ। ਪਰ ਇੱਕ ਚੀਜ਼ ਜ਼ਰੂਰ ਹੈ, ਮੈਂ ਉਸ ਤੋਂ ਬਾਅਦ ਗਗਨ ਦਾ ਰੁਖ ਕਰੂੰਗਾ ਕਿ ਜੇ ਗੋਲਡੀ ਬਰਾੜ ਡਿਟੇਨ ਕਰ ਲਿਆ ਗਿਆ, ਨਜ਼ਰਬੰਦ ਕਰ ਲਿਆ ਗਿਆ, ਪਰ ਇੰਨੀ ਕੁ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੀਆਂ ਅੱਗੇ ਦੀਆਂ ਪਲੈਨਿੰਗਸ ਘੜ ਰਿਹਾ ਸੀਗਾ ਸ਼ਾਇਦ ਉਸ ਦੇ ਉੱਤੇ ਠੱਲ ਲੱਗ ਜਾਵੇ, ਉੱਥੇ ਹੀ ਉਹ ਬਲੌਕ ਹੋ ਜਾਣ। ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੇ ਟੈਰਰਿਸਟ ਹੁੰਦੇ ਨੇ ਉਹਨਾਂ ਦੇ ਸਲੀਪਰ ਸੈੱਲ ਹੁੰਦੇ ਨੇ, ਇਹ ਅੱਜ ਕੱਲ੍ਹ ਗੁਰਗਿਆਂ ਵਾਲਾ ਰਿਵਾਜ ਚੱਲਿਆ ਹੋਇਆ ਕਿ ਗੁਰਗੇ ਹੁੰਦੇ ਨੇ ਇਹਨਾਂ ਗੈਂਗਸਟਰਸ ਦੇ। ਤਾਂ ਗੋਲਡੀ ਬਰਾੜ ਜੇ ਅੱਗੇ ਕੋਈ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਜਾਂ ਪਲੈਨਿੰਗ ਕਰ ਰਿਹਾ ਸੀ ਤਾਂ ਹੋ ਸਕਦਾ ਕਿ ਉਹਨਾਂ ਦੇ ਉੱਤੇ ਰੋਕ ਲੱਗ ਜਾਵੇ ਪੂਰੀ ਤੌਰ ਦੇ ਉੱਤੇ। ਜਿਹੜੀਆਂ ਕਮਾਂਡਸ ਗੋਲਡੀ ਬਰਾੜ ਤੋਂ ਆਉਣੀਆਂ ਸੀ FBI ਦੇ ਸ਼ਿਕੰਜੇ ਦੇ ਵਿੱਚ ਆਉਣ ਤੋਂ ਬਾਅਦ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਨਾ ਆਉਣ ਕਮਾਂਡਸ, ਤੇ ਜਿਹੜੇ ਉਹ ਪੂਰੇ ਪਲਾਨ ਸੀਗੇ ਉੱਥੇ ਹੀ ਉਹਨਾਂ ਦੇ ਉੱਤੇ ਫੁੱਲ ਸਟਾਪ ਲੱਗ ਜਾਵੇ। ਇਹ ਇੱਕ ਪੁਆਇੰਟ ਹੋ ਸਕਦਾ। ਇਸ ਦੇ ਵਿੱਚ ਗੌਰਵ ਫਿਰ ਆਪਾਂ ਉਹਨਾਂ ਹੀ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜ ਕੇ ਦੇਖ ਸਕਦੇ ਹਾਂ। ਜੇ ਆਪਾਂ ਇਹ ਗੱਲ ਦਾ ਜ਼ਿਕਰ ਕਰਦੇ ਹਾਂ ਕਿ FBI ਨੇ ਉਹਨੂੰ ਫੜਿਆ, ਉਹਦੇ ਤੋਂ ਪੁੱਛਗਿੱਛ ਕੀਤੀ, ਤਾਂ ਕੀ ਪਤਾ ਉਹਨੇ ਉਸ ਪੁੱਛਗਿੱਛ ਦੇ ਵਿੱਚ ਕੀ ਖੁਲਾਸੇ ਕੀਤੇ। ਜੇ ਘੰਟਾ ਪਹਿਲਾਂ ਖਬਰ ਆਉਂਦੀ ਹੈ ਕਿ ਅੰਬਾਲਾ ਦੇ ਵਿੱਚੋਂ ਇੱਕ ਬਹੁਤ ਵੱਡੀ ਹਥਿਆਰਾਂ ਦੀ ਰਿਕਵਰੀ ਹੋਈ ਹੈ ਔਰ ਉਹ ਹਥਿਆਰ ਗੋਲਡੀ ਬਰਾੜ ਉਹਨਾਂ ਦੇ ਪਿੱਛੇ ਸੀ ਜਾਂ ਉਸਨੇ ਰਖਵਾਏ ਸੀ, ਔਰ CM ਜਿਵੇਂ ਜ਼ਿਕਰ ਕਰ ਰਹੇ ਨੇ ਕਿ ਇਹ ਨੈਟਵਰਕ ਜਿਹੜਾ ਇਹ ਵਾਇਆ ਪਾਕਿਸਤਾਨ ਚੱਲ ਰਿਹਾ ਸੀ ਔਰ ਪਾਕਿਸਤਾਨ ਤੋਂ ਡਰੋਨਸ ਦੇ ਜ਼ਰੀਏ ਜਾਂ ਹੋਰ ਸੋਰਸਿਸ ਦੇ ਜ਼ਰੀਏ ਹਥਿਆਰ ਆਉਂਦੇ ਸੀ, ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਚੀਜ਼ਾਂ ਦੇ ਪ੍ਰਭਾਵ ਤੇ ਪੈਂਦੇ ਆ ਕਿ ਕੱਲ ਨੂੰ ਤੁਸੀਂ ਕੁਝ ਵੱਡਾ ਪਲਾਨ ਕਰ ਰਹੇ ਹੋ ਸਕਦਾ ਹੈ ਸਿੱਧੂ ਮੂਸੇਵਾਲਾ ਗਾਇਕ ਸੀ, ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਸੀ, ਉਸ ਤੋਂ ਬਾਅਦ ਕੋਈ ਪੋਲੀਟੀਕਲ ਮਰਡਰ ਪਲਾਨ ਹੋ ਰਿਹਾ ਹੋਵੇ, ਕਿਸੇ ਹੋਰ ਵੱਡੀ ਹਸਤੀ ਦਾ ਮਰਡਰ ਪਲਾਨ ਹੋ ਰਿਹਾ ਹੋਵੇ। ਸੋ ਜ਼ਾਹਿਰ ਜੀ ਗੱਲ ਹੈ ਕਿ ਇਹਨਾਂ ਚੀਜ਼ਾਂ ਤੇ ਤਾਂ ਲਗਾਮ ਲੱਗਦੀ ਹੈ, ਔਰ ਬਾਕੀ ਵੀ ਜਿਹੜੇ ਇਹ ਸੋਚ ਰਹੇ ਹੁੰਦੇ ਆ ਕਿ ਅਸੀਂ ਐਸੀ ਗਤੀਵਿਧੀ ਨੂੰ ਅੰਜਾਮ ਦੇਵਾਂਗੇ, ਉਹਨਾਂ ਨੂੰ ਵੀ ਇਹ ਮੈਸੇਜ ਪਹੁੰਚਦਾ। ਔਰ ਇੱਕ ਚੀਜ਼ ਦਾ ਗੌਰਵ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਕਿ ਆਪਾਂ
ਸੁਣਦੇ ਆ ਜਾਂ ਗੱਲ ਕਰਦੇ ਆ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ, ਉਹ ਇਹ ਚੀਜ਼ਾਂ ਪ੍ਰੂਵ ਹੁੰਦੀਆਂ। ਬੇਹੱਦ ਨੁਕਤਾਚੀਨੀ ਦਾ ਸਾਹਮਣਾ ਪੰਜਾਬ ਪੁਲਿਸ ਨੂੰ ਕਰਨਾ ਪਿਆ ਇਸ ਪੂਰੇ ਕੇਸ ਦੇ ਵਿੱਚ। ਜੇ ਮੈਂ ਲਫ਼ਜ਼ ਯੂਜ਼ ਕਰਾਂ ਤੇ ਫਜ਼ੀਹਤ ਤੱਕ ਹੋਈ ਪੁਲਿਸ ਦੀ ਇਸ ਕੇਸ ਦੇ ਵਿੱਚ। ਕਦੇ ਦਿੱਲੀ ਦੀ ਸਪੈਸ਼ਲ ਸੈੱਲ ਜੇ ਇੱਥੋਂ ਕਿਸੇ ਨੂੰ ਅਰੈਸਟ ਕਰਕੇ ਲੈ ਜਾਂਦੀ ਤਾਂ ਪੰਜਾਬ ਪੁਲਿਸ ਬਾਰੇ ਗੱਲਾਂ ਹੁੰਦੀਆਂ, AGTF ਬਾਰੇ ਗੱਲਾਂ ਹੁੰਦੀਆਂ ਕਿ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ। ਦੂਜੀਆਂ ਸਟੇਟਾਂ ਦੀ ਪੁਲਿਸ ਆ ਕੇ ਬੰਦੇ ਫੜ ਕੇ ਲੈ ਕੇ ਜਾ ਰਹੀ ਹੈ ਪੰਜਾਬ ਚੋਂ। ਤਾਂ ਬਹੁਤ ਸਾਰਾ ਟਾਈਮ ਦੇਖੋ ਹਰ ਕਿਸੇ ਲਈ ਚੈਲੰਜਿੰਗ ਇਹ ਸਿਚੁਏਸ਼ਨ ਰਹੀ ਹੈ, ਪਰ ਜੇ ਇਹ ਬ੍ਰੇਕ ਥਰੂ ਅੱਜ ਮਿਲਿਆ ਹੈ ਤੇ ਜੇ ਉਸ ਦੇ ਵਿੱਚ AGTF ਦੀ ਇਨਪੁਟ ਹੈ ਜਾਂ NIA ਦੀ ਇਨਪੁਟ ਹੈ ਤਾਂ ਇਹ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਇਹ ਅੱਜ ਵਧਾਈ ਦੀਆਂ ਪਾਤਰ ਨੇ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਬਿਲਕੁਲ ਲਾਜ਼ਮੀ ਤੌਰ ਤੇ ਵਧਾਈ ਦੀਆਂ ਪਾਤਰ ਨੇ। ਔਰ ਵਿਜੇ ਜੇ ਆਪਾਂ ਦੇਖੀਏ ਬਿਲਕੁਲ ਜਿੱਥੋਂ ਸਟਾਰਟਿੰਗ ਹੁੰਦਾ ਹੈ ਪੂਰਾ ਮਾਮਲਾ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਜਿਹੜੇ ਸ਼ੂਟਰ ਪ੍ਰਿਯਵਰਤ ਫੌਜੀ ਕਾਬੂ ਕੀਤਾ ਗਿਆ ਹੋਵੇ ਜਾਂ ਕਸ਼ੀ ਜਾਂ ਹੋਰ ਇਹ ਸਾਰੇ ਦਿੱਲੀ ਵਾਲਿਆਂ ਨੂੰ ਲੱਭੇ। ਅੱਛਾ ਉੱਥੇ ਬਹੁਤ ਫਜ਼ੀਹਤ ਜੋ ਤੁਸੀਂ ਜ਼ਿਕਰ ਕਰ ਰਹੇ ਸੀ, ਉਸ ਤੋਂ ਬਾਅਦ ਥੋੜਾ ਜਿਹਾ ਡੈਮੇਜ ਕੰਟਰੋਲ ਜ਼ਰੂਰ ਕੀਤਾ ਜਦੋਂ 2 ਸ਼ੂਟਰਾਂ ਦਾ ਇਨਕਾਊਂਟਰ ਕਰ ਦਿੱਤਾ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ, ਪੰਜਾਬ ਪੁਲਿਸ ਦੇ ਵੱਲੋਂ ਅੰਮ੍ਰਿਤਸਰ 'ਚ ਹੋਇਆ ਸੀ। ਹਾਲਾਂਕਿ ਜਿਹੜਾ ਪ੍ਰਦੀਪ ਡੇਰਾ ਪ੍ਰੇਮੀ ਦਾ ਕਤਲ ਹੋਇਆ ਅਗਲੇ ਹੀ ਦਿਨ ਫਿਰ ਦਿੱਲੀ ਪੁਲਿਸ ਪਹੁੰਚ ਗਈ, ਉਹਨਾਂ ਨੇ ਕਾਬੂ ਕਰ ਲਏ 3 ਸ਼ੂਟਰ ਉਸ ਦੇ ਵਿੱਚੋਂ। ਤਾਂ ਉਹ ਲਾਜ਼ਮੀ ਤੌਰ ਤੇ ਇੱਕ ਬਹੁਤ ਵੱਡਾ ਚੈਲੰਜ ਤਾਂ ਜ਼ਰੂਰ ਰਿਹਾ। ਪਰ ਜੋ ਗਗਨ ਬ੍ਰੇਕ ਥਰੂ ਦਾ ਵੀ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇੱਕ ਬ੍ਰੇਕ ਥਰੂ ਦੀ ਜ਼ਰੂਰਤ ਸੀ ਔਰ ਇਹ ਬਹੁਤ ਵੱਡਾ ਹੈ ਕਿ ਤੁਸੀਂ ਪੂਰਾ ਪੁਆਇੰਟ ਦੇਖੋ ਕਿ ਸਿੱਧੂ ਮੂਸੇਵਾਲਾ ਦਾ ਟਾਪ ਜਿਹੜਾ ਇਸ ਸਮੇਂ ਨਜ਼ਰ ਆਉਂਦਾ ਕਿ ਕਿੱਥੋਂ ਇਹ ਪੂਰੀ ਕਨਸਪੀਰੇਸੀ ਸ਼ੁਰੂ ਹੁੰਦੀ ਹੈ, ਸਾਜ਼ਿਸ਼ ਘੜੀ ਜਾਣੀ ਸ਼ੁਰੂ ਹੁੰਦੀ ਹੈ। ਤਾਂ ਟਾਪ ਦੇ ਉੱਤੇ ਤੁਹਾਨੂੰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਜ਼ਰ ਆਉਣਗੇ। ਲਾਰੈਂਸ ਬਿਸ਼ਨੋਈ ਆਲਰੇਡੀ ਜੇਲ੍ਹ ਦੇ ਵਿੱਚ ਹੈ ਤੇ ਗੋਲਡੀ ਬਰਾੜ ਸ਼ਿਕੰਜੇ ਤੋਂ ਬਾਹਰ ਸੀ, ਤਾਂ ਹੁਣ ਉਸ ਤੋਂ ਹੇਠਾਂ ਵਾਲੇ ਆਲਰੇਡੀ ਸ਼ਿਕੰਜੇ ਦੇ ਵਿੱਚ ਨੇ। ਤਾਂ ਗੋਲਡੀ ਬਰਾੜ ਕਦੋਂ ਆਉਂਦਾ ਹੈ? ਜੋ ਅਸੀਂ ਲਗਾਤਾਰ ਗੱਲ ਵੀ ਕਰ ਰਹੇ ਸੀ, ਤਾਂ ਇੱਕ ਚੀਜ਼ ਬਹੁਤ ਕਲੀਅਰ ਹੈ, ਥੋੜਾ ਜਿਹਾ ਹੋਰ ਸੰਜਮ ਰੱਖਣਾ ਹੋਏਗਾ। 6.5 ਮਹੀਨੇ ਬਾਅਦ ਜਾ ਕੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਡੇਨ ਹੋਇਆ, ਤਾਂ ਥੋੜਾ ਜਿਹਾ ਹੋਰ ਸੰਯਮ ਰੱਖਣਾ ਹੋਵੇਗਾ ਕਿ ਹੁਣ ਉਹ ਹਿੰਦੁਸਤਾਨ ਲਿਆਂਦਾ ਜਾਵੇ, ਪੰਜਾਬ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆਵੇ ਤੇ ਉਸ ਤੋਂ ਬਾਅਦ ਕੇਸ ਚੱਲਣਗੇ, ਅਦਾਲਤਾਂ ਦੀ ਚਾਰਾਜੋਈ, ਬਿਆਨ ਸਭ ਕੁਝ ਪ੍ਰੂਵ ਕਰਨਾ ਹੈ। ਤਾਂ ਇੱਕ ਲੰਬੀ ਲੜਾਈ ਲਾਜ਼ਮੀ ਤੌਰ ਤੇ ਹੈ ਗਗਨ। ਪਰ ਗੌਰਵ ਇੱਕ ਕਾਮਨ ਮੈਨ ਜਿਹੜਾ ਹੈਗਾ, ਜਿਹੜਾ ਤੁਸੀਂ ਆਖਰੀ ਸਵਾਲ ਵਿਜੇ ਦੇ ਨਾਲ ਜਿਹੜੀ ਡਿਸਕਸ਼ਨ ਤੁਸੀਂ ਕਰ ਰਹੇ ਸੀਗੇ, ਉਹ ਆਖਰੀ ਸਵਾਲ ਤੇ ਮੈਂ ਥੋੜਾ ਡਿਫਰ ਕਰਦਾ ਹੈ। ਆਮ ਆਦਮੀ ਇਹ ਸਵਾਲ ਪੁੱਛਦਾ ਹੈ ਵੀ ਠੀਕ ਹੈ ਤੁਸੀਂ ਗ੍ਰਿਫਤਾਰ ਵੀ ਕਰ ਲਿਆ, ਜੇਲ੍ਹ ਵਿੱਚ ਵੀ ਲੈ ਕੇ ਤੱਕਤੇ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਪਲਾਨ ਕਰ ਰਹੇ ਨੇ ਉਹ ਕਿੱਥੇ ਸਨ? ਤਿਹਾੜ ਜੇਲ੍ਹ ਦੇ ਵਿੱਚ। ਸਿਗਨਲ ਐਪ ਦੇ ਥਰੂ ਗੱਲ ਕਰ ਰਹੇ ਸੀਗੇ, ਉੱਥੇ ਬਹਿ ਕੇ ਸਾਰੀ ਪਲਾਨਿੰਗ ਕਰ ਰਹੇ ਸੀ। ਇਨ ਕੇਸ ਗੋਲਡੀ ਬਰਾੜ ਵੀ ਆ ਜਾਂਦਾ ਔਰ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤਾਂ ਫਿਰ ਤਾਂ ਇੱਕ ਸਿਕਿਉਰ ਏਰੀਆ ਦੇ ਵਿੱਚ ਸੇਫਰ ਪਲੇਸ ਤੇ ਪਹੁੰਚ ਜਾਣਾ ਹੈ। ਫਿਰ ਤਾਂ ਜਿਹੜੀ ਗੱਲਬਾਤ ਸਿਗਨਲ ਐਪ ਤੇ ਹੁੰਦੀ ਸੀ ਫਿਰ ਤਾਂ ਨਾਲ ਬਹਿ ਕੇ ਵੀ ਪਲਾਨਿੰਗ ਹੋ ਸਕਦੀ ਹੈ। ਆਮ ਆਦਮੀ ਇਹ ਸਵਾਲ ਪੁੱਛਦਾ ਹੈ ਕਿਤਨੇ ਕਿਤੇ। ਚਲੋ ਇਹ ਥੋੜਾ ਜਿਹਾ ਨਹੀਂ, ਇਨਫੈਕਟ ਗਗਨ ਜੋ ਮੈਂ ਜ਼ਿਕਰ ਕਰ ਰਿਹਾ ਜਦੋਂ ਆਪਾਂ ਲਾਈਵ ਗੱਲਬਾਤ ਕਰ ਰਹੇ ਸੀ ਉਸ ਤੋਂ ਪਹਿਲਾਂ ਨਿਊਜ਼ ਰੂਮ 'ਚ ਅਸੀਂ ਇਹ ਗੱਲ ਵੀ ਕਰ ਰਹੇ ਸੀ ਕਿ ਜੇ ਉਹ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਆ ਗਿਆ ਤਾਂ ਇੱਕ ਟਾਸਕ ਫਿਰ ਇਹ ਵੀ ਹੋਵੇਗਾ ਕਿ ਉਹ ਜੇਲ੍ਹ ਦੇ ਵਿੱਚ ਬੈਠ ਕੇ ਆਪਰੇਟ ਨਾ ਕਰੇ। ਅੱਜ ਦੀ ਡੇਟ ਦੇ ਵਿੱਚ ਬਾਹਰੋਂ ਬੈਠ ਕੇ ਆਪਰੇਟ ਕਰਨਾ ਇੱਕ ਥੋੜਾ ਜਿਹਾ ਟਾਸਕ ਹੈ, ਪਰ ਕੀ ਬਾਕੀ ਜੇਲ੍ਹਾਂ ਦੇ ਵਿੱਚ ਬੈਠ ਕੇ ਉਸ ਦੇ ਲਈ ਚੀਜ਼ਾਂ ਆਸਾਨ ਤਾਂ ਨਹੀਂ ਹੋ ਜਾਣਗੀਆਂ। ਇੱਕ ਵੱਡਾ ਚੈਲੰਜ ਜ਼ਰੂਰ ਹੈ। ਹਾਲਾਂਕਿ ਇਹ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਲਾਰੈਂਸ ਜਿਹੜਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਆਪਰੇਟ ਕਰ ਰਿਹਾ ਸੀ, ਉਸ ਤੋਂ ਬਾਅਦ ਕਿਵੇਂ ਆਪਰੇਟ ਕਰ ਰਿਹਾ ਹੈ, ਦੋਵਾਂ ਦੇ ਵਿੱਚ ਬਹੁਤ ਵੱਡਾ ਫਰਕ ਹੋ ਸਕਦਾ ਹੈ। ਕਿਉਂਕਿ ਜਿਹੜੀਆਂ ਜੇਲ੍ਹ ਦੀਆਂ ਪੁਲਿਸ ਨੇ, ਜੇਲ੍ਹ ਪ੍ਰਸ਼ਾਸਨ ਨੇ ਜਾਂ ਫਿਰ ਹੋਰ ਏਜੰਸੀਆਂ ਨੇ, ਉਹਨਾਂ ਨੂੰ ਪਤਾ ਹੈ ਕਿ ਇਸ ਤਰੀਕੇ ਨਾਲ ਸਭ ਤੋਂ ਜ਼ਿਆਦਾ ਫਜ਼ੀਹਤ ਹੋਈ ਹੈ ਤਾਂ ਉਸ ਦੇ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਵੇ। ਵਿਜੇ ਦੇਖੋ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਅੱਜ ਉਹ ਅਮਰੀਕਾ ਦੇ ਵਿੱਚ ਹੈ ਤੇ ਕੱਲ ਨੂੰ ਆ ਕੇ ਉਹ ਪੰਜਾਬ ਦੀ ਜਾਂ ਕਿਸੇ ਦੇਸ਼ ਦੀ ਕਿਸੇ ਹੋਰ ਜੇਲ੍ਹ ਦੇ ਵਿੱਚ ਉਸ ਨੂੰ ਰੱਖ ਲਿਆ ਜਾਵੇ। ਤਾਂ ਇੱਕ ਵੱਡਾ ਟਾਸਕ ਤਾਂ ਇਹ ਵੀ ਹੋਵੇਗਾ ਕਿ ਪਹਿਲਾਂ ਬਾਹਰ ਤੋਂ ਬੈਠ ਕੇ ਆਪਰੇਟ ਕਰ ਰਿਹਾ ਸੀ, ਹੁਣ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਨਾ ਆਪਰੇਟ ਕਰਨ ਲੱਗ ਜਾਵੇ। ਕਿਉਂਕਿ ਜਦੋਂ ਪੂਰੀ ਪਲੈਨਿੰਗ ਹੁੰਦੀ ਹੈ ਤਾਂ ਲਾਰੈਂਸ ਤਾਂ ਖੁਦ ਤਿਹਾੜ ਜੇਲ੍ਹ ਦੇ ਵਿੱਚ ਸੀਗਾ, ਉੱਥੋਂ ਬੈਠ ਕੇ ਬਹੁਤ ਈਜ਼ੀਲੀ ਉਸਨੇ ਸਭ ਕੁਝ ਆਪਰੇਟ ਕਰ ਦਿੱਤਾ। ਤਾਂ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਹੋਏਗਾ ਕਿ ਕਈ ਵਾਰੀ ਕਾਬੂ ਕੀਤਾ ਗਿਆ ਸ਼ਖਸ ਪਹਿਲਾਂ ਇੰਨਾ ਖਤਰਨਾਕ ਨਹੀਂ ਸੀ ਜਿੰਨਾ ਜੇਲ੍ਹ ਦੇ ਵਿੱਚ ਬੈਠ ਕੇ ਖਤਰਨਾਕ ਹੋ ਗਿਆ। ਅੱਜ ਕੱਲ੍ਹ ਤੇ ਗੌਰਵ ਇਹ ਚੀਜ਼ ਸਪਸ਼ਟ ਹੀ ਹੋ ਚੁੱਕੀ ਹੈ। ਅੱਜ ਕੱਲ੍ਹ ਤੇ ਜਿੰਨੇ ਖੁਦ ਜਿਹੜੇ ਪੰਜਾਬ ਦੇ ਜੇਲ੍ਹ ਮੰਤਰੀ ਨੇ ਹਰਜੋਤ ਬੈਂਸ, ਉਹ ਇਹ ਗੱਲ ਕਹਿੰਦੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਨੈਟਵਰਕ ਤੋੜ ਨਹੀਂ ਪਾ ਰਹੇ, ਕਿਵੇਂ ਉਹਨਾਂ ਨੂੰ ਮੋਬਾਈਲ ਫੋਨ ਮਿਲਦੇ ਨੇ ਜੇਲ੍ਹਾਂ ਦੇ ਵਿੱਚ, ਕਿਵੇਂ ਉਹ ਆਪਰੇਟ ਕਰਦੇ ਨੇ। ਔਰ ਉਹਨਾਂ ਲਈ ਤੇ ਜੇਲ੍ਹ ਇੱਕ ਬੜੀ ਸੇਫ ਜਗ੍ਹਾ ਹੈ ਕਿ ਉੱਥੇ ਬੈਠ ਕੇ ਉਹ ਆਪਣਾ ਨੈਟਵਰਕ ਚਲਾਉਂਦੇ ਆ, ਕਿਸੇ ਦੀ ਵੀ ਸੁਪਾਰੀ ਕੱਢਦੇ ਆ। ਅੱਜ ਕੱਲ੍ਹ 15,000 20,000 ਕਿਸੇ ਨੂੰ ਦਿਓ, ਕਿਸੇ ਨੂੰ ਵੀ ਗੋਲੀ ਮਰਵਾ ਦਿਓ, ਇਸ ਤਰੀਕੇ ਦਾ ਸਿਸਟਮ ਹੋਇਆ ਪਿਆ। ਔਰ ਇਹ ਸਰਕਾਰ ਦੇ ਲਈ, AGTF ਦੇ ਲਈ ਜਾਂ ਪੁਲਿਸ ਦੇ ਲਈ ਸਭ ਤੋਂ ਵੱਡਾ ਚੈਲੰਜ ਹੈ। ਔਰ ਕਿਵੇਂ ਉਹਨੂੰ ਰੋਕਣਾ ਹੈ, ਜ਼ਾਹਿਰ ਜੀ ਗੱਲ ਹੈ ਕਿ ਸਭ ਦੇ ਦਿਮਾਗ ਦੇ ਵਿੱਚ ਇਹ ਸਵਾਲ ਆਉਂਦਾ ਹੈ। ਪਰ ਗੌਰਵ ਅਸਲ ਦੇ ਵਿੱਚ ਚੀਜ਼ਾਂ ਕੀ ਹੁੰਦੀਆਂ ਕਿ ਭਾਵਨਾਵਾਂ ਤੇ ਨਹੀਂ ਚੱਲਦੀਆਂ ਇਹ ਚੀਜ਼ਾਂ। ਬਹੁਤ ਸਾਰੇ ਲੋਕ ਇਸ ਵੇਲੇ ਭਾਵੇਂ ਜਿਹੜੇ ਸਿੱਧੂ ਮੂਸੇਵਾਲਾ ਦੇ ਬਹੁਤ ਫੈਨ ਨੇ ਜਾਂ ਹਨਾ ਉਹਨਾਂ ਨੂੰ ਆਪਣਾ
ਆਈਕਨ ਮੰਨਦੇ ਰਹੇ ਨੇ, ਉਹਨਾਂ ਦੀਆਂ ਤਾਂ ਭਾਵਨਾਵਾਂ ਇੱਥੋਂ ਤੱਕ ਨੇ ਕਿ ਉਹਨੂੰ ਲਿਆ ਕੇ ਗੋਲੀ ਮਾਰ ਦਿੱਤੀ ਜਾਵੇ, ਲਾਰੈਂਸ ਨੂੰ ਗੋਲੀ ਮਾਰ ਦਿੱਤੀ ਜਾਵੇ, ਐਨਕਾਊਂਟਰ ਕਰ ਦਿੱਤਾ ਜਾਵੇ, ਪਰ ਇਹ ਚੀਜ਼ਾਂ ਕਾਨੂੰਨਨ ਪੋਸੀਬਲ ਨਹੀਂ ਹੁੰਦੀਆਂ। ਜੋ ਵਿਅਕਤੀ ਆਲਰੇਡੀ ਪੁਲਿਸ ਦੀ ਕਸਟਡੀ ਦੇ ਵਿੱਚ ਹੈ, ਜੋ ਜੇਲ੍ਹ ਦੇ ਵਿੱਚ ਹੈ, ਉਹਨੂੰ ਤੁਸੀਂ ਕਿਵੇਂ ਮਾਰ ਦਿਓਗੇ? ਚਲੋ ਕਿਸੇ ਨੂੰ ਕੋਈ ਬਾਹਰ ਫੜਨ ਗਏ ਹੈ, ਕੋਈ ਭੱਜਿਆ, ਜਿਵੇਂ 2 ਮੰਨੂ ਦਾ ਤੇ ਉਹ ਦੂਸਰੇ ਦਾ ਐਨਕਾਊਂਟਰ ਹੋਇਆ ਸੀਗਾ, ਉਹ ਤੇ ਉਹਨਾਂ ਨੇ ਪੁਲਿਸ ਤੇ ਫਾਇਰ ਖੋਲਿਆ, ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਉਹਨਾਂ ਦੋਨਾਂ ਨੂੰ ਮਾਰ ਦਿੱਤਾ। ਸੋ ਇਹ ਚੀਜ਼ਾਂ ਜਿਹੜਾ ਬੰਦਾ ਫੜ ਲਿਆ, ਜੋ ਪੁਲਿਸ ਕਸਟਡੀ 'ਚ ਆ ਗਿਆ, ਉਹਨਾਂ ਦੇ ਨਾਲ ਪੋਸੀਬਲ ਨਹੀਂ ਹੁੰਦੀਆਂ। ਉਹਨਾਂ ਦੇ ਨਾਲ ਕਾਨੂੰਨਨ ਤਰੀਕੇ ਨਾਲ ਹੀ ਵਿਚਰਨਾ ਪੈਂਦਾ ਹੈ। ਔਰ ਇਹ ਆਪਾਂ ਕਹੀਏ ਕਿ ਆਪਣੀ ਇੱਕ ਤਰਾਸਦੀ ਹੈ ਸਿਸਟਮ ਦੀ, ਕਿ ਇੱਥੇ ਸਿਸਟਮ ਦੇ ਨਾਲ ਖਿਲਵਾੜ ਕਰਦੇ ਨੇ ਜਿਹੜੇ ਇਹੋ ਜਿਹੇ ਅਨਸਰ ਹੁੰਦੇ ਨੇ, ਜੇਲ੍ਹਾਂ 'ਚ ਬਹਿ ਕੇ ਨੈਟਵਰਕ ਚਲਾਉਂਦੇ ਆ, ਰੰਗਦਾਰੀਆਂ ਮੰਗਦੇ ਆ, ਫਰੌਤੀਆਂ ਮੰਗਦੇ ਆ, ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਆ, ਉਹਨਾਂ ਤੇ ਗੋਲੀਆਂ ਚਲਾਉਂਦੇ ਆ। ਸੋ ਇਹ ਤਾਂ ਸੁਰੱਖਿਆ ਏਜੰਸੀਆਂ ਦੇ ਲਈ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਵੱਡਾ ਚੈਲੰਜ ਹੈ, ਔਰ ਕੋਈ ਵੱਖਰੀ ਸਟ੍ਰੈਟਜੀ ਦੇ ਨਾਲ ਇਸ ਦੇ ਨਾਲ ਡੀਲ ਕਰਨਾ ਪਏਗਾ। ਬਿਲਕੁਲ ਲਾਜ਼ਮੀ ਤੌਰ ਤੇ। ਦੂਜਾ ਪੁਆਇੰਟ ਇਹ ਵੀ ਹੈ ਕਿ ਤੁਸੀਂ ਇਸ ਕਰਕੇ ਉਹਨੂੰ ਵਾਪਸ ਲਿਆਉਣ ਦੀ ਇਨਕਾਰ ਜਾਂ ਫਿਰ ਨਾ ਲਿਆਈਏ ਨਹੀਂ ਸੋਚ ਸਕਦੇ, ਕਿਉਂਕਿ ਜੇਲ੍ਹਾਂ ਦੇ ਵਿੱਚ ਕੋਈ ਫੋਨ ਹੁੰਦੇ ਨੇ। ਖੈਰ ਇਹ ਸਟ੍ਰੈਟਜੀ ਤਾਂ ਲਾਜ਼ਮੀ ਤੌਰ ਤੇ ਹੋਏਗੀ, ਪਰ ਇਹ ਵੀ ਉਮੀਦ ਕੀਤੀ ਜਾ ਸਕਦੀ ਹੈ ਗਗਨ ਕਿ ਜੇ ਲਾਰੈਂਸ ਬਿਸ਼ਨੋਈ ਹੈ ਜਾਂ ਫਿਰ ਗੋਲਡੀ ਬਰਾੜ ਹੈ ਜਾਂ ਫਿਰ ਕੱਲ ਨੂੰ ਅਨਮੋਲ ਬਿਸ਼ਨੋਈ ਵੀ ਫੜ ਲਿਆ ਜਾਵੇ, ਸਚਿਨ ਥਾਪਨ ਫੜ ਕੇ ਜੇਲ੍ਹਾਂ ਦੇ ਵਿੱਚ ਲੈ ਆਈਏ, ਤਾਂ ਉਸ ਸਮੇਂ ਉਮੀਦ ਕਰ ਸਕਦੇ ਹਾਂ ਕਿ ਇਹਨਾਂ ਦੇ ਲਈ ਬੈਰਕ, ਜੈਮਰ ਵਾਲੇ ਬੈਰਕ, ਇਸ ਤਰੀਕੇ ਦੀਆਂ ਚੀਜ਼ਾਂ ਹੋਣਗੀਆਂ। ਉਹ ਲਾਜ਼ਮੀ ਤੌਰ ਤੇ ਜਿਹੜੇ ਜੇਲ੍ਹ ਪ੍ਰਸ਼ਾਸਨ ਨੇ ਉਹ ਕੰਮ ਵੀ ਕਰ ਰਹੇ ਹੋਣਗੇ। ਹੁਣ ਪੁਆਇੰਟ ਇਹੀ ਹੈ ਕਿ ਕਦੋਂ ਉਸ ਨੂੰ ਵਾਪਸ ਲਿਆਇਆ ਜਾਂਦਾ ਹੈ, ਗੋਲਡੀ ਬਰਾੜ ਨੂੰ ਕਿੰਨਾ ਟਾਈਮ ਲੱਗਦਾ ਹੈ ਹਵਾਲਗੀ ਦੇ ਲਈ, ਇੱਕ ਲੰਬਾ ਪ੍ਰੋਸੈਸ ਜ਼ਰੂਰ ਨਜ਼ਰ ਆ ਰਿਹਾ। ਪਰ ਫਿਲਹਾਲ ਇੱਕ ਤੁਸੀਂ ਕਹਿ ਸਕਦੇ ਹੋ ਕਿ ਵੱਡੀ ਖਬਰ ਥੋੜੀ ਜੀ ਸਕੂਨ ਦੇਣ ਵਾਲੀ ਹੈ ਕਿ ਉਹ ਸ਼ਖਸ ਕਾਬੂ ਕਰ ਲਿਆ ਗਿਆ, ਡਿਟੇਨ ਕਰ ਲਿਆ ਗਿਆ ਹੈ, ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਪੂਰੀ ਪਲੈਨਿੰਗ ਘੜੀ ਸੀ। ਗਗਨ ਬਿਲਕੁਲ ਜਿਸਨੇ ਪੂਰੀ ਪਲੈਨਿੰਗ ਘੜੀ ਸੀ ਗੌਰਵ, ਉਹ ਫੜ ਲਿਆ ਗਿਆ, ਉਸ ਨੂੰ ਕਾਬੂ ਕਰ ਲਿਆ ਗਿਆ। ਔਰ ਕਿਤੇ ਨਾ ਕਿਤੇ ਇੱਕ ਸੁਨੇਹਾ ਤਾਂ ਹੈਗਾ ਕਿ ਕਾਰਵਾਈ ਤਾਂ ਚੱਲ ਰਹੀ ਸੀ, ਐਕਸ਼ਨ ਵਾਸ ਗੋਇੰਗ ਔਨ, ਇਹ ਤਾਂ ਬੜਾ ਕਲੀਅਰ ਹੈ। ਇਹ ਨਹੀਂ ਸੀਗਾ ਕਿ ਚੁੱਪ ਚੁਪੀਤੇ ਏਜੰਸੀਜ਼ ਬਹਿ ਗਈਆਂ ਸੀ। ਪਰ ਸਵਾਲ ਇੱਥੇ ਇਹ ਵੀ ਹੈਗਾ, ਜਿਹੜੇ ਲਾਸਟ 2 ਨਾਮਾਂ ਦਾ ਜ਼ਿਕਰ ਤੁਸੀਂ ਕੀਤਾ, ਸਚਿਨ ਥਾਪਨ ਤੇ ਅਨਮੋਲ ਬਿਸ਼ਨੋਈ, ਕੀਨੀਆ ਦੇ ਵਿੱਚ ਅਨਮੋਲ ਬਿਸ਼ਨੋਈ ਡਿਟੇਨ ਹੁੰਦਾ ਹੈ, ਸਚਿਨ ਥਾਪਨ ਅਜ਼ਰਬਾਈਜਾਨ ਦੇ ਵਿੱਚ ਡਿਟੇਨ ਹੁੰਦਾ ਹੈ। ਉੱਥੋਂ ਵੀ ਉਹਨਾਂ ਦਾ ਪ੍ਰੋਸੀਜਰ, ਕਿਉਂਕਿ ਇਸ ਖਬਰ ਨੂੰ ਵੀ ਅਸੀਂ ਸਭ ਤੋਂ ਪਹਿਲਾਂ ਦਿਖਾਇਆ, ਸਚਿਨ ਥਾਪਨ ਤੇ ਅਨਮੋਲ ਬਿਸ਼ਨੋਈ ਦੀ ਖਬਰ ਨੂੰ, ਔਰ ਉਹਨੂੰ ਵੀ ਇੱਕ ਵਕਤ ਹੋ ਚੁੱਕਿਆ ਹੈ, ਇੱਕ ਟਾਈਮ ਲੱਗ ਚੁੱਕਿਆ ਹੈ। ਸੋ ਅੱਜ ਜੇਕਰ ਅਸੀਂ ਗੋਲਡੀ ਬਰਾੜ ਦਾ ਜ਼ਿਕਰ ਕਰ ਰਹੇ ਹਾਂ ਉਸ ਤੇ ਡਿਟੇਨ ਹੋਣ ਦਾ, ਤਾਂ ਉਸ ਨੂੰ ਵੀ ਵਕਤ, ਉਸ ਦਾ ਵੀ ਪ੍ਰੋਸੀਜਰ ਜਿਹੜਾ ਹੈਗਾ ਟਾਈਮ ਤਾਂ ਲੱਗੇਗਾ। ਇਹ ਤਾਂ ਤੈਅ ਮੰਨਿਆ ਜਾਵੇ, ਇਹ ਨਹੀਂ ਹੈ ਕਿ ਇਮੀਡੀਏਟ ਅਸੀਂ ਖਬਰ ਦਿਖਾ ਦਿੱਤੀ ਹੈ ਔਰ ਕੱਲ ਨੂੰ ਗੋਲਡੀ ਬਰਾੜ ਦੀ ਫਲਾਈਟ ਜਿਹੜੀ ਹੈਗੀ ਉਹ ਲੈਂਡ ਕਰ ਜਾਏਗੀ ਔਰ ਕੱਲ ਨੂੰ ਜਿਹੜਾ ਹੈਗਾ ਦਿੱਲੀ 에ਅਰਪੋਰਟ ਤੇ ਅਸੀਂ ਜਾ ਕੇ ਦਿਖਾ ਦੇਵਾਂਗੇ ਕਿ ਦੇਖੋ ਜੀ ਗੋਲਡੀ ਬਰਾੜ ਨੂੰ ਫੜ ਕੇ ਲੈ ਆਏ ਹਾਂ। ਗੌਰਵ ਹਾਂ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਟਾਈਮ ਤਾਂ ਲੱਗੇਗਾ। ਦੂਜਾ ਪੁਆਇੰਟ ਇਹ ਵੀ ਹੈ ਕਿ ਜਦੋਂ ਆਪਾਂ ਜ਼ਿਕਰ ਅਜ਼ਰਬਾਈਜਾਨ ਦੇ ਵਿੱਚ ਸਚਿਨ ਥਾਪਨ ਦਾ ਕੀਤਾ ਜਾਂ ਫਿਰ ਅਨਮੋਲ ਬਿਸ਼ਨੋਈ ਦਾ ਗਗਨ ਕੀਤਾ, ਤਾਂ ਉਸ ਸਮੇਂ ਵੀ ਕੀ ਗੱਲ ਹੋਈ ਹੈ, ਪਤਾ ਲੱਗਿਆ ਕਿ ਉੱਥੇ ਡਿਟੇਨ ਕਰ ਲਏ ਗਏ ਨੇ, ਹਿਰਾਸਤ ਦੇ ਵਿੱਚ ਲੈ ਲਏ ਗਏ ਨੇ, ਤੇ ਉਸ ਤੋਂ ਬਾਅਦ ਫਿਰ ਅੱਗੇ ਕੀ, ਉਸ ਤੋਂ ਅੱਗੇ ਦਾ ਸਟੇਟਸ ਨਾ ਏਜੰਸੀਆਂ ਨੇ ਕਲੀਅਰ ਕੀਤਾ, ਨਾ ਉੱਥੋਂ ਕੋਈ ਖਬਰਾਂ ਨਿਕਲ ਕੇ ਸਾਹਮਣੇ ਆਈਆਂ। ਤਾਂ ਸਵਾਲ ਇਹ ਹੈ ਕਿ ਗੋਲਡੀ ਬਰਾੜ ਦੇ ਕੇਸ ਦੇ ਵਿੱਚ ਵੀ ਕੁਝ ਉਸ ਤਰੀਕੇ ਦੇ ਨਾਲ ਤਾਂ ਨਹੀਂ ਹੋਏਗਾ, ਕਿਉਂਕਿ ਜੇ ਅਨਮੋਲ ਬਿਸ਼ਨੋਈ ਦਾ ਅਸੀਂ ਜ਼ਿਕਰ ਕਰਦੇ ਹਾਂ ਜਾਂ ਸਚਿਨ ਥਾਪਨ ਦਾ ਜ਼ਿਕਰ ਕਰਦੇ ਹਾਂ, ਤਾਂ ਇਹ ਤਾਂ ਅਪ੍ਰੈਲ ਦੇ ਵਿੱਚ ਹੀ ਇੱਕ ਫਰਜ਼ੀ ਪਾਸਪੋਰਟ ਬਣਾ ਕੇ ਇੱਥੋਂ ਫਰਾਰ ਹੋ ਗਏ ਸੀ, ਤਾਂ ਗੋਲਡੀ ਬਰਾੜ ਆਲਰੇਡੀ ਵਿਦੇਸ਼ ਦੇ ਵਿੱਚ ਸੀ। ਇਹ ਤਿੰਨਾਂ ਦੀ ਜੇਕਰ ਅਸੀਂ ਡਿਟੇਨ ਦਾ ਜ਼ਿਕਰ ਕੀਤਾ ਹੈ ਕਿ ਡਿਟੇਨ ਹੋਇਆ ਤਾਂ ਉਸ ਤੋਂ ਨੈਕਸਟ ਕੀ, ਤਾਂ ਗੋਲਡੀ ਬਰਾੜ ਨੂੰ ਲੈ ਕੇ ਜੋ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ, ਇਨਫੈਕਟ ਮੈਂ ਸ਼ੁਰੂਆਤ ਉੱਥੋਂ ਕੀਤੀ ਸੀ ਕਿ AGTF ਦਾ ਇੱਕ ਵੱਡਾ ਰੋਲ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ, ਜਾਂ AGTF ਦੀ ਟੀਮ ਹੋ ਸਕਦਾ ਕਿ ਇਸ ਸਮੇਂ ਅਮਰੀਕਾ ਦੇ ਵਿੱਚ ਹੋਵੇ। ਗੁਰਮੀਤ ਚੌਹਾਨ ਦਾ ਅਸੀਂ ਵਾਰ-ਵਾਰ ਨਾਮ ਲੈ ਰਹੇ ਹਾਂ, ਬਹੁਤ ਸੀਨੀਅਰ ਅਧਿਕਾਰੀ ਨੇ, ਤਾਂ ਉਹ ਇਸ ਕਰਕੇ ਲੈ ਰਹੇ ਹਾਂ ਕਿ ਸਚਿਨ ਥਾਪਨ ਉਸ ਤੋਂ ਬਾਅਦ ਅਜ਼ਰਬਾਈਜਾਨ ਦੇ ਵਿੱਚ ਹੋਵੇ ਜਾਂ ਫਿਰ ਕੀਨੀਆ ਜਾਂ ਦੁਬਈ ਦੇ ਵਿੱਚ ਅਨਮੋਲ ਬਿਸ਼ਨੋਈ ਹੋਵੇ, ਦੋਵੇਂ ਕੇਸ ਥੋੜੇ ਜਿਹੇ ਵੱਖਰੇ ਨਜ਼ਰ ਆਉਂਦੇ ਨੇ। ਔਰ ਜੋ ਵਿਜੇ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਟ੍ਰੀਟੀ ਕੀ ਹੈ ਦੇਸ਼ ਦੇ ਨਾਲ, ਅਮਰੀਕਾ ਦੇ ਨਾਲ, ਅਜ਼ਰਬਾਈਜਾਨ ਦੇ ਨਾਲ ਜਾਂ ਫਿਰ ਕੀਨੀਆ ਜਾਂ ਦੁਬਈ ਦੇ ਨਾਲ, ਉਸ ਦੇ ਉੱਪਰ ਵੀ ਬਹੁਤ ਡਿਪੈਂਡ ਕਰਦਾ ਹੈ। ਵਿਜੇ ਦੇਖੋ ਇੱਕ ਪੁਆਇੰਟ ਨਿਕਲ ਕੇ ਸਾਹਮਣੇ ਆ ਰਿਹਾ, ਗਗਨ ਵੀ ਉਸ ਦਾ ਜ਼ਿਕਰ ਕਰ ਰਹੇ ਨੇ ਕਿ ਡਿਟੇਨ ਹੋਣ ਵਾਲੀਆਂ ਖਬਰਾਂ ਅਨਮੋਲ ਬਿਸ਼ਨੋਈ ਨੂੰ ਲੈ ਕੇ ਆਈਆਂ, ਡਿਟੇਨ ਹੋਣ ਵਾਲੀਆਂ ਖਬਰਾਂ ਸਚਿਨ ਥਾਪਨ ਨੂੰ ਲੈ ਕੇ ਆਈਆਂ, ਪਰ ਉਸ ਤੋਂ ਬਾਅਦ ਕੀ ਹੋਇਆ ਨਹੀਂ ਪਤਾ। ਉੱਥੇ ਡਿਟੇਨ ਹੈਗੇ ਵੀ ਨੇ ਜਾਂ ਛੱਡ ਦਿੱਤੇ ਗਏ, ਉੱਥੋਂ ਫੜ ਕੇ ਅੱਗੇ ਏਜੰਸੀਆਂ ਕੀ ਕਰ ਰਹੀਆਂ ਕੀ ਨਹੀਂ ਕਰ ਰਹੀਆਂ, ਕੋਈ ਅੱਗੇ ਦੀ ਸਟੇਟਸ ਰਿਪੋਰਟ ਕਿਸੇ ਦੇ ਹੱਥ ਪੱਲੇ ਨਹੀਂ ਹੈ। ਪਰ ਇਹ ਚੀਜ਼ ਗੌਰਵ ਗੋਲਡੀ ਬਰਾੜ ਦੇ ਸੰਦਰਭ ਦੇ ਵਿੱਚ ਪੋਸੀਬਲ ਨਹੀਂ ਲੱਗਦੀ ਕਿ ਜੇ ਅੱਜ ਗੋਲਡੀ ਬਰਾੜ ਸ਼ਿਕੰਜੇ ਦੇ ਵਿੱਚ ਆ ਗਿਆ ਤਾਂ ਉਸ ਤੋਂ ਬਾਅਦ ਉਹ ਖਬਰ ਹੀ ਛੱਡ ਦਿੱਤੀ ਜਾਵੇ ਜਾਂ ਉਸ ਦਾ ਕੋਈ ਪਿੱਛਾ ਹੀ ਨਾ ਕਰੇ ਜਾਂ ਪਤਾ ਨਾ ਲੱਗੇ, ਕਿਉਂਕਿ ਗੋਲਡੀ ਬਰਾੜ ਇੱਕ ਵੱਡਾ ਨਾਮ ਹੈ। ਪਰ ਮੈਂ ਇੱਥੇ ਜ਼ਿਕਰ ਅਜ਼ਰਬਾਈਜਾਨ ਦਾ ਜਾਂ ਦੂਜੇ ਜਿਹੜੇ ਦੇਸ਼ ਨੇ ਜਾਂ ਬਹੁਤ ਸਾਰੇ ਐਸੇ ਛੋਟੇ ਕੀਨੀਆ ਹੋ ਗਏ, ਦੁਬਈ ਹੋ ਗਿਆ, ਐਸੇ ਕੰਟਰੀ ਨੇ ਜਿੱਥੇ ਇੱਥੇ ਸਿਸਟਮ ਹੋਰ ਹੈ, ਪਰ ਇਹ USA ਹੈ। USA ਦੇ ਵਿੱਚ ਜਿਹੜਾ ਸਿਸਟਮ ਹੈ ਉਹ ਹੋਰ ਹੈ। ਸੋ USA ਦੇ ਲਾਜ਼ ਕੀ ਕਹਿੰਦੇ ਨੇ, ਇਹ ਇੱਕ ਬੜੀ ਲੰਮੀ ਪ੍ਰਕਿਰਿਆ ਹੈ, ਇਸ ਤੇ ਆਪਾਂ ਤੁਰੰਤ ਕਨਕਲੂਜਨ ਤੇ ਨਹੀਂ ਪਹੁੰਚ ਸਕਦੇ। ਔਰ ਇਸੇ ਦੇ ਵਿੱਚ ਹੀ ਉਦਾਹਰਨ ਹੈ
ਜੇ ਸਚਿਨ ਬਿਸ਼ਨੋਈ ਜਾਂ ਦੂਸਰੇ ਅਨਮੋਲ ਨੂੰ ਇੱਥੇ ਨਹੀਂ ਲਿਆਂਦਾ ਜਾ ਸਕਿਆ ਹਲੇ ਤੱਕ, ਤਾਂ ਫਿਰ ਗੋਲਡੀ ਬਰਾੜ ਨੂੰ USA ਤੋਂ ਲੈ ਕੇ ਆਉਣ ਤੇ ਕਿੰਨਾ ਟਾਈਮ ਲੱਗੇਗਾ, ਇਹ ਵੀ ਬੜਾ ਵੱਡਾ ਸਵਾਲ ਹੈ। ਫਿਰ ਜਿਹੜਾ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਉਹ ਗਿਆ ਕਿਸ ਬੇਸ ਤੇ ਹੈ, ਉਹ US ਦੇ ਵਿੱਚ ਇਸ ਵੇਲੇ ਬੈਠਾ ਕਿਸ ਬੇਸ ਤੇ ਹੈ। ਜੇ ਉੱਥੇ US ਦੇ ਵਿੱਚੋਂ ਕੋਈ ਭੇਸ ਬਦਲ ਕੇ ਕਿਸੇ ਹੋਰ ਨਾਮ ਤੇ ਜਾ ਕੇ ਬੈਠਾ ਹੈ, ਉੱਥੇ ਗੋਲਡੀ ਬਰਾੜ ਦਾ ਕੋਈ ਰਿਕਾਰਡ ਹੀ ਨਹੀਂ ਹੈ, ਤਾਂ ਫਿਰ ਉਹ ਕੀ ਪਤਾ ਉਹ ਦੂਸਰੇ ਤਰੀਕੇ ਨਾਲ ਇਸ ਚੀਜ਼ ਨੂੰ ਐਡਰੈਸ ਕਰਨਗੇ। ਪਰ ਜੇ ਉਹ ਉੱਥੇ ਪ੍ਰੋਪਰ ਆਪਣੇ ਨਾਮ ਤੇ ਔਰ ਉਹਨਾਂ ਦੇ ਕੋਈ ਵੀਜ਼ਾ ਲੈ ਕੇ ਉੱਥੇ ਗਿਆ, ਤਾਂ ਫਿਰ ਉਹਨਾਂ ਦੇ ਜੋ ਲਾਅ ਹੈ, ਉਹਨਾਂ ਦੇ ਜੋ ਰੂਲਸ ਨੇ, ਉਹਦੇ ਮੁਤਾਬਕ ਫੋਲੋ ਉਹਨਾਂ ਨੂੰ ਕਰਨਾ ਪਏਗਾ ਏਜੰਸੀਆਂ ਨੂੰ, ਔਰ ਫੇਰ ਹੀ ਗੋਲਡੀ ਬਰਾੜ ਨੂੰ ਇੱਥੇ ਲਿਆਂਦਾ ਜਾ ਸਕਦਾ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇੱਕ ਲੰਬੀ ਪ੍ਰਕਿਰਿਆ ਹੈ ਔਰ ਇਸ ਤੇ ਆਪਾਂ ਤੁਰੰਤ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦੇ। ਬਿਲਕੁਲ, ਤਾਂ ਜੋ ਤੁਸੀਂ ਵੀ ਗਗਨ ਜ਼ਿਕਰ ਕਰ ਰਹੇ ਸੀ ਕਿ ਇਹ ਨਹੀਂ ਹੋ ਸਕਦਾ ਕਿ ਅਸੀਂ ਕਹੀਏ ਕਿ ਜਿਸ ਤਰੀਕੇ ਨਾਲ ਉਹ ਕਾਠਮੰਡੂ ਦੇ ਨੇੜੇ ਤੋਂ ਜਾਂ ਨੇਪਾਲ ਦੇ ਬਾਰਡਰ ਤੋਂ ਇੱਕ ਸ਼ੂਟਰ ਫੜਿਆ ਗਿਆ ਸੀ ਤੇ ਉਸ ਨੂੰ ਫੜ ਕੇ ਪੁਲਿਸ ਨਾਲ ਦੀ ਨਾਲ ਥੋੜੀ ਦੇਰ ਬਾਅਦ ਦਿੱਲੀ ਦੇ ਵਿੱਚ ਨਜ਼ਰ ਆਈ, ਤਾਂ ਉਹ ਚੀਜ਼ ਤਾਂ ਗੋਲਡੀ ਬਰਾੜ ਦੇ ਕੇਸ ਦੇ ਵਿੱਚ ਨਹੀਂ ਹੋਏਗਾ ਕਿਉਂਕਿ ਅਮਰੀਕਾ ਦੇ ਨਾਲ ਜੁੜਿਆ ਹੋਇਆ ਹੈ। ਮੈਂ ਇੱਕ ਹੋਰ ਇੱਥੇ ਪੁਆਇੰਟ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਕਿ ਗੋਲਡੀ ਬਰਾੜ ਇਸ ਸਮੇਂ ਬੇਸ਼ੱਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨੂੰ ਲੈ ਕੇ ਪੂਰਾ ਵਿਲਨ ਹੋਵੇ, ਪੰਜਾਬ ਦੇ ਵਿੱਚ ਹਰ ਕਿਸ ਦੇ ਅੱਖਾਂ ਦੇ ਵਿੱਚ ਰੜਕ ਰਿਹਾ ਹੋਵੇ ਕਿ ਹਾਂ ਗੋਲਡੀ ਬਰਾੜ ਦੇ ਵੱਲੋਂ ਹੀ ਇਹ ਪੂਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਹੈ, ਪਰ ਦੇਖੋ ਜਦੋਂ ਕਾਨੂੰਨੀ ਕੋਈ ਗੱਲ ਹੁੰਦੀ ਹੈ ਤਾਂ ਉੱਥੇ ਸਬੂਤ, ਦਸਤਾਵੇਜ਼, ਜਿਹੜੀਆਂ ਤੁਸੀਂ ਕਹਿ ਸਕਦੇ ਹੋ ਕਿ ਸਟੇਟਮੈਂਟਸ ਔਰ ਜਿਸ ਸ਼ਖਸ ਦੇ ਉੱਤੇ ਇਲਜ਼ਾਮ ਨੇ ਉਸ ਨੂੰ ਪੱਖ ਰੱਖਣ ਦਾ ਮੌਕਾ ਕਾਨੂੰਨੀ ਤੌਰ ਦੇ ਉੱਤੇ ਦਿੱਤਾ ਜਾਂਦਾ, ਉਹ ਚਾਹੇ ਫਿਰ ਅਮਰੀਕਾ ਦੇ ਵਿੱਚ ਹੋਵੇ, ਚਾਹੇ ਜਦੋਂ ਉਸ ਨੂੰ ਡਿਟੇਨ ਕਰਕੇ ਜਾਂ ਹਿਰਾਸਤ ਦੇ ਵਿੱਚ ਲੈ ਕੇ ਇੰਡੀਆ ਲੈ ਕੇ ਆਂਦਾ ਜਾਵੇਗਾ, ਤਾਂ ਉੱਥੇ ਵੀ ਅਦਾਲਤ ਦੇ ਵਿੱਚ ਇਹ ਪ੍ਰੂਵ ਕਰਨਾ ਹੋਏਗਾ ਕਿ ਹਾਂ ਇਹ ਉਹੀ ਸ਼ਖਸ ਹੈ ਜਿਸ ਨੇ ਪੂਰੀ ਸਾਜ਼ਿਸ਼ ਘੜੀ, ਇਹ ਉਹੀ ਸ਼ਖਸ ਹੈ ਜਿਸ ਦੇ ਨਾਲ ਪ੍ਰਿਯਵਰਤ ਫੌਜੀ ਗੋਲੀਆਂ ਚਲਾਉਣ ਤੋਂ ਪਹਿਲਾਂ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਗੱਲ ਕਰ ਰਿਹਾ ਸੀ। ਗੋਲਡੀ ਬਰਾੜ ਇੱਕ ਨਾਮ ਹੈ, ਗੋਲਡੀ ਬਰਾੜ ਨਾਮ ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਇਸਤੇਮਾਲ ਤਾਂ ਨਹੀਂ ਕੀਤਾ ਜਾ ਰਿਹਾ, ਤਾਂ ਇਹ ਸਾਰੀਆਂ ਚੀਜ਼ਾਂ ਪ੍ਰੂਵ ਕਰਨੀਆਂ ਹੋਣਗੀਆਂ। ਬਸ ਇਹੀ ਗੱਲ ਹੈ ਕਿ ਪਹਿਲਾਂ ਅਮਰੀਕਾ ਨੂੰ ਦੱਸਣਾ ਹੋਏਗਾ, ਅਮਰੀਕਾ ਦੀ ਏਜੰਸੀਜ਼ ਨੂੰ, ਕਿ ਇਹ ਸ਼ਖਸ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਕ੍ਰਾਈਮਸ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੈ। ਪਹਿਲਾਂ ਉਹਨਾਂ ਨੂੰ ਕਨਵਿੰਸ ਕਰਨਾ ਹੋਏਗਾ ਤੇ ਉਸ ਤੋਂ ਬਾਅਦ ਲਿਆਂਦਾ ਜਾਏਗਾ। ਜਦੋਂ ਦੇਸ਼ ਕਦੋਂ ਲਿਆਂਦਾ ਜਾਂਦਾ ਉਸ ਤੇ ਨਜ਼ਰ ਰਹੇਗੀ, ਪਰ ਭਾਰਤ ਦੇ ਵਿੱਚ ਲਿਆ ਕੇ ਵੀ ਕਾਨੂੰਨੀ ਪ੍ਰਕਿਰਿਆ ਤੋਂ ਨਿਕਲਣਾ ਹੋਵੇਗਾ। ਇਹ ਨਹੀਂ ਹੋ ਸਕਦਾ ਕਿ ਤੁਸੀਂ ਕਹੋ ਕਿ ਅਗਲੇ 10 ਦਿਨ 20 ਦਿਨ ਦੇ ਵਿੱਚ ਇੱਥੇ ਆ ਜਾਏਗਾ, ਅਗਲੇ 20-25 ਦਿਨਾਂ ਦੇ ਵਿੱਚ ਫਿਰ ਅੱਗੇ ਦੀ ਪ੍ਰੋਸੈਸ ਕੰਪਲੀਟ ਹੋ ਜਾਏਗਾ, ਤਾਂ ਇੱਕ ਲੰਬਾ ਪ੍ਰੋਸੈਸ ਹੈ। ਜੇ ਲਾਰੈਂਸ ਬਿਸ਼ਨੋਈ ਵਰਗਾ ਪਹਿਲਾਂ ਹੀ ਸ਼ਿਕੰਜੇ ਦੇ ਵਿੱਚ ਸੀ, ਤਾਂ ਅਜੇ ਵੀ ਉਸ ਤੋਂ ਪੁੱਛਗਿੱਛ ਵਾਲਾ ਪੂਰਾ ਸਿਲਸਿਲਾ ਚੱਲ ਰਿਹਾ। NIA ਦੁਬਾਰਾ ਉਸ ਨੂੰ ਦਿੱਲੀ ਲੈ ਕੇ ਜਾ ਚੁੱਕੀ ਹੈ, ਤੇ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਹੁਣ ਦੇਖਣਾ ਹੀ ਹੋਵੇਗਾ ਕਿ ਆਖਿਰ ਕਿਹੜੇ ਪ੍ਰੋਸੈਸ ਨੂੰ ਅਪਣਾਇਆ ਜਾਂਦਾ ਹੈ। ਬਿਲਕੁਲ ਗੌਰਵ, ਇਹਦੇ ਵਿੱਚ ਇੱਕ ਹੋਰ ਪੁਆਇੰਟ ਵੀ ਹੈਗਾ ਜਿਹੜਾ ਤੁਸੀਂ ਲਾਸਟ ਵਿੱਚ ਗੱਲ ਕੀਤੀ ਹੈ ਕਿ ਇਹ ਚੀਜ਼ ਨੂੰ ਪ੍ਰੂਵ ਕਰਨਾ, ਕਿਉਂਕਿ ਗੋਲਡੀ ਬਰਾੜ ਦੀ ਇਨਵੋਲਵਮੈਂਟ ਜਿਹੜੀ ਹੈਗੀ ਇਸ ਪੂਰੇ ਸਿਨੈਰੀਓ ਦੇ ਵਿੱਚ, ਜੇਕਰ ਅਸੀਂ ਸਿੱਧੂ ਮੂਸੇਵਾਲਾ ਦੇ ਕਤਲकांड ਤੋਂ ਬਾਅਦ ਜਾਂ ਪ੍ਰਦੀਪ ਸਿੰਘ ਦੇ ਕਤਲकांड ਤੋਂ ਬਾਅਦ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਗੋਲਡੀ ਬਰਾੜ ਕੀ ਕਰ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ 29 ਤਰੀਕ ਨੂੰ, 29 ਮਈ ਨੂੰ, 24 ਘੰਟੇ ਦੇ ਅੰਦਰ ਫੇਸਬੁੱਕ ਤੇ ਇੱਕ ਪੋਸਟ ਆਉਂਦੀ ਹੈ ਗੋਲਡੀ ਬਰਾੜ ਦੇ ਟਾਈਟਲ ਦੇ ਨਾਲ। ਗੋਲਡੀ ਬਰਾੜ ਉਸ ਦੇ ਵਿੱਚ ਪੰਜਾਬੀ ਵਿੱਚ ਪੋਸਟ ਪਾਉਂਦਾ ਹੈ, ਲਿਖਦਾ ਹੈ। ਇਹ ਚੀਜ਼ ਨੂੰ ਹੁਣ ਐਸਟੈਬਲਿਸ਼ ਕਰਨਾ ਕਿ ਉਸ ਪੋਸਟ ਨੂੰ ਟਾਈਪ ਕੀਤਾ ਗਿਆ ਸੀ, ਜਿਹੜੇ IP ਐਡਰੈਸ ਤੋਂ ਉਸ ਫੋਨ ਤੇ ਜਾਂ ਉਸ ਸਿਸਟਮ ਤੇ ਉਹ ਟਾਈਪ ਕੀਤੀ ਗਈ, ਉਹ IP ਐਡਰੈਸ, ਉਹ ਸਿਸਟਮ ਉਸ ਵੇਲੇ ਇਹੀ ਸੇਮ ਪਰਸਨ ਸਤਵਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਯੂਜ਼ ਕਰ ਰਿਹਾ ਸੀ। ਇਸ ਨੂੰ ਐਸਟੈਬਲਿਸ਼ ਕਰਨਾ ਚੈਲੰਜਿੰਗ ਹੈ। ਸੈਕਿੰਡ, ਪ੍ਰਦੀਪ ਸਿੰਘ ਦਾ ਮਰਡਰ ਹੁੰਦਾ ਹੈ, ਸੇਮ ਚੈਲੰਜ। ਮਰਡਰ ਹੋਇਆ, ਕਾਤਲ ਜਿਹੜੇ ਨੇ ਉਹ ਕਹਿ ਰਹੇ ਨੇ ਗੋਲਡੀ ਬਰਾੜ ਸਾਨੂੰ ਡਾਇਰੈਕਸ਼ਨ ਦੇ ਰਿਹਾ ਸੀਗਾ, ਉਸ ਤੇ ਕਹਿਣ ਤੇ ਅਸੀਂ ਕਤਲ ਕੀਤਾ ਹੈ, ਪਰ ਗੋਲਡੀ ਬਰਾੜ ਦੀ ਇਨਵੋਲਵਮੈਂਟ ਸਾਨੂੰ ਕਿਵੇਂ ਪਤਾ ਲੱਗਦੀ ਹੈ? ਫੇਸਬੁੱਕ ਤੇ ਇੱਕ ਪੋਸਟ ਆਈ ਹੈ ਗੋਲਡੀ ਬਰਾੜ ਦੇ ਨਾਂ ਤੋਂ, ਜਿਸ ਦੇ ਵਿੱਚ ਉਹ ਲਿਖ ਰਿਹਾ ਹੈ, ਔਰ ਉਸ ਨੂੰ ਐਸਟੈਬਲਿਸ਼ ਕਰਨਾ ਕਿ ਇਹ ਪੋਸਟ ਉਸੇ ਗੋਲਡੀ ਬਰਾੜ ਨੇ ਪਾਈ ਹੈ ਜਿਹੜਾ ਸਤਵਿੰਦਰਜੀਤ ਸਿੰਘ ਇਸ ਵੇਲੇ ਡਿਟੇਨ ਕੀਤਾ ਗਿਆ ਹੈ, ਔਰ ਉਹੀ ਉਸ ਵੇਲੇ ਉਸ ਸਿਸਟਮ ਨੂੰ ਜਾਂ ਉਸ ਮਸ਼ੀਨ ਨੂੰ ਹੈਂਡਲ ਕਰ ਰਿਹਾ ਸੀ ਜਿੱਥੇ ਪੋਸਟ ਟਾਈਪ ਕੀਤੀ ਗਈ ਹੈ। ਇਹ ਆਪਣੇ ਆਪ ਵਿੱਚ ਚੈਲੰਜ ਹੈਗਾ, ਪਰ ਕਿਉਂਕਿ ਅਮਰੀਕਾ ਦੇ ਵਿੱਚ ਡਿਟੇਨ ਕੀਤਾ ਗਿਆ ਹੈ, ਜਿਹੜੀ ਗੱਲ ਵਿਜੇ ਵੀ ਕਹਿ ਰਹੇ ਸੀਗੇ ਕਿ ਉਹਨਾਂ ਦਾ ਟੈਕਨੀਕਲ ਸਿਸਟਮ ਜਿਹੜਾ ਹੈਗਾ ਸਟਰੋਂਗ ਹੈ, ਸੋ ਐਸਟੈਬਲਿਸ਼ ਕੀਤਾ ਜਾ ਸਕਦਾ ਹੈ। ਇੰਪੋਸੀਬਲ ਤਾਂ ਨਹੀਂ ਹੈਗਾ, ਪੋਸੀਬਲ ਹੈਗਾ, ਪਰ ਵਕਤ ਕਿੰਨਾ ਲੱਗੇਗਾ, ਇਹੀ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਹੈਗਾ ਇਸ ਪੂਰੇ ਸਿਨੈਰੀਓ ਦੇ ਵਿੱਚ। ਦੇਖੋ, ਮੈਂ ਅਮਰੀਕਾ ਦੇ ਟੈਕਨੀਕਲ ਸਪੋਰਟ ਦਾ ਜ਼ਿਕਰ ਕਰਾਂ ਜਾਂ ਫਿਰ ਕੋਈ ਵੀ ਪੁਆਇੰਟ, ਆਮ ਤੌਰ ਤੇ ਜਿਹੜੇ ਇਸ ਤਰੀਕੇ ਦੇ ਅਪਰਾਧੀ ਹੁੰਦੇ ਨੇ ਉਹ ਕਿਹਾ ਜਾਂਦਾ ਕਿ ਜਿੰਨਾ ਮਰਜ਼ੀ ਸ਼ਾਤਰ ਹੋਵੇ ਕੋਈ ਨਾ ਕੋਈ ਪਿੱਛੇ ਕਲੂ ਛੱਡ ਹੀ ਜਾਂਦਾ ਹੈ, ਤਾਂ ਫਿਰ ਗੋਲਡੀ ਬਰਾੜ ਵੀ ਉਹਨਾਂ ਦੇ ਵਿੱਚੋਂ ਇੱਕ ਹੈ, ਤਾਂ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਕਲੂ, ਕੋਈ ਨਾ ਕੋਈ ਅਜਿਹੀ ਗੱਲ ਤਾਂ ਉਸਨੇ ਵੀ ਛੱਡੀ ਹੋਏਗੀ ਕਿ ਜਿੱਥੇ ਉਹ ਫਸੇਗਾ। ਤੇ ਔਰ ਦੂਜੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਫੇਸਬੁੱਕ ਦੇ ਉੱਤੇ ਆ ਕੇ ਪੋਸਟਾਂ ਪਾਈਆਂ ਗਈਆਂ ਨੇ ਜਾਂ ਕਿਹੜਾ IP ਐਡਰੈਸ ਜਾਂ ਸਿਸਟਮ ਯੂਜ਼ ਕੀਤਾ ਗਿਆ ਉਸ ਸ਼ਖਸ ਦੇ ਵੱਲੋਂ, ਤਾਂ ਉਸ ਦੇ ਨਾਲੋਂ ਵੀ ਅਹਿਮ ਇਹ ਹੋਏਗਾ
ਕਿ ਜਿਹੜੀਆਂ ਵੀਡੀਓਜ਼ ਉਸ ਦੇ ਵੱਲੋਂ ਜਾਰੀ ਕੀਤੀਆਂ ਗਈਆਂ, ਖਾਸ ਤੌਰ ਤੇ ਨਿਊਜ਼ 18 ਦੇ ਕੋਲ ਜਿਹੜੀ ਵੀਡੀਓ ਆਈ ਤਾਂ ਉਸ ਦੇ ਵਿੱਚ ਉਹ ਡਾਇਰੈਕਟਲੀ ਬੋਲਦਾ ਨਜ਼ਰ ਆ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਕਤਲ ਕਿਉਂ ਕੀਤਾ, ਕਿਵੇਂ ਕੀਤਾ, ਔਰ ਉਸ ਨੂੰ ਲੈ ਕੇ ਬੜਾ ਡਿਟੇਲ ਦੇ ਵਿੱਚ ਗੱਲ ਹੋ ਰਹੀ ਹੈ। ਤਾਂ ਅੱਜ ਕੱਲ ਤਾਂ ਟੈਕਨੀਕ ਇਸ ਤਰੀਕੇ ਦੀ ਹੈ ਕਿ ਵੌਇਸ ਸੈਂਪਲ ਮੈਚ ਹੋਣਗੇ। ਮੈਨੂੰ ਲੱਗਦਾ ਸਭ ਤੋਂ ਪਹਿਲਾਂ ਤਾਂ ਉਹੀ ਸ਼ਾਇਦ ਉਸ ਦੇ ਉੱਤੇ ਫੋਕਸ ਕੀਤਾ ਜਾਵੇ ਕਿ ਜਿਹੜਾ ਸ਼ਖਸ ਬਿਲਕੁਲ ਜ਼ਿੰਮੇਵਾਰੀ ਲੈ ਰਿਹਾ ਸੀ ਅੱਜ ਤੋਂ 2-3 ਮਹੀਨੇ ਪਹਿਲਾਂ, ਔਰ ਜਿਸ ਸ਼ਖਸ ਨੂੰ ਹੁਣ ਕਾਬੂ ਕੀਤਾ ਗਿਆ, ਡਿਟੇਨ ਕੀਤਾ ਗਿਆ, ਦੋਵਾਂ ਦੇ ਘੱਟੋ ਘੱਟ ਪਹਿਲਾਂ ਵੌਇਸ ਸੈਂਪਲਸ ਮੈਚ ਕਰ ਲਏ ਜਾਣ। तो उस तो अगे फर्दर स्टेप बाय स्टेप चीज़ां चलदियां रहणगियां। जे दूजा पॉइंट ये भी है, देखो गगन की ये भी नहीं हो सकता ना कि कल नूं कोई भी XYZ दा नाम लैके कोई भी वड्डियां वड्डियां वारदातां नूं अंजाम दिंदा रहे, पूरी प्लैनिंग करदा रहे। हो सकदा गोल्डी बराड़ दे नाम दे नाल किसे नूं उत्थे मिलदा ही ना होवे, पर इसदा मतलब ये तां नहीं है कि गोल्डी बराड़ बेकसूर हो गया या उस शख्स बेकसूर हो गया जिस दे वल्लों ये पूरी वारदात नूं अंजाम दित्ता गया है। बहुत सारियां चीज़ां ने। पॉइंट नंबर 1 वॉइस सैंपल्स हो सकते हैं। पॉइंट नंबर 2 उसके वालों सिस्टम ਜਿਹੜੇ यूज किए गए ने वो हो सकते हैं। पॉइंट नंबर 3 ਜਿਹੜੇ उसने इक्विपमेंट्स लैपटॉप या फिर होर चीज़ां यूज कीतियां ने वो हो सकदियां ने। उस तो बाद क्योंकि गोल्डी बराड़ लॉरेंस बिश्नोई दे संपर्क दे विच सी, तस्वीरां आपां भी दिखा रहे हैं, ਤਾਂ ਇਹ ਕਿੰਨੀ ਦੇਰ ਸੰਪਰਕ ਦੇ ਵਿੱਚ ਸੀ, ਕਿਵੇਂ ਕਿਵੇਂ ਗੱਲ ਹੁੰਦੀ ਸੀ, ਉੱਥੇ ਕਿਵੇਂ ਚਲੇ ਗਏ, ਇਹ ਸਾਰੀਆਂ ਚੀਜ਼ਾਂ ਹੈਗੀਆਂ। ਜਦੋਂ ਇੱਕੋ ਤੁਸੀਂ ਕਹਿ ਸਕਦੇ ਹੋ ਕਿ ਧਾਗੇ 'ਚ ਪਰੋਈਆਂ ਜਾਣਗੀਆਂ ਤਾਂ ਫਿਰ ਗੋਲਡੀ ਦੇ ਖਿਲਾਫ ਕੇਸ ਤਾਂ ਬੜਾ ਤਗੜਾ ਹੋ ਜਾਏਗਾ। ਔਰ ਦੂਜੀ ਗੱਲ ਇਹ ਹੈ ਕਿ ਆਪਾਂ ਡਿਸਕਸ ਕਰ ਰਹੇ ਹਾਂ ਔਰ AGTF ਜਾਂ ਪੰਜਾਬ ਪੁਲਿਸ ਦੇ ਜਿਹੜੇ ਵਕੀਲ ਨੇ, ਜਿਹੜੇ AG ਆਫਿਸ ਦੇ ਵਕੀਲ ਨੇ, ਇਸ ਸਮੇਂ ਉਹ ਵੀ ਇਸ ਪੂਰੇ ਕੇਸ ਦੇ ਉੱਤੇ ਬਹੁਤ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਕਿ ਕਿਸ ਤਰੀਕੇ ਨਾਲ ਗੋਲਡੀ ਬਰਾੜ ਨੂੰ ਪਹਿਲਾਂ ਹਵਾਲਗੀ ਉਸਦੀ ਕੀਤੀ ਜਾਵੇ, ਉਸ ਨੂੰ ਭਾਰਤ ਲਿਆਂਦਾ ਜਾਵੇ, ਅਮਰੀਕਾ ਨੂੰ ਜਾ ਕੇ ਦੱਸਿਆ ਜਾਵੇ ਉੱਥੇ ਦੀ FBI ਏਜੰਸੀ ਨੂੰ ਕਿ ਇਹ ਸ਼ਖਸ ਅਜਿਹਾ ਹੈ ਜਿਸ ਨੂੰ ਅਸੀਂ ਭਾਰਤ ਲੈ ਕੇ ਜਾਣਾ ਚਾਹੁੰਦੇ ਹਾਂ, ਉੱਥੇ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਆਇੰਟ ਨੰਬਰ ਨੈਕਸਟ ਇਹ ਵੀ ਹੈ ਕਿ ਸਿਰਫ ਸਿੱਧੂ ਮੂਸੇਵਾਲਾ ਦਾ ਕੇਸ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਕੇਸਿਸ ਨੇ ਜਿਸ ਦੇ ਵਿੱਚ ਗੋਲਡੀ ਬਰਾੜ ਲੋੜਿੰਦਾ ਸੀ। ਔਰ ਦੂਜਾ ਪੁਆਇੰਟ ਇਹ ਵੀ ਹੈ ਕਿ ਜੋ ਮੈਂ ਨਾਮ ਦਾ ਜ਼ਿਕਰ ਕਰ ਰਿਹਾ ਨਾ ਕਿ ਨਾਮ ਤੁਸੀਂ ਦੇਖੋ ਕਿ ਫਿਰੌਤੀਆਂ ਮੰਗੀਆਂ ਗਈਆਂ ਨੇ, ਰੰਗਦਾਰੀਆਂ ਮੰਗੀਆਂ ਗਈਆਂ ਨੇ ਗੋਲਡੀ ਬਰਾੜ ਦੇ ਨਾਮ ਦਾ ਇਸਤੇਮਾਲ ਕਰਕੇ। ਤਾਂ ਬਹੁਤ ਲੰਬੀ ਚੌੜੀ ਇੱਕ ਫਹਿਰਿਸਤ ਹੋ ਚੁੱਕੀ ਹੈ। ਹੁਣ ਉਸ ਨੂੰ ਕਿਵੇਂ ਪਿਰੋਇਆ ਜਾਂਦਾ ਹੈ, ਕਿਵੇਂ ਉਸ ਨੂੰ ਕਾਬੂ ਕੀਤਾ ਜਾਂਦਾ ਹੈ, ਸਾਰੀ ਨਜ਼ਰ ਉਸ ਦੇ ਉੱਤੇ ਹੀ ਹੈ। ਪਰ ਟਾਈਮ ਲੱਗੇਗਾ। ਇਹ ਜਿਹੜੇ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਜਾਂ ਫਿਰ ਜਿਹੜੇ ਇਮੋਸ਼ਨਲੀ ਅਟੈਚ ਹੋਏ ਇਸ ਪੂਰੀ ਘਟਨਾ ਤੋਂ ਬਾਅਦ, ਜਿਨ੍ਹਾਂ ਦੇ ਜ਼ਹਿਨ ਦੇ ਵਿੱਚ ਗੁੱਸਾ ਹੈ ਗੋਲਡੀ ਬਰਾੜ ਨੂੰ ਲੈ ਕੇ, ਤਾਂ ਉਹਨਾਂ ਨੂੰ ਥੋੜਾ ਜਿਹਾ ਹੋਰ ਠਰਮਾ ਰੱਖਣਾ ਹੋਏਗਾ ਕਿ ਹਵਾਲਗੀ ਨੂੰ ਟਾਈਮ ਲੱਗਦਾ ਹੈ, ਉਹ ਕਿੰਨਾ ਲੱਗਦਾ, ਮਹੀਨਾ, 2 ਮਹੀਨੇ, 6 ਮਹੀਨੇ, ਸਾਲ, ਇਹੀ ਦੇਖਣਾ ਹੋਏਗਾ ਕਿ ਕਿੰਨਾ ਸੋਲਿਡ ਕੇਸ ਬਣਾ ਕੇ ਪੰਜਾਬ ਦੀ ਪੁਲਿਸ ਏਜੰਸੀਆਂ, ਸੈਂਟਰ ਦੀਆਂ ਏਜੰਸੀਆਂ ਅਮਰੀਕਾ ਦੇ ਸਾਹਮਣੇ ਰੱਖਦੀਆਂ ਨੇ। बिल्कुल पॉइंट दर पॉइंट समझाया है गौरव और दूसरे पासे विजय गलबात कर रहे सी, पूरा डिटेल दे विच दस्सिया कि किस तरीके दे नाल असीं इस वेले देख रहे हैं। और तां भी अहम है जदों सिद्धू मूसेवाला दे पिता कह रहे होण कि किसी भी सूरत दे विच चाहिदा नहीं तां असीं सरकार दी खटिया भी खड़ी कर सकदे हां। तो बहुत वड्डा बयान उन्होंने दिता सी अज। शुक्रिया गौरव तमाम जानकारी दे लिए, अपडेट दे लिए। तो एक बार ग्राफिक के जरिए भी नजर पा लेने कि मूसेवाला कतलकांड का मास्टरमाइंड जिहड़ा है वो किस तरीके दे नाल उसने सारा कुछ किया, हथियारां दी सप्लाई की, कतल दी वारदात तक सारा प्रोसैस जिहड़ा है उसने अपने हत्थां दे विच लिया बकायदा।